ਸਤਿ ਸ਼੍ਰੀ ਅਕਾਲ ਦੋਸਤੋ, ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਪਿੰਡਾਂ ਦੇ ਰੁੱਖ। ਤਾਂ ਅੱਜ ਅਸੀਂ ਤੁਹਾਡੇ ਨਾਲ ਇੱਕ ਰੂਬਰੂ ਸਾਂਝਾ ਕਰ ਰਹੇ ਹਾਂ। ਤੁਸੀਂ ਵੇਖ ਰਹੇ ਹੋ ਰੂਹ ਟੀਵੀ ਤੇ ਮੈਂ ਹਾਂ ਤੁਹਾਡਾ ਦੋਸਤ ਜਗਤਾਰ ਅਨਜਾਨ। ਦੋਸਤੋ, ਜਿਵੇਂ ਕਿ ਆਪਾਂ ਜਾਣਦੇ ਹਾਂ, ਪਿੰਡਾਂ ਦੇ ਵਿੱਚੋਂ ਜਿਹੜੇ ਝਿੜੀਆਂ ਹੁੰਦੀਆਂ ਸੀ, ਜੰਗਲ ਹੁੰਦੇ ਸੀ, ਜਿਹ ਪੰਛੀ ਆਲਣਾ ਪਾਉਂਦੇ ਸੀ, ਉਹ ਸਾਰਾ ਕੁਝ ਨਿਰਾਰਦ ਹੋ ਗਿਆ, ਖਤਮ ਹੋ ਗਿਆ। ਅੱਜ ਆਲਣਿਆਂ ਵਾਸਤੇ ਵੀ ਅਸੀਂ ਬਨੌਟੀ ਜਿਹੜੇ ਆਲਣੇ ਆ ਚੱਕੀ ਫਿਰਦੇ ਹਾਂ। ਤਾਂ ਪਿੰਡਾਂ 'ਚੋਂ ਜੰਗਲ ਅਲੋਪ ਹੋਣ ਦਾ ਕਾਰਨ ਤੇ ਪਿੰਡਾਂ 'ਚ ਝਿੜੀਆਂ ਮੁੜ ਸਥਾਪਿਤ ਕਰਨ ਦਾ ਕੰਮ ਇੱਕ ਸੰਸਥਾ, ਪੰਜਾਬ ਦੀ ਬਹੁਤ ਹੋਣਹਾਰ ਸੰਸਥਾ ਰਾਉਂਡ ਗਲਾਸ ਫਾਊਂਡੇਸ਼ਨ ਕਰ ਰਹੀ ਹੈ। ਅੱਜ ਅਸੀਂ ਉਹਨਾਂ ਨਾਲ ਇੱਕ ਰੂਬਰੂ ਕੀਤਾ ਸਟੇਜ ਤੋਂ ਮੌੜ ਪੁਸਤਕ ਮੇਲੇ ਦੇ ਜ਼ਰੀਏ, ਤੇ ਤੁਹਾਨੂੰ ਉਹ ਤੁਹਾਡੇ ਨਾਲ ਉਹ ਸਾਂਝਾ ਕਰਦੇ ਹਾਂ। ਆਓ ਵੇਖਦੇ ਹਾਂ ਡਾਕਟਰ ਰਜਨੀਸ਼ ਨਾਲ ਸਟੇਜ ਤੋਂ ਹੋਈਆਂ ਗੱਲਾਂ ਦੀ ਝਾਤ ਤੇ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ, ਕਿਵੇਂ ਉਹ ਲੱਗੇ ਹੋਏ ਨੇ ਇਸ ਗੱਲ ਲਈ। ਆਓ ਉਹ ਰੂਬਰੂ ਤੁਹਾਡੇ ਨਾਲ ਸਾਂਝਾ ਕਰੀਏ। ਤੁਹਾਡੀ ਜਾਣ ਪਹਿਚਾਣ ਕਰਾ ਰਹੇ ਹਾਂ ਉਹ ਰੂਹ ਡਾਕਟਰ ਰਜਨੀਸ਼, ਜਿਨ੍ਹਾਂ ਨੇ 25 ਸਾਲ ਲਗਾਤਾਰ ਇੱਕ ਤਪੱਸਿਆ ਕੀਤੀ ਹੈ ਵਿਰਾਸਤੀ ਰੁੱਖਾਂ ਨੂੰ ਸੰਭਾਲਣ ਲਈ, ਉਹਨਾਂ ਬੀਜਾਂ ਨੂੰ ਖੋਜਣ ਦੇ ਲਈ, ਤੇ ਖੁਦ ਬਹੁਤ ਵੱਡਾ ਯਤਨ ਪੰਜਾਬ 'ਚ ਆਰੰਭਿਆ। ਸੋ ਸਵਾਗਤ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ। ਥੈਂਕ ਯੂ ਸੋ ਮਚ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਲੇਖਕ ਮੰਚ ਮੌੜ ਤੇ ਸਾਡੇ ਭੁਪਿੰਦਰ ਸਿੰਘ ਮਾਨ ਜੀ, ਜਗਤਾਰ ਜੀ, ਤੁਹਾਡਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਬਹੁਤ ਵੱਡਾ ਇੱਕ ਪ੍ਰੋਗਰਾਮ ਔਰਗਨਾਈਜ਼ ਕੀਤਾ ਤੇ ਬੱਚਿਆਂ ਨੂੰ ਇੱਕ ਜਾਣਕਾਰੀ ਕੋਸ਼ਿਸ਼ ਕੀਤੀ ਦੇਣ ਦੀ, ਪੰਜਾਬ ਦੀਆਂ ਅਲੱਗ ਅਲੱਗ ਜਿਹੜੀਆਂ ਪੁਸਤਕਾਂ ਹੈਗੀਆਂ ਉਹਦੇ ਰਾਹੀਂ, ਤਾਂ ਕਿ ਆਪਾਂ ਇਹਦੇ ਨਾਲ ਜੁੜੇ ਰਹੀਏ। ਤੇ ਬਾਕੀ ਜਿਹੜਾ ਆਹ ਪ੍ਰੋਗਰਾਮ ਬੜਾ ਇੰਟਰਸਟਿੰਗ ਆ, ਤਾਂ ਕਿ ਜਿਹੜੀ ਇਹ ਪੂਰੇ ਪੰਜਾਬ ਦੇ ਜਿਹੜੇ ਹਿੱਸੇ ਤੱਕ ਪੂਰਾ ਜਾਵੇ। ਜੋ ਵੀ ਮੈਂ ਅੱਜ ਡਿਸਕਸ਼ਨ ਕਰਾਂਗਾ, ਜ਼ਿੰਦਗੀ ਦਾ ਮੇਰਾ ਜੋ ਐਕਸਪੀਰੀਅੰਸ ਰਿਹਾ ਇੱਥੇ ਤੱਕ ਪਹੁੰਚੇ ਆ, ਉਹਦੇ ਬਾਰੇ ਤੁਹਾਡੇ ਨਾਲ ਮੈਂ ਗੱਲਬਾਤ ਕਰੂੰਗਾ ਜੀ। ਬਹੁਤ ਧੰਨਵਾਦ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਮੇਰਾ ਸਵਾਲ ਕਿ ਰਜਨੀਸ਼ ਨੂੰ ਡਾਕਟਰ ਰਜਨੀਸ਼ ਕਿਉਂ ਬਣਨਾ ਪਿਆ? ਹਾਂਜੀ ਦੇਖੋ ਜੀ, ਮੈਂ ਆਪਣੀ ਜਰਨੀ, ਮੇਰਾ ਪਿੰਡ ਜੱਦੀ ਹਠੂਰ ਪਿੰਡ ਆ, ਰੈਕੋਟ ਕੋਲੇ, ਮਤਲਬ ਮੇਰਾ ਹੈਗਾ ਪਿੰਡ, ਤੇ ਬਰਨਾਲੇ ਤੋਂ 20 ਕਿਲੋਮੀਟਰ ਹੈਗਾ ਇਹ ਅੰਦਰ ਨੂੰ। ਤੇ ਇਸ ਤਰ੍ਹਾਂ ਜੀ ਮੇਰੇ ਨਾਨਕੇ ਪਟਿਆਲੇ ਪੈਂਦੇ ਸੀਗੇ। ਤਾਂ ਉਸ ਤੋਂ ਬਾਅਦ 10ਵੀਂ ਕਰਨ ਤੋਂ ਬਾਅਦ ਮੈਂ ਸਾਰੀ ਪੜ੍ਹਾਈ ਆਪਦੀ ਪਟਿਆਲੇ ਸ਼ਹਿਰ 'ਚ ਕੀਤੀ, +1 +2, ਫਿਰ BSc ਮੈਡੀਕਲ, ਫਿਰ MSc ਬਾਇਓਟੈਕਨੋਲੋਜੀ ਮੈਂ ਥਾਪਰ ਯੂਨੀਵਰਸਿਟੀ ਤੋਂ ਕੀਤੀ। ਉਸ ਤੋਂ ਬਾਅਦ ਕੁਛ ਗੌਰਮੈਂਟ ਨਾਲ, ਸੈਂਟਰਲ ਗੌਰਮੈਂਟ ਨਾਲ ਪ੍ਰੋਜੈਕਟਸ ਕੀਤੇ ਪਲਾਂਟੇਸ਼ਨ ਨੂੰ ਲੈ ਕੇ। ਫਿਰ ਆਪਣਾ ਜਿਹੜਾ ਐਕਸਪੀਰੀਅੰਸ ਸੀ ਉਹ ਫਿਰ ਮੈਂ ਪਲਾਂਟ ਬਾਇਓਟੈਕਨੋਲੋਜੀ ਵਿੱਚ ਥਾਪਰ ਕੈਂਪਸ ਤੋਂ PhD ਕੀਤੀ ਮਤਲਬ ਉੱਥੋਂ। ਤਾਂ ਫਿਰ ਇਸ ਤਰ੍ਹਾਂ ਸੀਗਾ ਜੀ ਰਸਤਾ, ਸਾਡੇ ਕੋਲ PhD ਕਰਨ ਤੋਂ ਬਾਅਦ ਕਈ ਮਿਲ ਜਾਂਦੇ ਹੈਗੇ ਆ। ਜਿਸ ਤਰ੍ਹਾਂ ਤੁਸੀਂ ਟੀਚਿੰਗ ਵੱਲ ਜਾ ਸਕਦੇ ਹੋ, ਹਾਇਰ ਸਟੱਡੀ ਵੱਲ ਜਾ ਸਕਦੇ ਹੋ ਤੁਸੀਂ ਫੋਰਨ ਕੰਟਰੀ 'ਚ। ਪਰ ਇਸ ਤਰ੍ਹਾਂ ਸੀਗਾ, ਜਿਹੜੀ ਮੇਰਾ ਪਲਾਨ ਸੀਗਾ ਵੀ ਜੋ ਵੀ ਜ਼ਿੰਦਗੀ ਦੇ ਵਿੱਚ ਅਸੀਂ ਉਸ ਦੌਰਾਨ ਸਿੱਖਿਆ MSc ਤੋਂ ਬਾਅਦ, ਉਹਨੂੰ ਅਸੀਂ ਫੀਲਡ 'ਚ ਲੈ ਕੇ ਆਉਣਾ ਸੀ। ਮਤਲਬ ਆਪਣੀ ਰਿਸਰਚ ਨੂੰ, ਜਿਹੜਾ ਜੋ ਅਸੀਂ ਕੰਮ ਕੀਤਾ ਬਹੁਤ ਡੀਪ ਰਿਸਰਚ ਦਾ, ਕਿਉਂਕਿ ਸਾਡਾ ਜਿਹੜਾ ਥਾਪਰ ਕੈਂਪਸ ਬੜਾ ਮਸ਼ਹੂਰ ਆ ਰਿਸਰਚ ਵਾਸਤੇ, ਕਿਉਂਕਿ ਉੱਥੇ ਬਹੁਤ ਸਾਰੀਆਂ ਹਾਈ ਪਬਲੀਕੇਸ਼ਨਸ, ਇੰਪੈਕਟ ਫੈਕਟਰਸ ਹੁੰਦੇ ਆ। ਉਹ ਜੋ ਸਿੱਖਿਆ ਤਾਂ ਉਹ ਮੇਰਾ ਮਨ ਸੀ ਵੀ ਅਸੀਂ ਫੀਲਡ 'ਚ ਲੈ ਕੇ ਆਉਣਾ। ਤਾਂ ਉਹ ਬਹੁਤ ਔਖਾ ਰਸਤਾ ਸੀ, ਪਰ ਅਲਟੀਮੇਟਲੀ ਉਹ ਰਸਤਾ ਇਹ ਰਾਉਂਡ ਗਲਾਸ ਫਾਊਂਡੇਸ਼ਨ ਰਹੀ, ਉਹ ਪੰਜਾਬ ਲਈ ਆਪਾਂ ਲੈ ਕੇ ਆ ਚੁੱਕੇ ਹਾਂ ਜੀ। ਡਾਕਟਰ ਸਾਹਿਬ, ਬਿਲਕੁਲ ਬਹੁਤ ਮਿਹਨਤ ਤੁਸੀਂ ਕਰ ਰਹੇ ਹੋ। ਇੱਕ ਪੰਜਾਬੀ ਦੀ ਕਹਾਵਤ ਹੈ, ਲਸੂੜਾ ਪਿੱਪਲ ਤੂਤ ਨਾ ਛੱਡਿਆ ਕੁਹਾੜੇ ਨੇ, ਤੇ ਪਿਲਕਣ ਸਿੰਬਲ ਵੱਡਿਆ ਤਿੱਖਿਆਰੇ ਨੇ। ਇਹ ਜਿਹੜੇ ਵਿਰਾਸਤੀ ਰੁੱਖ ਸਾਡੇ ਅਲੋਪ ਹੋ ਗਏ, ਰਾਉਂਡ ਗਲਾਸ ਫਾਊਂਡੇਸ਼ਨ ਤੇ ਡਾਕਟਰ ਰਜਨੀਸ਼ ਇਹਨਾਂ ਨੂੰ ਸੰਭਾਲਣ ਲਈ ਕਿਵੇਂ ਯਤਨ ਕਰ ਰਹੇ ਆ? ਦੇਖੋ ਇਸ ਤਰ੍ਹਾਂ ਜੀ, ਜਦੋਂ ਮੈਂ PhD ਕੈਂਪਸ ਕਰਦਾ ਸੀਗਾ ਉਸ ਟਾਈਮ ਮੈਂ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰਕੇ ਥੋੜ੍ਹੀ ਜਿਹੀ ਲੈਂਡ ਅਸੀਂ ਲੈ ਲਈ ਸੀ, ਸ਼ੁਰੂਆਤ ਕਰਤੀ ਸੀ ਪਿੱਛੇ ਰਿਸਰਚ ਦੇ ਨਾਲ ਨਾਲ, ਥੋੜ੍ਹਾ ਸੀਡ ਦੀ ਸਟੱਡੀ ਕਰਨਾ ਸਾਰੇ। ਫਿਰ ਮੈਂ ਇੱਕ ਟਰੀਜ਼ ਆਫ ਥਾਪਰ ਕੈਂਪਸ ਇੱਕ ਕਿਤਾਬ ਵੀ ਲਿਖੀ ਸੀਗੀ। ਤਾਂ ਉਸ ਦੇ ਵਿੱਚ ਜਿੰਨੀ ਵੀ ਸਾਰੀ ਬਾਇਓਡਾਇਵਰਸਿਟੀ ਥਾਪਰ ਕੈਂਪਸ ਸੀ ਉਹ ਅਸੀਂ ਸਾਰਾ ਇਕੱਠਾ ਕੀਤਾ। ਫਿਰ ਜਿਹੜੀ ਸਾਡੀ ਬਾਰਾਂਦਰੀ ਗਾਰਡਨ, ਸਾਰੇ ਰਾਜੇ ਮਹਾਰਾਜਿਆਂ ਦੀ ਜਿਹੜਾ ਸਿਸਟਮ ਸੀਗਾ, ਉਹ 'ਚ ਬਹੁਤ ਪੁਰਾਤਨ ਰੁੱਖ ਆ। ਤੁਸੀਂ ਦੇਖੋ ਸਿੰਬਲ ਦੇ ਰੁੱਖ ਬਹੁਤ ਪੁਰਾਣਾ, 100 ਸਾਲ ਪੁਰਾਣਾ ਹੈਗਾ। ਬੋਰਡ, ਪਿੱਪਲ, ਸਾਰੇ ਪੁਰਾਤਨ ਰੁੱਖ ਤੁਹਾਨੂੰ ਉੱਥੇ ਜੇ ਮੌਕਾ ਲੱਗੂਗਾ ਪਟਿਆਲੇ ਦੀ ਬਾਰਾਂਦਰੀ ਗਾਰਡਨ ਜ਼ਰੂਰ ਵਿਜ਼ਿਟ ਕਰੋ, ਤੁਹਾਨੂੰ ਵੱਡੇ ਵੱਡੇ ਦਰਖਤ 100 ਸਾਲ ਪੁਰਾਣੇ ਤੁਹਾਨੂੰ ਮਿਲਣਗੇ ਉੱਥੇ। ਉਹਦੇ ਬਾਰੇ ਵੀ ਐਡਮਿਨਿਸਟ੍ਰੇਸ਼ਨ ਨੂੰ ਫਿਰ ਮੈਂ ਲਿਖ ਕੇ ਦਿੱਤਾ ਕਿਹੜੇ ਦਰਖਤ ਉੱਥੇ ਹੈਗੇ ਆ। ਇਸ ਤਰ੍ਹਾਂ ਕਰਕੇ ਜਿਹੜਾ ਇਹ ਕਾਰੋਬਾਰ ਸੀ। ਫਿਰ ਜਦੋਂ ਰਾਉਂਡ ਗਲਾਸ ਫਾਊਂਡੇਸ਼ਨ 'ਚ ਮੈਂ ਆਇਆ ਤਾਂ ਕਿਉਂਕਿ ਦੇਖੋ ਇਹ ਸੀਗਾ ਉਸ ਟਾਈਮ ਸਾਨੂੰ ਜਿਉਂ-ਜਿਉਂ ਇਹ ਸਟੱਡੀ ਕਰਨਾ ਸੀ, ਜਿਉਂ-ਜਿਉਂ ਅੱਗੇ ਵਧੇ, ਸਾਨੂੰ ਪਤਾ ਲੱਗਣ ਲੱਗ ਗਿਆ ਵੀ ਸਾਡਾ ਇਹ ਤਾਂ ਦਰਖਤ ਹੈ ਇੱਥੇ ਮੌਜੂਦ, ਪਰ ਹੌਲੀ ਹੌਲੀ ਇਹ ਖਤਮ ਹੁੰਦੇ ਜਾ ਰਿਹਾ। ਤਾਂ ਜਿਹੜੇ ਕੁਛ ਦਰਖਤ ਸੀ ਸਾਡੇ ਲੁਪਤ ਹੋਣ ਦੇ ਕਦਾਰ 'ਤੇ ਸੀ। ਜਿਵੇਂ ਹੁਣ ਜਿਵੇਂ ਆਪਣਾ ਰਹੂੜੇ ਦੀ ਗੱਲ ਕਰੀਏ, ਰਹੂੜਾ ਪੰਜਾਬ ਦਾ ਬਹੁਤ ਪੁਰਾਤਨ ਰੁੱਖ ਆ।
ਇਹ ਸਾਡੇ ਇੱਕ ਡਰਾਈ ਬੈਲਟ ਦਾ ਇੱਕ ਸ਼ਿੰਗਾਰ ਸੀਗਾ। ਤਾਂ ਹੁਣ ਸਾਨੂੰ ਟਾਮਾ ਢਿੱਲਾ ਈਵਨ ਇਹ ਲਿਸਟ ਵਿੱਚ ਆ ਚੁੱਕਿਆ ਵੀ ਬਿਲਕੁਲ ਐਕਸਟੈਂਸ਼ਨ 'ਤੇ ਆ। ਫਿਰ ਅਸੀਂ ਉਹਦਾ ਸੀਡ ਕੋਸ਼ਿਸ਼ ਕੀਤੀ, ਰਾਜਸਥਾਨ 'ਚ ਹੁਣ ਸੀਡ ਮੰਗਵਾਉਂਦੇ ਅਸੀਂ ਉਹਦਾ ਰਹੂੜੇ ਦਾ, ਕਿਉਂਕਿ ਇੱਥੇ ਸਾਡਾ ਸੀਡ ਨਹੀਂ, ਨਾ ਸਾਡੇ ਪੌਦੇ ਆ ਨਾ ਸੀਡ ਸਾਡਾ ਹੈਗਾ। ਰਹੂੜਾ ਹੁਣ ਅਸੀਂ ਤਿਆਰ ਕੀਤਾ ਅਤੇ ਹੁਣ ਸਾਡੇ ਕੋਲ ਰਹੂੜਾ ਲਿਆ ਸਕਦਾ ਹੈਗਾ। ਅਤੇ ਹੁਣ ਰਹੂੜੇ ਦਾ ਗਲਾਸ ਲੱਕੜ ਬੜੀ ਮਸ਼ਹੂਰ ਆ ਰਹੂੜੇ ਦੀ, ਉਹਦੇ ਨਾਲ ਥੋੜਾ ਆਪਣੀ ਉਹਨੂੰ ਕਵਰ ਕਰਦਾ ਹੈਗਾ, ਤੁਹਾਡੇ ਪੇਟ ਦੀਆਂ ਬਿਮਾਰੀਆਂ ਨੂੰ ਅਤੇ ਥੋੜ੍ਹੀ ਸ਼ੂਗਰ ਨੂੰ ਕੰਟਰੋਲ ਕਰਦਾ। ਹੁਣ ਬਹੁਤ ਸਾਰਾ ਇੱਥੇ ਆਪਣੇ ਮਾਨਸਾ 'ਚ ਹੀ ਬਣਾਉਂਦਾ, ਜ਼ਿਲ੍ਹੇ 'ਚ ਹੀ ਆਪਣਾ। ਹਾਂ ਬਿਲਕੁਲ, ਮੇਰੇ ਰਹੂੜੇ ਤੋਂ ਯਾਦ ਆ ਗਿਆ, ਸਾਡੇ ਗੁਆਂਢੀ ਪਿੰਡ ਜੋਧਪੁਰ, ਹਾਂਜੀ, ਤੇ ਇਹਨੂੰ ਚਰਖਿਆਂ ਵਾਲੀ ਜੋਧਪੁਰ ਕਿਸੇ ਟਾਈਮ ਕਿਹਾ ਜਾਂਦਾ ਸੀ, ਤੇ ਚਰਖਾ ਰਹੂੜੇ ਦੀ ਲੱਕੜ ਦਾ ਹੀ ਬਣਦਾ ਸੀ, ਤੇ ਉਹ ਖਤਮ ਹੋ ਗਿਆ। ਉਹ ਚਰਖਿਆਂ ਵਾਲੀ ਜੋਧਪੁਰ ਵੀ ਹੁਣ ਕੱਲੀ ਜੋਧਪੁਰ ਰਹਿ ਗਈ, ਚਰਖੇ ਹੋ ਗਏ। ਬਿਲਕੁਲ। ਅੱਛਾ, ਮੈਂ ਜਿਹੜੀ ਗੱਲ ਅਗਲੀ ਤੁਹਾਡੇ ਤੋਂ ਜਾਣਨਾ ਚਾਹੁੰਦਾ ਉਹ ਇਹ ਆ, ਡਾਕਟਰ ਸਾਹਿਬ ਪੰਜਾਬ ਕੋਲ ਵੱਡੇ ਅਦਾਰੇ ਆ, ਜੰਗਲਾਤ ਡਿਪਾਰਟਮੈਂਟ ਵੀ ਹੈ, ਵਿਭਾਗ ਹੈਗਾ, ਸਰਕਾਰੀ ਅਦਾਰੇ ਹੈਗੇ ਆ, ਵਣ ਵਿਭਾਗ ਹੈਗਾ, ਮਤਲਬ ਸਰਕਾਰ ਇੰਨਾ ਯਤਨ ਲੱਗੀ ਹੋਈ ਹੈ। 1947 ਤੋਂ ਬਾਅਦ ਦਾ ਜੇ ਅਸੀਂ ਸੀਨ ਵੇਖੀਏ ਪੰਜਾਬ ਦੇ ਜੰਗਲਾਤ ਦਾ, ਤੇ ਕੀ ਲੋੜ ਪੈ ਗਈ ਕਿ ਰਾਉਂਡ ਗਲਾਸ ਨੂੰ ਹੋਣ ਚਾਉਣਾ ਪੈ ਗਿਆ, ਜਾਂ ਡਾਕਟਰ ਰਜਨੀਸ਼ ਨੂੰ ਹੀ ਕਿਉਂ ਕਰਨਾ ਪੈ ਗਿਆ? ਸਰਕਾਰ ਨਹੀਂ ਕਰ ਸਕੀ ਜਿਹੜਾ ਉਹ ਡਾਕਟਰ ਰਜਨੀਸ਼ ਨੇ ਕਿਵੇਂ ਕਰਤਾ? ਦੇਖੋ, ਮੈਂ ਕੁਛ ਗੱਲਾਂ ਜ਼ਰੂਰ ਇੱਥੇ ਸਟੂਡੈਂਟ ਬੈਠੇ ਦੱਸਣਾ ਚਾਹਾਂਗਾ। ਇਹ ਜੋ ਪਲਾਂਟੇਸ਼ਨ ਚੀਜ਼ ਹੁੰਦੀ ਹੈ, ਇੱਕ ਰੁੱਖ ਲਗਾਉਣਾ ਅਤੇ ਉਹਨੂੰ ਪਾਲਣਾ, ਇੱਕ ਇਹ ਸਾਧਨ ਆ। ਮਤਲਬ ਇਹ ਸਮਝਣਾ ਪੈਣਾ ਵੀ ਐਂ ਨਹੀਂ ਹੈਗਾ ਵੀ ਆਪਾਂ ਰੁੱਖ ਲਾਇਆ। ਬਹੁਤ ਸਾਰੀਆਂ ਮੂਵਮੈਂਟ ਚੱਲੀਆਂ ਪੰਜਾਬ ਦੇ ਵਿੱਚ, ਪਿੱਛੇ ਵੀ ਚੱਲਦੀਆਂ ਆਈਆਂ, ਉਹ ਕਿਸੇ ਸਮੇਂ 'ਤੇ ਫੇਲ ਹੋਈਆਂ। ਐਡਮਿਨਿਸਟ੍ਰੇਸ਼ਨ ਨੇ ਬਹੁਤ ਸਾਰਾ ਪੈਸਾ ਫਲੋਟ ਕੀਤਾ, ਫੋਰੈਸਟ ਡਿਪਾਰਟਮੈਂਟ ਨੇ ਫਲੋਟ ਕੀਤਾ, ਪਰ ਉਹਦਾ ਰਿਜ਼ਲਟ ਸਾਨੂੰ ਮਿਲ ਨਹੀਂ ਪਾਇਆ। ਉਹਦਾ ਕਾਰਨ ਇਹ ਸੀਗਾ, ਐਕਚੁਅਲੀ ਆਪਾਂ ਪਲਾਨ ਦਾ ਨਹੀਂ ਅੱਜ ਤੱਕ ਉਤਰੇ। ਜੋ ਮੈਂ ਸਮਝ ਪਾਇਆ ਜਦੋਂ ਮੈਂ ਡਿਜ਼ਾਈਨ ਕੀਤਾ ਇਸ ਪ੍ਰੋਜੈਕਟ ਨੂੰ, ਤਾਂ ਅਸੀਂ ਪੂਰਾ ਉਹਦਾ ਇਹ ਲੈ ਕੇ ਚੱਲੇ ਵੀ ਇਹਨੂੰ ਮੇਨਟੇਨ ਕਿਵੇਂ ਕਰਨਾ। ਦੇਖੋ, ਬਹੁਤ ਲੱਖਾਂ ਦੇ ਤਾਦਾਦ 'ਚ ਪੌਦੇ ਪੰਜਾਬ 'ਚ ਹਰ ਸਾਲ ਲੱਗਦੇ ਆ, ਅਤੇ ਕਰੋੜਾਂ ਦੇ ਤਕਰੀਬਨ ਫੰਡ ਵੀ ਯੂਟੀਲਾਈਜ਼ ਹੁੰਦਾ, ਪਰ ਅਲਟੀਮੇਟਲੀ ਐਟ ਦਾ ਅਗਲੇ ਸਾਲ ਆਪਾਂ ਅੱਜ ਮੰਨ ਲਓ ਇਸ ਸਾਲ ਪਲਾਂਟੇਸ਼ਨ, ਅਗਲੇ ਸਾਲ ਦੇਖੀਏ ਸਾਡੇ ਕੋਲ ਸਰਵਾਈਵਲ ਪਰਸੈਂਟ 10 ਤੋਂ 12% ਰਹਿ ਜਾਂਦਾ ਹੈਗਾ। ਤਾਂ ਉਹ ਤਾਂ ਰਹਿੰਦਾ ਕਿਉਂਕਿ ਉਹਦੇ ਵਿੱਚ ਜਿਹੜੀ ਮੋਨੀਟਰਿੰਗ ਅਤੇ ਮੇਨਟੇਨੈਂਸ ਪਾਰਟ ਆ, ਉਹ ਬਹੁਤ ਹੀ ਸਾਡਾ ਜਿਹੜੀ ਕਮਜ਼ੋਰੀ ਰਹਿ ਜਾਂਦੀ ਆ। ਜਦੋਂ ਮੈਂ ਇਹਨੂੰ ਯਾਦ ਆ, ਜਦੋਂ 18 'ਚ ਇਹ ਪ੍ਰੋਜੈਕਟ ਫਾਊਂਡੇਸ਼ਨ ਨੇ ਲਿਖਿਆ, ਸਾਡਾ ਮੇਜਰ ਫੋਕਸ ਸੀਗਾ ਉਹਨੂੰ ਕਿਵੇਂ ਬਚਾਉਣਾ ਹੈਗਾ। ਤਾਂ ਉਸ ਲਈ ਜਿਹੜਾ ਪ੍ਰੋਜੈਕਟ ਨੂੰ ਡਿਜ਼ਾਈਨ ਹੀ ਇਸ ਤਰ੍ਹਾਂ ਕੀਤਾ। ਸਾਡੇ ਕੋਲ ਫੰਡ ਦੀ ਕੋਈ ਕਮੀ ਨਹੀਂ ਜੀ। ਮਤਲਬ ਸਾਡੇ ਕੋਲ ਪੰਜਾਬ ਦੇ ਵਿੱਚ ਜਿਹੜਾ ਸੈਂਟਰਲ ਫੰਡ ਆਉਂਦਾ ਮਨਰੇਗਾ ਸਕੀਮ ਅੰਡਰ, ਉਹ ਇੰਨਾ ਕੁ ਫੰਡ ਆ ਕਿ ਉਹ ਯੂਟੀਲਾਈਜ਼ ਨਹੀਂ ਕਰ ਪਾਉਂਦੇ ਆਪਾਂ। ਤਾਂ ਮਤਲਬ ਜੇ 100 ਦਿਨ ਦਾ ਕੰਮ ਦੇਣਾ, ਸਾਡੇ ਕੋਲ 35 ਤੋਂ 40 ਦਿਨ ਅਸੀਂ ਵਰਤ ਪਾਉਂਦੇ ਹਾਂ ਹਰ ਸਾਲ। ਤਾਂ ਇਹ ਜਿਹੜਾ ਪ੍ਰੋਜੈਕਟ ਆ, ਸਿੱਧੀ ਲੇਬਰ ਕੰਪੋਨੈਂਟ ਆ। ਤੁਸੀਂ ਇਹਨੂੰ ਢੰਗ ਨਾਲ ਯੂਟੀਲਾਈਜ਼ ਕਰੋਗੇ ਤਾਂ ਤੁਹਾਡਾ, ਮੇਰੇ ਹਿਸਾਬ ਨਾਲ ਇਹ ਜਿਹੜਾ ਪ੍ਰੋਜੈਕਟ ਆ ਪੰਜਾਬ 'ਚ ਅਸੀਂ ਹੁਣ ਜਿਹੜਾ ਕੀਤਾ, ਅਸੀਂ 1 ਮਿਲੀਅਨ ਦਰੱਖਤ ਅਸੀਂ ਇਸ ਹਫ਼ਤੇ ਕੰਪਲੀਟ ਕਰਨੇ ਆ। ਮਤਲਬ ਤਾਂ ਉਹ 10 ਲੱਖ ਬੂਟਾ ਅਸੀਂ ਪੂਰਾ 90% ਸਰਵਾਈਵਲ ਨਾਲ ਲਾਇਆ ਹੈਗਾ, ਕਿਉਂਕਿ ਸਾਡੀ ਮਿਹਨਤ, ਸਾਡਾ ਪ੍ਰੋਜੈਕਟ ਦਾ ਡਿਜ਼ਾਈਨ ਅਤੇ ਸਾਡਾ ਗੌਰਮੈਂਟ ਦੀ ਜਿਹੜੀ ਮਸ਼ੀਨਰੀ ਨੂੰ ਯੂਟੀਲਾਈਜ਼ ਕਰਨਾ ਕਿਵੇਂ, ਉਹ ਕਰਕੇ ਅਸੀਂ ਇੱਥੇ ਇਹਨੂੰ ਬਿਲਕੁਲ ਹੁਣ ਰਿਜ਼ਲਟ ਦਿਖਾਏ ਆ। 750 ਤੋਂ ਤਕਰੀਬਨ ਜੰਗਲ ਉੱਪਰ ਲੱਗ ਚੁੱਕਿਆ ਔਰ 90% ਸਰਵਾਈਵ ਕਰ ਰਿਹਾ। ਬਹੁਤ ਜਬਰਾ ਉਹ ਗੱਲ ਕਰਾਂਗੇ ਆਪਾਂ ਜੰਗਲ ਦਾ ਕੀ ਹੈਗਾ ਸਾਰਾ। ਇਹ ਇਸ ਤਰ੍ਹਾਂ ਕਰਕੇ ਤੁਹਾਨੂੰ ਇੱਕ ਮਸ਼ੱਕਤ ਕਰਨੀ ਪੈਣੀ ਹੈ, ਅਤੇ ਹੁਣ ਉਹ ਰਿਜ਼ਲਟ ਦੇਖਣ ਲੱਗਿਆ। ਅਸੀਂ 900 ਪਿੰਡਾਂ 'ਚ ਹੁਣ ਸਾਡਾ ਪਹੁੰਚ ਚੁੱਕਿਆ। ਮਤਲਬ ਤਾਂ ਉਹ 900 ਪਿੰਡਾਂ 'ਚ ਪਹੁੰਚ, ਸਾਡੀ ਪੰਚਾਇਤਾਂ ਨਾਲ ਰਿਲੇਸ਼ਨ ਬਣ ਚੁੱਕਾ, ਯੂਥ ਕਲੱਬਾਂ ਨਾਲ ਰਿਲੇਸ਼ਨ ਬਣ ਚੁੱਕਿਆ। ਲੋਕਾਂ ਨੂੰ ਵਿਸ਼ਵਾਸ ਹੋ ਗਿਆ ਵੀ ਜੇ ਅਸੀਂ ਜੋ ਕਹਿੰਦੇ ਹਾਂ, ਜੋ ਮੰਨ ਲਓ ਟਰਾਂਸਪੋਰਟੇਸ਼ਨ ਫਰੀ ਆ, ਉਹ ਸਾਰਾ ਪਹੁੰਚਦਾ ਗੱਡੀ ਉੱਥੇ। ਤਾਂ ਇਸ ਤਰ੍ਹਾਂ ਕਰਕੇ ਜੀ ਇਹ ਮਿਸ਼ਨ ਚੱਲ ਰਿਹਾ। ਹਾਂਜੀ, ਮੇਰਾ ਫਿਰ ਉਹੀ ਸਵਾਲ, ਹਾਂਜੀ, ਕਿ ਜਿਹੜੀ ਗੱਲ ਸਰਕਾਰ ਨਹੀਂ ਕਰ ਸਕੀ, ਤੁਸੀਂ ਕਹਿੰਦੇ ਅਸੀਂ 900 ਪਿੰਡਾਂ ਤੱਕ ਪਹੁੰਚ ਕਰ ਲਈ ਹੈ। ਬਹੁਤ ਸ਼ਾਨਦਾਰ ਉਪਰਾਲਾ ਹੈਗਾ ਰੁੱਖ ਲਗਾਉਣ ਦਾ। ਅਕਸਰ ਮੈਨੂੰ ਲੱਗਦੀ ਹੈ ਫੋਟੋ ਸੈਸ਼ਨ ਵਾਸਤੇ ਹਰ ਇੱਕ ਜਿਹੜਾ ਕਾਰਜ ਹੁੰਦਾ, ਹੁਣ ਇਹਦੀ ਵਿਧਾ ਸ਼ੁਰੂ ਹੋਈ ਹੈ ਕਿ ਰੁੱਖ ਲਗਾਉਣ ਦਾ ਜਿਹੜਾ ਫੋਟੋ ਕਰਾਉਂਦੇ ਆ, ਪਰ ਉਹਦੀ ਸੰਭਾਲ ਨਹੀਂ ਹੁੰਦੀ। ਤੇ ਰਾਉਂਡ ਗਲਾਸ ਫਾਊਂਡੇਸ਼ਨ ਕਿਤੇ ਤਾਂ ਨਹੀਂ ਵੀ ਇੱਕ ਖੇਤ ਕਿਸੇ ਨੇ ਦੇਤਾ, ਉੱਥੇ ਰਾਉਂਡ ਗਲਾਸ ਨੇ ਜੰਗਲ ਲਾਤਾ, ਤੇ ਫਿਰ ਉਹਦੀ ਬਾਅਦ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਕਿਹਦੀ ਹੈ? ਨਹੀਂ, ਦੇਖੋ ਇਸ ਤਰ੍ਹਾਂ ਜੀ, ਇਹ ਬਹੁਤ ਹੀ ਇੱਕ ਪਲਾਨ ਤਰੀਕਾ, ਮੈਂ ਸਾਰਾ ਤੁਹਾਨੂੰ ਡਿਟੇਲ ਦੱਸ ਦਿੰਦਾ ਹੈਗਾ। ਇਸ ਤਰ੍ਹਾਂ ਹੀ ਦੇਖੋ, ਸਾਡੀਆਂ ਪਹਿਲੀ ਗੱਲ, ਜੇ ਤੁਸੀਂ ਪੌਦਿਆਂ ਦੀ ਗੱਲ ਕਰਦੇ ਹੋ, ਤੁਹਾਡੇ ਕੋਲ ਨਰਸਰੀਆਂ ਹੋਣੀਆਂ ਚਾਹੀਦੀਆਂ ਆਪਣੀਆਂ ਖੁਦ ਦੀਆਂ। ਸਾਡੀਆਂ ਜੇ ਅੱਜ ਗੱਲ ਕਰੀਏ, ਸਾਡੇ ਕੋਲ 8 ਕਿੱਲੇ ਨਰਸਰੀ ਸਾਡੀ ਪੰਜਾਬ ਦੇ ਵਿੱਚ ਸਾਡੀ ਫਾਊਂਡੇਸ਼ਨ ਦੀ ਆ। 4 ਕਿੱਲੇ ਲੰਗ ਪਿੰਡ ਪਟਿਆਲੇ, ਅਤੇ ਬਾਕੀ ਅਸੀਂ ਘੱਗੇ ਖੋਲ੍ਹੀ ਹੈ। ਘੱਗੇ 'ਚ ਇੱਕ ਮੋਗੇ ਜ਼ਿਲ੍ਹੇ 'ਚ ਗਾਜੀਆਣਾ ਪਿੰਡ ਆ, ਅਤੇ ਇੱਕ ਸਾਡੇ 2 ਕਿੱਲੇ ਅਸੀਂ ਮਰੇਕੋਟਲੇ ਲਏ ਹੋਏ ਆ। ਤਾਂ ਇਹ ਨਰਸਰੀਆਂ ਐਕਸਪੈਂਸ਼ਨ ਫਾਰਮ ਜਾਂ ਸੰਗਰੂਰ 'ਚ ਅਸੀਂ ਹੁਣ 8 ਨਰਸਰੀਆਂ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿ ਹਰ ਬਲਾਕ ਸਾਡੀ ਨਰਸਰੀ ਹੋਵੇ। ਇਸ ਲਈ ਸਾਡਾ ਲੌਂਗ ਰਨ ਦਾ ਪਲਾਨ ਜਿਹੜਾ ਹੈਗਾ, ਉਹ ਸਾਡਾ ਹਰ ਬਲਾਕ, ਜਿਸ ਤਰ੍ਹਾਂ ਫੋਰੈਸਟ ਡਿਪਾਰਟਮੈਂਟ ਦੀ ਨਰਸਰੀ ਹੈਗੀ, ਉਸ ਤਰ੍ਹਾਂ ਸਾਡੀ ਆਪਣੀ ਫਾਊਂਡੇਸ਼ਨ ਦੀ ਹਰ ਬਲਾਕ ਵਿੱਚ ਨਰਸਰੀਆਂ ਹੋਣਗੀਆਂ। ਤਾਂ ਫਿਰ ਗੱਲ ਫਿਰ ਉਸ 'ਤੇ ਆ ਗਈ ਵੀ ਦਿੱਕਤ ਕਿੱਥੇ ਆਈ? ਮਤਲਬ ਕਿ ਦਿੱਕਤ ਉੱਥੇ ਆਈ, ਮਤਲਬ ਸਾਡੀ ਜਿਹੜੀ, ਮੈਂ ਫਿਰ ਦੁਬਾਰਾ ਕਹਿ ਰਿਹਾ, ਮੋਨੀਟਰਿੰਗ ਜਿਹੜਾ ਸਿਸਟਮ ਆ, ਜਿਹੜਾ ਗੌਰਮੈਂਟ ਦਾ ਤੰਤਰ ਹੈਗਾ, ਉਹ ਤੰਤਰ ਨੂੰ ਅਸੀਂ ਸਹੀ ਢੰਗ ਨਾਲ ਨਹੀਂ ਵਰਤ ਪਾਏ। ਇਹ ਸਮਝਣਾ ਪੈਣਾ ਆਪਾਂ ਨੂੰ ਇਸ ਗੱਲ ਨੂੰ। ਪੌਦੇ ਗੁਰੂਆਂ ਦੇ ਨਾਂ 'ਤੇ 500 ਸਾਲਾਂ ਵੀ ਲੱਗੇ, 500 ਪਲਾਂਟ ਹਰ ਪਿੰਡ 'ਚ ਲੱਗੇ। ਜਿਹੜੀਆਂ ਸਾਈਟਾਂ 'ਤੇ ਹੁਣ ਅਸੀਂ ਜਾਂਦੇ ਹਾਂ, 3-3 ਵਾਰ ਪਲਾਂਟੇਸ਼ਨ ਕਈ ਜਗ੍ਹਾ 'ਤੇ ਹੋ ਰੱਖੇ ਆ, ਤਾਂ ਉਹ ਰੱਖੇ ਆ, ਦੁਬਾਰਾ ਕਰ ਰਹੇ ਹਾਂ।
ਉਹਦਾ ਮਤਲਬ ਇਹ ਹੋਇਆ ਸਾਡੀ ਲੈਕ ਆਫ ਮਤਲਬ ਕਹਿਣ ਦਾ ਉਹਦੀ ਟੇਕ ਕੇਅਰ, ਸਾਡੀ ਉਹਦੀ ਆਫਟਰ ਕੇਅਰ 'ਤੇ ਅਸੀਂ ਮਾਰ ਖਾਇਆ ਲੰਬੇ ਸਮੇਂ ਤੋਂ। ਇਸ ਲਈ ਜਿਹੜਾ ਪੰਜਾਬ ਦਾ ਜਿਹੜਾ ਸਾਡਾ ਸਿਸਟਮ ਆ ਹੁਣ ਤੱਕ ਅਸੀਂ ਸੈੱਟ ਨਹੀਂ ਕਰ ਪਾਏ। ਦੂਸਰੀ ਗੱਲ, ਸਾਡਾ ਜਿਹੜਾ ਨੇਟਿਵ ਰੁੱਖਾਂ ਵੱਲ ਸਾਡਾ ਧਿਆਨ ਸੀ ਉਹ ਗਿਆ ਹੀ ਨਹੀਂ ਮਤਲਬ ਅੱਜ ਤੱਕ। ਤਾਂ ਜੇ ਤੁਸੀਂ ਫੋਰੈਸਟ ਡਿਪਾਰਟਮੈਂਟ ਵੱਲ ਜਾਓ ਜਾਂ ਹੋਰ, ਤਾਂ ਉਹ ਮਤਲਬ ਈਜ਼ੀ ਗਰੋਇੰਗ ਈਜ਼ੀਨੈਸ ਨੂੰ ਹੈਗਾ, ਈਜ਼ੀ ਗਰੋਇੰਗ ਸਪੀਸ਼ੀਜ਼ ਰੇਜ਼ ਕਰਦੇ ਹੈਗੇ। ਤਾਂ ਪਰ ਤੁਹਾਨੂੰ ਜਿਹੜੇ ਜਿਵੇਂ ਹੁਣ ਮੈਂ ਦੱਸਿਆ ਰਾਜਸਥਾਨ ਤੋਂ ਸੀਡ ਮੰਗਾ ਰਹੇ ਹਾਂ, ਵਾਣ ਪੀਲੂ ਇਕੱਠਾ ਕਰਨ ਦੀ ਬੜੀ ਮਸ਼ੱਕਤ ਹੈਗੀ ਆ, ਤੁਸੀਂ ਲਾਓਗੇ ਤਾਂ ਕਿੱਥੋਂ ਇਹ। ਤਾਂ ਇਸ ਲਈ ਸਾਨੂੰ ਜ਼ੋਰ ਲਾਉਣਾ ਪਿਆ ਬਹੁਤ ਜ਼ਿਆਦਾ। ਅਸੀਂ 4 ਸਾਲ ਦੀ ਫੁੱਲ ਮਿਹਨਤ ਤੋਂ ਬਾਅਦ ਹੁਣ ਸਾਡੀਆਂ ਆਲਮੋਸਟ ਕਰੀਰ ਛੱਡ ਕੇ ਸਾਡੇ ਨਰਸਰੀ ਸਾਰੇ ਪੰਜਾਬ ਜਿਹੜੇ ਵਿਰਾਸਤੀ ਰੁੱਖ ਆ ਸਾਡੀ ਨਰਸਰੀ 'ਚ ਅਵੇਲੇਬਲ ਹੈਗੇ ਜੀ। ਡਾਕਟਰ ਸਾਹਿਬ ਮੈਂ ਉਹੀ ਗੱਲ ਫੇਰ ਅੱਗੇ ਤੋਰਦਾ ਕਿ ਸਰਕਾਰ ਕੋਲ ਐਡਾ ਡਿਪਾਰਟਮੈਂਟ ਹੋਣ ਦੇ ਬਾਵਜੂਦ ਆਹ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਰਾਜਸਥਾਨ ਤੋਂ ਸਾਨੂੰ ਮੰਗਾਉਣੇ ਪੈ ਰਹੇ ਹੈ, ਪੰਜਾਬ ਦੇ ਉਹਨਾਂ ਵਿਭਾਗਾਂ ਨੇ ਵਿਰਾਸਤੀ ਰੁੱਖਾਂ ਦੇ ਬੀਜ ਮੁਹੱਈਆ ਕਰਾਉਣ ਦਾ ਯਤਨ ਕਿਉਂ ਨਹੀਂ ਕੀਤਾ? ਜਾਂ ਕਹਿ ਲਓ ਕਿ ਤੁਹਾਡੀ ਇਹ ਜਿਹੜੀ ਮੁਸ਼ੱਕਤ ਹੈ, ਚਲੋ ਇਹਨੂੰ ਅਸੀਂ ਸਲਾਮ ਕਰਦੇ ਹਾਂ, ਪਰ ਉਹਦੇ ਬਾਵਜੂਦ ਵੀ ਜਿਹੜੀ ਅਗਲੀ ਗੱਲ ਹੈਗੀ ਆ, ਕਿਹੜੇ ਰੁੱਖ ਜਿਹੜੇ ਵਿਰਾਸਤੀ ਰੁੱਖ ਹੈਗੇ ਆ ਉਹ ਸਾਡੇ ਇਸ ਧਰਤੀ ਤੋਂ ਅਲੋਪ ਹੋਏ? ਕਿਉਂਕਿ ਮੈਂ ਸਮੇਂ ਦੀ ਨਜਾਕਤ ਨੂੰ ਦੇਖਦਾ ਛੋਟੇ ਸਵਾਲ ਤੁਹਾਡੇ ਨਾਲ ਕਰਨੇ ਆ। ਇੱਕ ਸਮਾਂ ਹੁੰਦਾ ਸੀ ਅਸੀਂ ਨਾ ਕੋਟੇ ਵਾਲੇ ਏਰੀਏ 'ਚ ਜਾਂਦੇ, ਤੇ ਕੋਟੇ ਵਾਲੇ ਏਰੀਏ ਦੇ ਵਿੱਚ ਅਸੀਂ ਵੇਖਦੇ ਸੀ ਕਿ ਕਿੱਕਰ ਹੁੰਦੀ ਸੀ ਵੱਡੀਆਂ ਤਿੱਖੀਆਂ ਸੂਲਾਂ ਵਾਲੇ, ਤੇ ਉਹ ਬਹੁਤਾਤ 'ਚ ਚੰਬਲ ਘਾਟੀ ਦੇ ਨੇੜੇ ਜਿੱਥੇ ਡਾਕੂ ਰਹਿੰਦੇ ਸੀ ਚੰਬਲ ਦੇ, ਉਸ ਏਰੀਏ 'ਚ ਪਾਈ ਜਾਂਦੀ ਸੀ। ਪਰ ਉੜਦੀ ਜਿਹੀ ਗੱਲ ਮੇਰੇ ਵੀ ਧਿਆਨ 'ਚ ਆਈ ਹੈ ਕਿ ਪਿਛਲੇ ਸਮੇਂ 'ਚ ਉਹਨੂੰ ਪੂਰੇ ਦੇਸ਼ 'ਚ ਖਿਲਾਰਨ ਵਾਸਤੇ ਇੱਕ ਬਹੁਤ ਵੱਡਾ ਪ੍ਰੋਜੈਕਟ ਚੱਲਿਆ। ਵਿਸ਼ਵ ਬੈਂਕ ਨੇ ਵੀ ਕੋਈ 600 ਕਰੋੜ ਰੁਪਏ ਦਾ ਉਹਨੂੰ ਮੁਹੱਈਆ ਕਰਾਇਆ ਉਹਦੇ ਵਾਸਤੇ। ਕੀ ਉਹ ਕਿੱਕਰ ਜਿਹੜੀ ਸਾਡੇ ਮਤਲਬ ਜੰਗਲਾਤ ਦੀ ਦੁਸ਼ਮਣ ਨਹੀਂ ਬਣ ਗਈ? ਪਿੰਡਾਂ 'ਚ ਆਮ ਵੇਖਣ ਨੂੰ ਮਿਲ ਰਹੀ ਹੈ। ਦੂਜੀ ਗੱਲ, ਪੰਛੀ ਵੀ ਉਹਦੇ 'ਤੇ ਆਲਣਾ ਨਹੀਂ ਪਾਉਂਦੇ। ਇਹ ਕੀ ਹੈਗਾ ਸਾਰਾ? ਕਿਰਪਾ ਕਰਕੇ ਜਾਣਕਾਰੀ ਦਿਓ। ਹਾਂਜੀ, ਇਹ ਜੀ ਇੱਕ ਇਹਨੂੰ ਵਲਾਇਤੀ ਕਿੱਕਰ ਬੋਲਦੇ ਆ, ਪਹਾੜੀ ਕਿੱਕਰ ਵੀ ਬੋਲ ਦਿੰਦੇ ਆ। ਇਹ ਸਾਡੀਆਂ ਜਿੰਨੀਆਂ ਵੀ ਬੀੜਾਂ ਪੰਜਾਬ ਦੀਆਂ, ਜਿਹੜੇ ਸਾਡੇ ਫੋਰੈਸਟ ਰਿਜ਼ਰਵ ਹੈਗੇ ਆ, ਹੁਣ ਸਾਰੇ ਸਾਡਾ ਇਹਨਾਂ ਨੇ ਕਬਜ਼ਾ ਕਰ ਰੱਖਿਆ ਇਹਨਾਂ ਨੇ। ਦੇਖੋ ਪੰਜਾਬ ਦੇ ਵਿੱਚ ਪੋਕਟ ਦੇ ਵਿੱਚ ਸਾਡੇ ਜੰਗਲ ਛੋਟੇ ਪਿੰਡਾਂ ਵਿੱਚ ਵੀ ਹਜੇ ਪਏ ਆ। ਮਤਲਬ ਜਿਵੇਂ ਕਰੀਰ ਦਾ ਜੰਗਲ ਇੱਥੇ ਆਪਣਾ ਸੀ, ਇੱਧਰ ਆਪਣਾ ਸੈਨੇ ਕੋਲ ਪਿੰਡ ਹੈਗਾ, ਉੱਥੇ ਹੈਗਾ। ਅਤੇ ਐਂ ਕਰਕੇ ਕਿਤੇ ਵਨਾਂ ਦਾ ਜੰਗਲ ਆ, ਕਿਤੇ ਉਹਦੇ ਵਿੱਚ ਵੀ ਕੀ ਹੋ ਰਿਹਾ ਹੁਣ, ਸਾਰੇ ਜਿਹੜੀ ਇਹ ਕਬਜ਼ਾ ਹੈਗਾ ਪਹਾੜੀ ਕਿੱਕਰ ਕਰਦੀ ਜਾ ਰਹੀ ਹੈ। ਮਤਲਬ ਤੁਸੀਂ ਰੋਡ ਸਾਈਡ ਦੇਖੋਗੇ ਤਾਂ ਬੀਜ ਇੰਨੀ ਜਲਦੀ ਹਵਾ 'ਚ ਉੱਡ ਕੇ ਅੱਗੇ ਜਰਮੇਟ ਕਰ ਜਾਂਦੇ, ਕੋਈ ਹੋਰ ਕਿਸੇ ਨੂੰ ਹੋਣ ਨਹੀਂ ਦਿੰਦੀ ਹੈਗੀ। ਮਤਲਬ ਤਾਂ ਇਹਨੂੰ ਅਸੀਂ ਮਤਲਬ ਕਹਿੰਦਾ ਹੁਣ ਮਾਸ ਸਕੇਲ 'ਤੇ ਇਹਨੂੰ ਰਿਮੂਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਿੰਡਾਂ ਵਿੱਚ ਅਸੀਂ ਕਾਫੀ ਕਢਾ ਕੇ ਜਿਹੜੇ ਵਿਰਾਸਤੀ ਜੰਗਲ ਲਾਏ ਆ, ਸਾਰੇ ਕਢਾ ਕੇ ਲਵਾਏ ਆ। ਹੁਣ ਜਿਵੇਂ ਇੱਕ ਧਲੇਵਾਂ ਪਿੰਡ ਹੈਗਾ ਇੱਥੇ ਮਾਨਸਾ ਜ਼ਿਲ੍ਹੇ ਦਾ, ਉੱਥੇ ਤਕਰੀਬਨ 15-16 ਕਿੱਲੇ ਜਿਹੜੇ ਹੈਗੇ ਆ ਪੂਰਾ ਜੰਗਲ, ਉਹਦੇ 'ਚੋਂ 7-8 ਕਿੱਲੇ ਲੱਗ ਚੁੱਕੇ, 10 ਕਿੱਲਿਆਂ ਦਾ ਪ੍ਰੋਸੈਸ ਚੱਲ ਰਿਹਾ। ਉਹਦੇ ਵਿੱਚ ਪਹਾੜੀ ਕਿੱਕਰ ਕੱਢ ਕੇ ਆਪਾਂ ਸਾਰਾ ਜਿਹੜਾ ਸਿਸਟਮ ਹੈਗਾ ਉੱਥੇ ਉਹਨੂੰ ਕਰ ਰਹੇ ਹਾਂ। ਬਾਕੀ ਇੱਕ ਥੋੜ੍ਹੀ ਹੋਰ ਸਵਾਲ ਪੁੱਛਿਆ ਸੀ ਵੀ ਇਹ ਜਿਹੇ ਕਿਹੜੇ ਦਰੱਖਤ ਜਿਹੜੇ ਆਪਣੇ ਲੁਪਤ ਹੋਣ ਦੇ ਤਦਾਰ 'ਤੇ, ਮੈਂ ਦੱਸ ਦੇਣਾ ਉਹ ਵੀ ਬਹੁਤ ਇੰਪੋਰਟੈਂਟ ਆ ਜੀ। ਦੇਖੋ ਸਾਡੇ ਕੋਲ ਫਲਾਹੀ ਦਾ ਦਰੱਖਤ ਸੀਗਾ, ਹੁਣ ਸਾਡੇ ਨਹੀਂ ਦਿਖਦਾ। ਫਲਾਹੀ ਦਾ ਜ਼ਬਰਦਸਤ ਲੱਕੜ ਮੰਦੀ ਉਸ ਟਾਈਮ ਮੰਦੀ ਜਾਂਦੀ ਸੀ ਪੁਰਾਣੇ ਸਮੇਂ 'ਚ। ਉਹਦੀ ਕਦੇ 12 ਸਾਲ ਬਾਅਦ ਆਰਾ ਵੀ ਨਹੀਂ ਵੱਢਦਾ ਸੀਗਾ, ਇਹ ਜਿਹਾ ਸੀਗਾ। ਰਹੂੜੀ ਦੀ ਮੈਂ ਗੱਲ ਕੀਤੀ, ਇੱਕ ਵਨ ਸੀ, ਇੱਕ ਪੀਲੂ ਸੀ, ਉਹ ਸਾਡੇ ਬਿਲਕੁਲ ਹੁਣ ਟਾਵੇਂ ਟੱਲੇ ਸਾਡੇ ਆਹ ਮਾਨਸਾ ਬਠਿੰਡਾ ਬੈਲਟ ਵਿੱਚ ਰਹਿ ਗਏ ਆ। ਅਤੇ ਉਸ ਤੋਂ ਬਾਅਦ ਸਾਡਾ ਜਿਹੜਾ ਲਸੂੜਾ ਸੀ, ਲਸੂੜਾ ਸਾਡਾ ਉਹ ਬਿਲਕੁਲ ਹੀ ਅਸੀਂ ਬਚਪਨ 'ਚ ਜਦੋਂ ਅਸੀਂ ਈਵਨ ਕਾਪੀਆਂ ਨੂੰ ਵੀ ਗੂੰਦ ਦੇ ਤੌਰ 'ਤੇ ਵਰਤ ਲੈਂਦੇ ਸੀ, ਮਿੱਠਾ ਹੁੰਦਾ ਸੀ। ਸਾਡੇ ਲੰਗ ਪਿੰਡ ਖਿਰਨੀ ਦਾ ਸਾਹਿਬ ਗੁਰਦੁਆਰਾ ਸਾਹਿਬ ਮਸ਼ਹੂਰ ਆ ਖਿਰਨੀ ਦਰੱਖਤ ਨਾਲ, ਉਹ ਖਿਰਨੀਆਂ ਹੁੰਦੀ ਸਾਡੇ। ਹੁਣ ਵੀ ਸਾਡੇ ਫਤਿਹਗੜ੍ਹ ਸਾਹਿਬ ਦੇ ਕੁਛ ਏਰੀਏ 'ਚ ਕੁਛ ਵੱਡੀਆਂ ਖਿਰਨੀਆਂ ਖੜੀਆਂ। ਮਤਲਬ ਕਹਿੰਦਾ ਅੰਬ ਹੁੰਦੇ ਸਾਡੇ, ਅੰਬਾਂ ਦੇ ਬਾਗ ਹੁੰਦੇ, ਸਾਰੇ ਅੰਬਾਂ ਦੇ ਬਾਗ ਅਸੀਂ ਸਾਰੇ ਉਜਾੜਤੇ ਮਤਲਬ। ਅਤੇ ਉਹ ਦੇਸੀ ਅੰਬ ਸੀ ਸਾਡੇ, ਮਤਲਬ ਕਹਿੰਦਾ ਮਸ਼ਹੂਰ ਸੀਗੇ ਸਾਡਾ। ਅਤੇ ਇਸ ਤਰ੍ਹਾਂ ਕਰਕੇ ਜਿਹੜੇ ਸਾਡੇ ਬਹੁਤ ਹੀ ਪੁਰਾਤਨ ਰੁੱਖ ਜਿਹੜੇ ਸਾਡੇ ਸੀਗੇ, ਸਾਡੇ ਹੱਥੋਂ ਸਾਡੇ ਅੱਖਾਂ ਦੇ ਸਾਹਮਣੇ ਸਾਡੇ ਨਿਕਲ ਗਏ ਮਤਲਬ। ਪਰ ਪਰਮਾਤਮਾ ਦੀ ਸਾਡੀ ਮਿਹਨਤ ਨਾਲੋਂ ਲਗਾਤਾਰ ਲੰਬੇ ਸਮੇਂ ਤੋਂ ਇੱਕ ਕਰਦੇ ਆਏ ਕੰਮ, ਔਰ ਅਸੀਂ ਇੰਨਾ ਕੁ ਸ਼ੁਕਰਗੁਜ਼ਾਰ ਹਾਂ ਰੱਬ ਦਾ, ਅਸੀਂ ਆਪਣੀ ਨਰਸਰੀ ਜਿਹਨੂੰ ਰੇਜ਼ ਮਤਲਬ ਤਿਆਰ ਕਰ ਪਾਏ ਹਾਂ। ਹੁਣ ਤਿਆਰ ਕਰਕੇ ਉਹਨੂੰ ਅਸੀਂ ਪੰਜਾਬ ਦੀ ਧਰਤੀ ਵਿੱਚ ਲਿਜਾਣ ਲੱਗੇ ਹਾਂ ਮਤਲਬ। ਅਤੇ ਮਤਲਬ ਕਹਿੰਦਾ ਉਹਦਾ ਸ਼ੁਕਰਗੁਜ਼ਾਰ ਕਰਦੇ ਆ ਪਰਮਾਤਮਾ, ਸਾਨੂੰ ਬਲ ਬਖਸ਼ਿਆ ਮਤਲਬ ਕਹਿਣ ਦਾ। ਕਿਉਂਕਿ ਦੇਖੋ ਸਾਡੇ ਇਹ ਜਿਹੜੇ ਰੁੱਖ ਜਿਵੇਂ ਫਲਾਈ ਸਾਹਿਬ ਗੁਰਦੁਆਰਾ, ਜੰਡ ਸਾਹਿਬ ਗੁਰਦੁਆਰਾ, ਰੇਰੂ ਸਾਹਿਬ ਗੁਰਦੁਆਰਾ, ਕਰੀਜ ਸਾਹਿਬ ਗੁਰਦੁਆਰਾ, ਤੁਸੀਂ ਦੇਖੋ ਗੁਰੂਆਂ ਨੇ ਕਿਸੇ ਸਮੇਂ ਘੋੜਾ ਬੰਨਿਆ, ਕਿਸੇ ਸਮੇਂ ਉਹਨਾਂ ਨੇ ਮਤਲਬ ਰੈਸਟ ਕੀਤੀ ਉੱਥੇ। ਮਤਲਬ ਉਹਨਾਂ ਦੇ ਨਾਂ 'ਤੇ ਸਾਡੇ ਗੁਰਦੁਆਰਾ ਸਾਹਿਬ ਹੋਣ, ਸਾਡੇ ਰੁੱਖ ਨਾ ਹੋਣ, ਇਹ ਬਹੁਤ ਮਤਲਬ ਕਹਿਣ ਦਾ ਸਾਡਾ ਇਹ ਤਰਾਸਦੀ ਸਾਡੀ ਹੈਗੀ ਆ। ਪਰ ਸਾਨੂੰ ਇਹ ਵੱਡੇ ਲੈਵਲ 'ਤੇ ਹੁਣ ਕਰਨਾ ਪੈਣਾ ਕੰਮ ਆਉਣ ਵਾਲੇ ਸਮੇਂ। ਜਿਵੇਂ ਹੁਣ ਅਸੀਂ ਤਾਂ ਇਹ ਸਲੋ ਸ਼ੁਰੂ ਕੀਤਾ ਸੀ, ਸਾਇੰਸ ਤੋਂ ਇਹੀ ਸਿੱਖਿਆ ਸਾਡੀ PhD ਤੋਂ, ਐਕਸਪੈਰੀਮੈਂਟ ਨੂੰ ਤੁਸੀਂ ਸਲੋ ਲਾਉਣਾ ਪਹਿਲਾਂ। ਜੋ ਤੁਹਾਡਾ ਐਕਸਪੈਰੀਮੈਂਟ ਕਾਮਯਾਬ ਹੋ ਗਿਆ ਉਹਨੂੰ ਕਿੱਡੇ ਮਰਜ਼ੀ ਵੱਡੇ ਸਕੇਲ 'ਤੇ ਲਾ ਲਓ। ਹੁਣ ਅਸੀਂ
1 ਮਿਲੀਅਨ ਰੁੱਖ ਤੱਕ ਪਿਛਲੇ ਹਫ਼ਤੇ ਪਹੁੰਚਿਆ। ਹੁਣ ਅਗਲਾ ਸਾਲ ਅਸੀਂ ਇਕੱਠਾ ਹੀ ਇੱਕ 10 ਲੱਖ ਦਾ ਪਲਾਨ ਕਰ ਰਹੇ ਹਾਂ, ਮਤਲਬ 10 ਲੱਖ ਤੋਂ ਵੱਧ ਕਿੰਨੇ ਮਰਜ਼ੀ ਲੱਗ ਜਾਣ, 10 ਲੱਖ ਅਸੀਂ ਮਿਨੀਮਮ ਲਾ ਰਹੇ ਹਾਂ, ਤਾਂ ਕਿ ਜਿਹੜਾ ਹੁਣ ਉਹ ਸਮੋਲ ਸਕੇਲ ਦਾ ਸਿਸਟਮ ਸੀ ਹੁਣ ਮਾਸ ਸਕੇਲ ਵੱਲ ਨੂੰ ਜਾਵੇ। ਤੇ ਪੰਜਾਬ ਦੀ ਧਰਤੀ ਜਿਹੜੀ ਹੈਗੀ ਆ ਉਹ ਇਹਦੇ ਵਿਰਾਸਤੀ ਰੁੱਖਾਂ ਨਾਲ ਭਰਾਂਗੇ। ਤੁਸੀਂ ਦੇਖੋ ਰਿਜ਼ਲਟ ਕਿੰਨਾ ਜ਼ਬਰਦਸਤ ਨਿਕਲੇਗਾ। ਦਾ ਮਤਲਬ ਤੁਸੀਂ ਪਰਮਾਤਮਾ ਮਿਹਰਬਾਨ ਹੋ ਜਾਊਗਾ ਜੋ ਅਸੀਂ ਸਮਝ ਪਾਏ ਹੁਣ ਤੱਕ, ਜੋ ਜਿੰਨਾ ਵੀ ਮੈਂ ਕੰਮ ਕੀਤਾ ਇਹ ਤੁਹਾਡੀ ਮਿਹਰਬਾਨੀ ਹੋਊਗੀ ਰੱਬ ਦੀ। ਦੇਖੋ ਤੁਸੀਂ ਚੇਂਜ ਦੇਖੋ ਕਿੰਨਾ ਪਰਮਾਤਮਾ ਸਭ ਨੂੰ ਬਲ ਬਖਸ਼ੂਗਾ ਇਹਨਾਂ ਨੂੰ ਲਾਉਣ ਦਾ। ਤਾਂ ਇਸ ਤਰ੍ਹਾਂ ਕਰਕੇ ਚੱਲ ਰਿਹਾ ਜੀ। ਡਾਕਟਰ ਸਾਹਿਬ ਨਾਲ ਹੀ ਅੱਗੇ ਤਕਨੀਕ ਬਾਰੇ ਵੀ ਪਲੀਜ਼। ਹਾਂਜੀ ਤਕਨੀਕ ਦੇਖੋ ਜੀ, ਤਕਨੀਕ ਕੀ ਹੈ? ਹਾਂਜੀ ਦੇਖੋ ਇੱਕ ਨਾ ਜੰਗਲ ਜਿਹੜਾ ਲਾਉਣਾ ਹੁੰਦਾ, ਜੰਗਲ ਕਹਿਣਾ ਬਹੁਤ ਆਸਾਨ ਆ, ਇਹਦਾ ਤੁਹਾਨੂੰ ਇੱਕ ਟੈਕਨੋਲੋਜੀ ਡਿਵੈਲਪ ਕਰਨੀ ਪੈਂਦੀ ਆ। ਉਹ ਟੈਕਨੋਲੋਜੀ ਹੁੰਦੀ ਜਿਵੇਂ ਆਪਾਂ ਨੂੰ ਜੋ ਅਸੀਂ ਜਿਹੜਾ ਮਾਡਲ ਬਣਾਇਆ ਉਹਨੂੰ ਸੋਸ਼ਲ ਫੋਰੈਸਟਰੀ ਮਾਡਲ ਕਹਿੰਦੇ, ਕਿਉਂਕਿ ਪਿੰਡਾਂ ਦੇ ਹਰ ਛੋਟੇ ਜੰਗਲ ਤੋਂ ਲੈ ਕੇ ਹੁਣ ਅਸੀਂ ਮਤਲਬ ਕਹਿੰਦਾ 1 ਕਨਾਲ ਤੋਂ ਲੈ ਕੇ 20 ਕਿੱਲਿਆਂ ਤੱਕ ਜੰਗਲ ਲਾਏ ਆ। ਮਤਲਬ 20 ਕਿੱਲਿਆਂ ਤੱਕ ਅਸੀਂ ਜਲੰਧਰ ਲਾ ਕੇ ਹਟੇ ਆ, ਬਿਲਕੁਲ ਬਿਆਸ ਦੇ ਬਿਲਕੁਲ ਕੰਢੇ 'ਤੇ ਕਿਸੇ ਪਰਸਨਲ ਲੈਂਡ ਕਿਸੇ ਉਹ ਮੈਡੀਟੇਸ਼ਨ ਸੈਂਟਰ ਬਣਾ ਰਿਹਾ ਉੱਥੇ ਲਾਇਆ। ਦੇਖੋ ਇਹਨੂੰ ਲਾਉਣ ਦੀ ਤਕਨੀਕ ਵੀ ਅਸੀਂ ਜੋ ਸੋਚਿਆ ਇਹਨੂੰ ਹਰ ਦਰਖਤ ਨੂੰ ਇੱਕ ਸਨਲਾਈਟ ਪਹੁੰਚਣੀ ਚਾਹੀਦੀ ਆ। ਜਦੋਂ ਤੁਹਾਡਾ ਮੰਨ ਲਓ ਤੁਸੀਂ ਇੱਕ ਜੰਗਲ ਕ੍ਰੀਏਟ ਕਰ ਰਹੇ ਹੋ, ਉਸ ਵਿੱਚ ਤੁਹਾਨੂੰ ਦੇਖਣਾ ਪੈਣਾ ਵੀ ਕਿਹੜੀ ਸਪੀਸ਼ੀਜ਼ ਫਾਸਟ ਆ, ਕਿਹੜੀ ਸਪੀਸ਼ੀਜ਼ ਸਲੋ ਆ, ਕਿਹੜੇ ਫਲ ਨੂੰ ਕਿੰਨੀ ਰੋਸ਼ਨੀ ਚਾਹੀਦੀ ਆ, ਕਿਹੜੀ ਸ਼ਰਬ ਨੂੰ ਫੁੱਲਾਂ ਵਾਲੇ ਬੂਟਿਆਂ ਨੂੰ ਕਿੰਨੀ ਕੁ ਰੋਸ਼ਨੀ। ਉਹ ਅਸੀਂ ਫਿਰ ਇੱਕ ਡਿਜ਼ਾਈਨ ਬਣਾਇਆ, ਤੁਹਾਨੂੰ ਮੈਂ ਦੱਸਦਾ ਕਿਸ ਤਰ੍ਹਾਂ ਹੈਗਾ। ਬਹੁਤ ਇੰਟਰਸਟਿੰਗ ਆ। ਜਿਹੜਾ ਸਾਡਾ ਚੜ੍ਹਦਾ ਵਾਲਾ ਪਾਸਾ ਹੁੰਦਾ ਈਸਟ ਡਾਇਰੈਕਸ਼ਨ, ਉਹ 'ਚ ਅਸੀਂ ਫੁੱਲਾਂ ਵਾਲੇ ਬੂਟੇ ਅਤੇ ਸਲੋ ਗਰੋਇੰਗ ਸਟਾਰਟ ਕਰਦੇ ਹਾਂ। ਫਿਰ ਜਿਉਂ-ਜਿਉਂ ਸੂਰਜ ਸਾਊਥ ਵੱਲ ਨੂੰ ਘੁੰਮਦਾ ਉੱਥੇ ਜਾ ਕੇ ਸਾਰਾ ਸਾਡੇ ਫਲਾਂ ਵਾਲੇ ਬੂਟੇ ਆ ਜਾਂਦੇ ਆ, ਨਿੰਮ ਆ ਜਾਂਦੀ ਹੈ, ਤਾਂ ਕਿ ਜਿੰਨੇ ਵੀ ਸਲੋ ਗਰੋਇੰਗ ਸਪੀਸ਼ੀ ਸਾਰੀਆਂ ਆ ਜਾਂਦੀਆਂ, ਤਾਂ ਕਿ ਜਿੰਨੀ ਵੀ ਜ਼ਰੂਰਤ ਸਨਲਾਈਟ ਨੂੰ ਉਹ ਸਾਰੀ ਉਹ ਲੈ ਲੂਗੀ। ਉਸ ਤੋਂ ਜਿਉਂ ਅਸੀਂ ਵੈਸਟ ਅਤੇ ਨਾਰਥ ਵੱਲ ਨੂੰ ਜਦੋਂ ਸ਼ਬਦੇ ਵੱਲ ਨੂੰ ਜਾਂਦੇ ਆ, ਉੱਥੇ ਸਾਰੇ ਲੰਬੇ ਦਰਖਤ ਜਿਹਨੂੰ ਕੋਈ ਲੋੜ ਨਹੀਂ ਵਾਲੀ ਸਨਲਾਈਟ ਦੀ, ਫਾਸਟ ਗਰੋਇੰਗ ਹੁੰਦੇ ਆ, ਮਤਲਬ ਇੱਕਦਮ ਭੱਜਦੇ ਉੱਪਰ ਨੂੰ, ਤਾਂ ਉਹ ਦਰਖਤ ਅਸੀਂ ਉਸ ਡਾਇਰੈਕਸ਼ਨ 'ਚ ਲਾਉਂਦੇ ਹਾਂ। ਹੁਣ ਤੁਸੀਂ ਦੇਖੋ ਇੱਕ ਪੌੜੀ ਨੂੰਮਾ ਇੱਕ ਸਿਸਟਮ ਬਣਦਾ, ਜਿਸ ਦਰਖਤ ਨੂੰ ਜਿੰਨੀ ਕੁ ਲੋੜ ਆ ਉੱਥੇ ਰੋਸ਼ਨੀ ਦੀ ਉਨੀ ਉਹਨੂੰ ਮਿਲ ਰਹੀ ਆ, ਅਤੇ ਜੰਗਲ ਸਾਡਾ ਕੰਮ। ਦੂਸਰੀ ਇੱਕ ਲਾਸਟ ਇੱਕ ਬਹੁਤ ਇੰਪੋਰਟੈਂਟ ਗੱਲ ਆ, ਇੱਕ ਯੂਰਪ ਦੇ ਵਿੱਚ ਜਿਹੜੀ ਫੋਰਨ ਕੰਟਰੀਆਂ ਬਹੁਤ ਸਾਰਾ ਰਿਸਰਚ ਕਰ ਰਹੇ ਵੀ ਪਲਾਂਟ ਆਪਣੇ ਕਮਿਊਨੀਕੇਸ਼ਨ ਕਿਵੇਂ ਕਰਦੇ ਆ, ਉੱਥੇ ਬਹੁਤ ਵੱਡੀ ਰਿਸਰਚ ਚੱਲ ਰਹੀ ਉੱਥੇ। ਅਤੇ ਅਸੀਂ ਇੱਕ ਜਿਹੜਾ ਕਨਸੈਪਟ ਨਾਲ ਲਾਂਚ ਕੀਤਾ ਕਿ ਕਮਿਊਨਿਟੀ ਬਣਾਈ ਹੈ ਦਰਖਤਾਂ ਦੀ ਇਹਦੇ ਵਿੱਚ, ਇਸ ਮਾਡਲ ਦੇ ਰਾਹੀਂ। ਕਮਿਊਨਿਟੀ ਮਤਲਬ ਜੇ ਨਿੰਮ ਲਾਉਣੀ, ਨਿੰਮ ਦੇ 15-20 ਬੂਟੇ ਲਾਵਾਂਗੇ ਇਸ ਉੱਤੇ। ਜੇ ਫਲਾਹੀ ਲਾਉਣੀ ਹੈ ਤਾਂ ਫਲਾਹੀ ਦਾ ਇੱਕ ਪੈਚ ਲੱਗ ਰਿਹਾ। ਤਾਂ ਹਾਂਜੀ, ਸੋ ਸਾਡੇ ਦਰਮਿਆਨ ਸਾਡੇ ਇਸ ਹਲਕੇ ਦੇ ਵਿਧਾਇਕ ਸੁਖਬੀਰ ਸਿੰਘ ਜੀ ਮੈਸਰਖਾਨਾ ਪਹੁੰਚੇ ਆ, ਉਹਨਾਂ ਦਾ ਨਿੱਘਾ ਸਵਾਗਤ ਅੱਜ ਦੇ ਮੁੱਖ ਮਹਿਮਾਨ ਨੇ। ਬਹੁਤ ਬਹੁਤ ਜੀ ਆਇਆਂ, ਨਿੱਘਾ ਸਵਾਗਤ ਸਮੁੱਚੀ ਟੀਮ ਨੂੰ। ਉਹਨਾਂ ਨਾਲ ਬਹੁਤ ਵੱਡੀ ਟੀਮ ਸਾਡੇ ਦਰਮਿਆਨ ਪਹੁੰਚੀ ਹੈ, ਸੋ ਉਹਨਾਂ ਨੂੰ ਜੀ ਆਇਆਂ, ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਡਾਕਟਰ ਸਾਹਿਬ ਬਿਲਕੁਲ ਇਹ ਗੱਲ ਹੈਗੀ ਆ ਕਿ ਪੰਜਾਬ ਦੇ ਵਿੱਚ ਕਿਸੇ ਟਾਈਮ ਤਰਵੈਣੀ ਦਾ ਵੀ ਰਿਵਾਜ ਹੁੰਦਾ ਸੀ। ਤਰਵੈਣੀ ਬੜੀ ਹੁੰਦੀ ਸੀ, ਝੋਨੇ ਨੇ ਖੇਤਾਂ ਦੇ ਖੇਤ ਦਰਖਤਾਂ ਦੇ ਵਿਹਲੇ ਕਰਤੇ। ਇਹ ਕਿਉਂ ਹੋਇਆ, ਕਿਵੇਂ ਵਾਪਰਿਆ ਡਾਕਟਰ ਸਾਹਿਬ, ਇਹ ਜ਼ਰੂਰ ਦੱਸੋ, ਕਿਉਂਕਿ ਤਰਵੈਣੀ ਵਾਲਾ ਰਿਵਾਜ ਸਾਡੇ ਖਤਮ ਹੋ ਗਿਆ। ਹੁਣ ਜੇ ਕਿਤੇ ਬੈਠਣਾ ਪੈਂਦਾ ਜਾਂ ਤਾਂ ਇਹ ਹੈ ਵੀ ਕਿਸੇ ਨੇ ਸਰਕਾਰੀ ਸੜਕ ਦੇ ਉੱਤੇ ਕੋਈ ਦਰਖਤ ਬੈਠਾ ਖੇਤ ਵਾਲਾ, ਉਹਦੀ ਛਾਂ ਕਣੀ ਭੱਜਦਾ, ਅਤੇ ਜਾਂ ਫਿਰ ਕੋਈ ਹੋਰ ਪ੍ਰਬੰਧ ਕਰਕੇ ਲੈ ਕੇ ਜਾਂਦਾ। ਮਤਲਬ ਖੇਤਾਂ 'ਚ ਵੀ ਬਹੁਤ ਵੱਡਾ ਲੇਜ਼ਰ ਕਰਾਹੇ ਨੇ ਵੀ ਬਹੁਤ ਵੱਡਾ ਉਹ ਕੀਤਾ, ਇਹਦੇ 'ਚ ਰੋਲ ਅਦਾ ਕੀਤਾ। ਦੇਖੋ ਇਸ ਤਰ੍ਹਾਂ ਜੀ, ਇਹ ਬਹੁਤ ਹੀ ਵਧੀਆ ਸਵਾਲ ਆ। ਇਸ ਮੈਂ ਦੱਸਣਾ ਚਾਹੂੰਗਾ ਜੋ ਸਾਡੀ ਹਰੀ ਕ੍ਰਾਂਤੀ ਆ, ਇਸ ਜ਼ਰੂਰ ਅਸੀਂ ਦੇਸ਼ ਲਈ ਇੱਕ ਫੂਡ ਬਾਉਲ ਦੇ ਤੌਰ 'ਤੇ ਕੰਮ ਕੀਤਾ, ਪਰ ਜਿਹੜਾ ਸਾਡਾ ਨੁਕਸਾਨ ਉਹਨੇ ਸਾਡਾ ਬਹੁਤ ਵੱਡਾ ਕੀਤਾ। ਕਿਉਂਕਿ ਸਾਡੇ ਜਿਵੇਂ ਅਸੀਂ ਬਜ਼ੁਰਗਾਂ ਨਾਲ ਗੱਲ ਕਰ, ਜਿੰਨੇ ਸਾਡੇ ਟਿੱਬੇ ਸੀ ਸਾਰੇ ਟਿੱਬਿਆਂ 'ਚ ਜੰਗਲ ਹੀ ਸੀਗੇ, ਸਾਰੇ ਇੱਧਰ ਜਾਂਦੇ ਸੀ, ਸਾਰਾ ਜੰਗਲਾਂ ਨਾਲ ਭਰੇ ਹੋਏ ਸੀ, ਮੋਹਾਲੀ ਤੋਂ ਲੈ ਕੇ ਸਾਰਾ ਜਿੰਨਾ ਸਾਡਾ ਜੰਗਲਾਂ ਥੱਲੇ ਸੀਗਾ। ਹੌਲੀ ਹੌਲੀ ਅਸੀਂ ਉਹਨੂੰ ਖੇਤੀ ਦੇ ਸੰਦ ਨਵੇਂ ਆਏ, ਬੀਜ ਨਵੇਂ ਆਏ, ਉਹਨੂੰ ਫਿਰ ਅਸੀਂ ਕੱਢਣਾ ਸ਼ੁਰੂ ਕੀਤਾ। ਸਾਡੇ ਜੜ੍ਹਾਂ ਉਹਨਾਂ ਦੀਆਂ ਹਲਾਂ 'ਚ ਫਸਣ ਲੱਗ ਗਈਆਂ। ਉਹ ਸਾਰਾ ਦੇਖਦੇ ਹੋਏ ਸਾਡਾ ਆਪਣੇ ਅੱਖਾਂ ਸਾਹਮਣੇ ਅਸੀਂ ਸਾਰਾ ਉਹ ਜਿਹੜਾ ਸਾਡਾ ਵਿਰਾਸਤ ਸੀਗੀ ਅਸੀਂ ਕੱਢਿਆ। ਅਤੇ ਫਿਰ ਉਸ ਤੋਂ ਬਾਅਦ ਸਾਨੂੰ ਛਾਂ ਨੇ ਬਹੁਤ ਗੜਬੜ ਕੀਤੀ ਵੀ ਸਾਨੂੰ ਛਾੜਾ ਮਾਰ ਰਿਹਾ, ਉਸ ਦੇ ਨਾਲ ਵੀ ਬਹੁਤ ਵੱਡੇ ਲੈਵਲ ਦਾ ਸਾਡੀ ਰੋਡਾਂ ਤੋਂ ਨੁਕਸਾਨ ਹੋਇਆ। ਫਿਰ ਸਾਡੀਆਂ ਲਿੰਕ ਰੋਡਾਂ ਬਣੀਆਂ, ਹਾਈਵੇ ਬਣੇ, ਜਿਉਂ-ਜਿਉਂ ਸਾਡੀ ਤਰੱਕੀ ਹੋਈ ਉਹਨੇ ਵੀ ਸਾਡਾ ਬਹੁਤ ਵੱਡਾ ਨੁਕਸਾਨ ਕੀਤਾ। ਅਤੇ ਇਹ ਜਿਹੜਾ ਨੁਕਸਾਨ ਆ, ਇਹ ਇੰਨਾ ਕੁ ਵੱਡਾ ਨੁਕਸਾਨ ਹੁਣ ਹੋ ਚੁੱਕਿਆ, ਅਤੇ ਸਾਡਾ ਰਕਬਾ ਜਿਹੜਾ ਕਰੰਟਲੀ ਪੰਜਾਬ ਦਾ ਸਭ ਤੋਂ ਲੋਐਸਟ ਆ, 3.7% ਜੰਗਲ ਦਾ, ਉਹ ਸਾਰੀਆਂ ਸਟੇਟਾਂ ਨਾਲੋਂ ਥੱਲੇ ਆ, ਮਤਲਬ ਪੰਜਾਬ ਦਾ ਰਕਬਾ। ਅਤੇ ਪਰ ਉਸ ਤੋਂ ਬਾਅਦ ਦੂਜੀ ਤਰਾਸਦੀ ਇਹ ਹੋਈ ਵੀ ਇਹਦਾ ਚਲੋ ਹੋ ਗਿਆ ਜੋ ਹੋਣਾ ਸੀਗਾ, ਪਰ ਹੁਣ ਲਾ ਕੀ ਰਹੇ ਹਾਂ, ਇਹ ਬਹੁਤ ਵੱਡਾ ਇੱਕ ਮੁੱਦਾ ਹੈਗਾ। ਅਸੀਂ ਰੋਡ ਸਾਈਡ ਕੀ ਲਾ ਰਹੇ ਹਾਂ, ਸਾਨੂੰ ਦੇਖਣਾ ਪੈਣਾ ਸਾਡੇ ਵਿਰਾਸਤੀ ਰੁੱਖ ਲੱਗ ਰਿਹਾ। ਹੁਣ ਮੰਨ ਲਓ ਇੱਕ ਮਾਨਸਾ ਤੋਂ ਬਠਿੰਡਾ ਇੱਕ ਸਾਡਾ ਹਾਈਵੇ ਬਣਿਆ, ਉਹ ਦੇਖਣਾ ਪੈਣਾ ਉਹਦੇ 'ਚ ਪਹਿਲਾਂ ਸਾਡੇ ਕੋਲ ਕਿਹੜੇ ਰੁੱਖ ਸੀਗੇ, ਹੁਣ ਅਸੀਂ ਡਿਪਾਰਟਮੈਂਟ ਕੀ ਲਾ ਰਿਹਾ, ਤਾਂ ਉਸ 'ਤੇ ਸਾਨੂੰ ਕੰਮ ਕਰਨਾ ਪੈਣਾ। ਮਤਲਬ ਜੇ ਉਹੀ ਸਾਡੀਆਂ ਪੁਰਾਣੀਆਂ ਕਿਸਮਾਂ ਨਹੀਂ ਲੱਗਦੀਆਂ, ਅਸੀਂ ਗਲਤ ਰਸਤੇ 'ਚ ਜਾ ਰਹੇ ਹਾਂ। ਮਤਲਬ
ਇਸ ਤਰ੍ਹਾਂ ਕਰਕੇ ਸਾਨੂੰ ਹਰ ਏਰੀਏ ਦਾ ਜਿਹੜਾ ਰੁੱਖ ਆ ਥੋੜ੍ਹਾ ਵੇਰੀ ਕਰਦਾ ਹੈਗਾ। ਜਿਵੇਂ ਅੰਬ ਇੱਧਰਲੇ ਪਾਸੇ ਨਹੀਂ ਹੁੰਦਾ, ਸਾਡੇ ਅੰਬਾਂ ਦੇ ਬਾਗ ਸਾਡੇ ਹੁਸ਼ਿਆਰਪੁਰ ਸਾਈਡ ਮਸ਼ਹੂਰ ਸੀ, ਉੱਥੇ ਲਾ ਸਕਦੇ ਹਾਂ ਆਪਾਂ। ਇਸ ਕਰਕੇ ਸਾਨੂੰ ਦੇਖਣਾ ਪੈਣਾ ਜਦੋਂ ਅਸੀਂ ਨਵਾਂ ਕੋਈ ਕ੍ਰੀਏਟ ਕਰ ਰਹੇ ਹਾਂ ਜਾਂ ਜੰਗਲ ਆ ਜਾਂ ਰੋਡ ਸਾਈਡ ਡਿਵੈਲਪ ਕਰ ਰਹੇ ਹਾਂ, ਹਾਈਵੇ ਡਿਵੈਲਪ ਹੋ ਰਹੇ ਆ, ਉਹਦੇ ਸਾਈਡ 'ਤੇ ਪਲਾਂਟੇਸ਼ਨ ਕੀ ਹੋ ਰਿਹਾ, ਬਹੁਤ ਇੰਪੋਰਟੈਂਟ ਮੁੱਦਾ ਹੈਗਾ ਜੀ। ਦੱਸ ਬਿਲਕੁਲ, ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਵਿੱਚੋਂ ਜੇ ਆਪਾਂ ਗੱਲ ਕਰੀਏ ਕਿਸੇ ਸਮੇਂ 'ਤੇ ਤਿਤਲੀਆਂ, ਭੰਬਰੇ, ਮਧੂਮੱਖੀਆਂ ਇਹਨਾਂ ਰੁੱਖਾਂ 'ਤੇ ਅਕਸਰ ਆਪਦੇ ਛੱਤੇ ਲਾ ਲਿਆ ਕਰਦੀਆਂ ਸੀ। ਅੱਜ ਇਹ ਸਾਰਾ ਕੁਝ ਨਦਾਰਦ ਹੋ ਗਿਆ ਕਿਉਂਕਿ ਮਧੂਮੱਖੀਆਂ ਪੰਜਾਬ ਦੀ ਜਿਹੜੀ ਕਿਸਾਨੀ ਹੈ ਉਹਦੀ ਪੈਦਾਵਾਰ 'ਚ ਲਗਭਗ 24% ਹਿੱਸਾ ਪਾਉਂਦੀਆਂ ਪਰ ਪਰਾਗਣ ਨਾਲ। ਤਾਂ ਕੀ ਇਹ ਜਿਹੜੇ ਰੁੱਖ ਤੁਸੀਂ ਲਾ ਰਹੇ ਹੋ ਕਿ ਉਹਨਾਂ ਜਿਹੜੇ ਪਰਜੀਵੀ ਅਜੀਬ ਸੀ ਸਾਡੇ, ਉਹਨਾਂ ਨੂੰ ਕੋਈ ਫਾਇਦਾ ਮਿਲਦਾ ਹੈ? ਬਿਲਕੁਲ ਜੀ, ਦੇਖੋ ਇਸ ਤਰ੍ਹਾਂ ਇਹਦੇ ਵਿੱਚ ਅਸੀਂ ਸੰਭਾਲੂ, ਮਹਿੰਦੀ, ਚਾਂਦਨੀ, ਹਮੇਲੀਆ ਜਿਹੜੇ ਇਹ ਦਰਖਤ ਅਸੀਂ ਈਸਟ ਟਰੈਕ ਜਿਵੇਂ ਦੱਸਦਾ ਆ ਰਿਹਾ, ਫੁੱਲਾਂ ਵਾਲੇ ਸਾਲੇ ਨਿੰਬੂ ਜਾਤੀ ਤੋਂ ਲੈ ਕੇ ਇਹ ਸਾਰੇ ਫਲਾਂ ਵਾਲੇ ਦਰਖਤ ਲੱਗਦੇ ਜੰਗਲਾਂ 'ਚ। ਤੁਸੀਂ ਦੇਖੋ ਜਦੋਂ ਇਹ ਫਲਾਵਰ ਕਰਦਾ, ਹੁਣ ਅਸੀਂ ਜਦੋਂ ਜੰਗਲ ਅਸੀਂ ਵਿਜ਼ਿਟ ਕਰਦੇ ਹਾਂ ਆਪਦੇ, ਉਸ ਪੈਚ ਦੇ ਵਿੱਚ ਤੁਹਾਨੂੰ ਤਿਤਲੀਆਂ ਦਿਖਣਗੀਆਂ, ਮੱਖੀਆਂ ਦਿਖਣਗੀਆਂ ਕਿਉਂਕਿ ਉਹਨੂੰ ਫੁੱਲ ਮਿਲ ਰਿਹਾ ਉੱਥੇ। ਸਾਡਾ ਜਿਹੜਾ ਅੱਜ ਜੇ ਸਾਡੇ ਸੰਸਾਰ ਵਿੱਚੋਂ ਜੇ ਮਧੂਮੱਖੀਆਂ ਖਤਮ, ਸਾਡਾ ਇੱਕ ਦਿਨ ਵੀ ਅਸੀਂ ਸਰਵਾਈਵ ਨਹੀਂ ਕਰ ਸਕਦੇ। ਇਸ ਲਈ ਜਿਹੜੀਆਂ ਇਹ ਜਿਹੜੇ ਜੰਗਲ ਹੁੰਦੇ ਆ, ਇਹਨਾਂ ਦਾ ਜਿਹੜਾ ਇੱਕ ਸੀਜ਼ਨ ਤੋਂ ਲੈ ਕੇ ਐਂਡ ਤੱਕ ਫੁੱਲ ਆਉਂਦਾ ਰਹਿੰਦਾ, ਤਾਂ ਉਸ ਜੰਗਲਾਂ ਦੇ ਵਿੱਚ ਤੁਹਾਨੂੰ ਫੁੱਲ ਹਰ ਟਾਈਮ ਕਿਸੇ ਨਾ ਕਿਸੇ ਫਾਰਮ 'ਚ ਮਿਲਦਾ ਰਹਿੰਦਾ। ਇਹ ਜਿਹੜੀ ਸਾਡਾ ਪੋਲੀਨੇਸ਼ਨ ਹੈਗੀ, ਜਿਹੜੀ ਪੋਲੀਨੇਸ਼ਨ ਵਾਸਤੇ ਬਹੁਤ ਜ਼ਬਰਦਸਤ ਚੀਜ਼ ਹੈ। ਇਹ ਆਪਣੇ ਪਿੰਡ ਲਾਵਾਂਗੇ ਤਾਂ ਬਹੁਤ ਇਹਦਾ ਵੈਲਿਊ ਮਿਲੇਗੀ। ਹਾਂਜੀ ਡਾਕਟਰ ਸਾਹਿਬ, ਬਿਲਕੁਲ ਇਹੀ ਗੱਲ ਕਿ ਕੁਝ ਕੁ ਦਰਖਤਾਂ ਬਾਰੇ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਪ੍ਰਚਾਰ ਹੋਇਆ, ਖਾਸ ਕਰਕੇ ਕਲੋਨ ਵਿਧੀ ਨਾਲ ਸਫੈਦਾ ਲੱਗਿਆ ਪੰਜਾਬ 'ਚ, ਉਹ ਤੋਂ ਪੋਲੀਨੇਸ਼ਨ ਨਹੀਂ ਹੁੰਦੀ। ਇਸੇ ਤਰ੍ਹਾਂ ਬਰਮਾ ਡੇਕ, ਬਰਮਾ ਨਿੰਮ, ਉਹ ਜਿਹੜੇ ਰੁੱਖ ਸੀ ਉਹਨਾਂ ਨੇ ਵੀ ਮੇਰੇ ਖਿਆਲ 'ਚ ਵਿਰਾਸਤੀ ਰੁੱਖਾਂ ਦਾ ਨੁਕਸਾਨ ਕੀਤਾ। ਉਹ ਕਿਹੜੇ ਰੁੱਖ ਨੇ ਜਾਂ ਉਹਨਾਂ ਦੀ ਜਗ੍ਹਾ 'ਤੇ ਕਿਹੜੀ ਪਲਾਂਟੇਸ਼ਨ ਹੈ ਜਿਹੜੀ ਕੀਤੀ ਜਾਣੀ ਚਾਹੀਦੀ ਹੈ? ਦੇਖੋ ਇਸ ਤਰ੍ਹਾਂ ਜੀ, ਸਾਡੇ ਦੇਖੋ ਕਿੱਥੇ ਇਹ ਬੇਸ ਹੋਣਾ ਚਾਹੀਦਾ ਇੰਡਸਟਰੀ। ਜਿਵੇਂ ਮੰਨ ਲਓ ਆਪਣਾ ਹੁਸ਼ਿਆਰਪੁਰ ਸਾਈਡ ਆਪਾਂ ਜਾਂਦੇ ਹਾਂ, ਇੱਧਰ ਜਲੰਧਰ ਸਾਈਡ ਸਾਨੂੰ ਉੱਥੇ ਇੰਡਸਟਰੀ ਹੈਗਾ ਲੱਕੜ ਦੀ, ਉੱਥੇ ਚਲੋ ਮੰਨ ਲਓ ਤੁਸੀਂ ਪੋਪੂਲਰ ਲਾਉਂਦੇ ਹੋ, ਸਫੈਦਾ ਲਾਉਂਦੇ ਆ, ਪਰ ਅਲਟੀਮੇਟਲੀ ਇਹ ਨਹੀਂ ਹੈਗਾ ਵੀ ਸਾਰਾ ਸਫੈਦਾ ਜਿਸ ਤਰ੍ਹਾਂ ਆਪਣਾ ਪਾਣੀ ਦਾ ਸਤਰ ਥੱਲੇ ਜਾ ਰਿਹਾ। ਇਹ ਜਿਹੜੀਆਂ ਵੈਰਾਈਟੀਆਂ ਹੁੰਦੀਆਂ ਕਾਫੀ ਵੱਡੇ ਲੈਵਲ 'ਤੇ ਇਹ ਪਾਣੀ ਨੂੰ ਪੰਪ ਅਪ ਕਰਦੀਆਂ ਹੈਗੀਆਂ। ਸਾਡਾ ਬਹੁਤ ਵੱਡਾ ਕਿਸੇ ਸਮੇਂ ਸੇਮ ਕਰਕੇ ਲਾਇਆ, ਪਰ ਉਹ ਸਾਡਾ ਹੁਣ ਰਿਜ਼ਲਟ ਦਾ ਕਾਫੀ ਨੈਗੇਟਿਵ ਜਾ ਰਿਹਾ। ਅਤੇ ਦੂਸਰੀ ਗੱਲ, ਮੈਂ ਪਹਾੜੀ ਕਿੱਕਰ ਦੀ ਗੱਲ ਕੀਤੀ ਹੈ। ਪਹਾੜੀ ਕਿੱਕਰ ਸਾਡੇ ਵੱਡੇ ਲੈਵਲ 'ਤੇ ਸਾਡੀਆਂ ਬੀੜਾਂ, ਸਾਡੇ ਜੰਗਲੀ, ਸਾਡਾ ਸਾਰਾ ਪਿੰਡਾਂ ਦੀਆਂ ਜਿੰਨੀਆਂ ਵੀ ਸਾਰਾ ਸਿਸਟਮ ਸੀਗਾ ਉਹ ਖਾਇਆ ਪਿਆ ਉਹਨਾਂ ਨੇ। ਤੁਸੀਂ ਇਹਦਾ ਛੱਡੋ, ਤੁਸੀਂ ਫਾਜ਼ਿਲਕਾ ਜਾਓਗੇ, ਅਬੋਹਰ ਜਾਓਗੇ, ਤੁਹਾਨੂੰ ਉਹੀ ਦਿਖੂਗੀ। ਤੁਸੀਂ ਮੈਂ ਹੈਰਾਨ ਹੋ ਗਿਆ, ਤੁਸੀਂ ਪਲਾਟਾਂ ਵਿੱਚ ਵੀ ਪਹਾੜੀ ਕਿੱਕਰ ਉੱਗੀ, ਹੋਰ ਛੱਡੋ ਕਿਹੜਾ, ਨੈਚੁਰਲ ਵੈਜੀਟੇਸ਼ਨ ਹੈ ਹੀ ਨਹੀਂ। ਅਤੇ ਸਾਡਾ ਜਿਹੜਾ ਕੰਢੀ ਬੈਲਟ ਹੈਗਾ ਵੀ ਦੱਸਣਾ ਬਹੁਤ ਜ਼ਰੂਰੀ ਆ। ਜਿਹੜਾ ਸਾਡਾ ਕੰਢੀ ਬੈਲਟ ਹੈ, ਉਹਨੇ ਲੰਟਾਨਾ ਦੀ ਮਾਰਚ ਬਹੁਤ ਵੱਡਾ ਆ। ਜਿਹੜਾ ਲੰਟਾਨਾ ਇੱਕ ਸਪੀਸ਼ੀ ਜਿਹੜਾ ਫੁੱਲਾਂ ਦੀ ਉਹ ਵੱਧਦੀ ਰਹਿੰਦੀ ਹੈ ਬਹੁਤ ਜ਼ਿਆਦਾ, ਉਹਨੇ ਸਾਡਾ ਜਿਵੇਂ ਪਹਾੜੀ ਕਿੱਕਰ ਨੇ ਸਾਡਾ ਇੱਧਰ ਨੁਕਸਾਨ ਕੀਤਾ, ਲੰਟਾਨਾ ਨੇ ਸਾਡਾ ਪੂਰਾ ਕੰਢੀ ਬੈਲਟ ਖਾਈ ਪਈ ਹੈ। ਇਹ ਜਿਹੜੀਆਂ ਵੈਰਾਈਟੀਆਂ ਸਾਡੇ ਪੰਜਾਬ ਨੂੰ ਨੁਕਸਾਨਦਾਇਕ ਰਹੀਆਂ, ਪਰ ਇਹਦਾ ਹੱਲ ਹੈਗਾ ਸਾਡਾ ਵਿਰਾਸਤੀ ਰੁੱਖ। ਇਹ ਸਾਨੂੰ ਆਪਾਂ ਨੂੰ ਉਹ ਪ੍ਰਮੋਟ ਕਰਨੇ ਪੈਣੇ ਆ। ਤਾਂ ਉਹ ਜਦੋਂ ਲਾਵਾਂਗੇ, ਸਾਡਾ ਜਿਹੜਾ ਸਿਸਟਮ ਹੈਗਾ, ਸਾਡਾ ਰੇਨ ਦਾ ਪੈਟਰਨ ਜਿਹੜਾ ਹੈਗਾ ਸਿਸਟਮ ਸਾਡਾ, ਇਹ ਪਰਮਾਤਮਾ ਨੇ ਆਪਣੇ ਸਾਨੂੰ ਬਲ ਬਖਸ਼ ਦੇਣਾ ਹੈਗਾ। ਸਾਡੀ ਸੋਇਲ ਦਾ ਮਾਈਕਰੋ ਫਲੋਰਾ ਹੋ ਗਿਆ, ਸਾਡੀ ਮਧੂਮੱਖੀਆਂ ਅਤੇ ਤਿਤਲੀਆਂ ਹੋ ਗਈਆਂ, ਜਿੰਨਾ ਵੀ ਸਾਡੀ ਸੋਇਲ ਦੇ ਵਿੱਚ ਜਿਹੜਾ ਹੁਣ ਅਸੀਂ ਦੇਖੋ ਆਪਣੀ ਕਰੰਟਲੀ ਸੋਇਲ ਜਿਹੜੀ ਹੈਗੀ ਆ, ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ, ਜਿਹੜੇ ਆਰਗੈਨਿਕ ਖੇਤੀ ਕਰਦੇ ਆ ਜਾਂ ਉਹਨੂੰ ਪਤਾ ਵੀ ਇੱਕ ਨਸ਼ੇ 'ਤੇ ਆ। ਨਸ਼ੇ 'ਤੇ ਮੇਰਾ ਕਹਿਣ ਦਾ ਮਕਸਦ ਹੈ ਵੀ ਆਪਾਂ ਜੇ ਕੋਈ ਰੇ ਸਪਰੇ ਨਹੀਂ ਕਰਾਂਗੇ, ਸਾਡੇ ਕੁਛ ਨਹੀਂ ਮਿਲਣਾ ਹੈਗਾ। ਤਾਂ ਉਹ ਜਿਹੜਾ ਸਿਸਟਮ ਆ ਉਹ ਆਪਾਂ ਨੂੰ ਕਰਨ ਵਾਸਤੇ ਵਿਰਾਸਤੀ ਰੁੱਖਾਂ ਵੱਲ ਨੂੰ ਵਾਪਸ ਆਉਣਾ ਪੈਣਾ। ਡਾਕਟਰ ਸਾਹਿਬ, ਇੱਕ ਇਹਦੇ ਨਾਲ ਹੀ ਜੋੜ ਕੇ ਸਵਾਲ ਇਹ ਹੈ ਕਿ ਸਰਕਾਰ ਵੱਲੋਂ ਵੀ ਪਿਛਲੇ ਸਮੇਂ 'ਚ ਜਿਹੜੇ ਵੱਡੇ ਰੋਡ ਨਿਕਲੇ, ਉਹਦੇ 'ਤੇ ਕਨੇਰ ਦਾ ਪੌਦਾ ਲੱਗਿਆ, ਅਤੇ ਸੋਸ਼ਲ ਮੀਡੀਆ 'ਤੇ ਇੱਕ ਆਮ ਭਰਮ ਹੈ ਕਨੇਰ ਬਹੁਤ ਜ਼ਹਿਰੀਲਾ ਹੈ ਅਤੇ ਹਵਾ 'ਚ ਵੀ ਜ਼ਹਿਰ ਘੋਲਦਾ ਹੈ। ਇਹ 'ਚ ਕਿੰਨੀ ਕੁ ਸੱਚਾਈ ਹੈ? ਦੇਖੋ ਇਸ ਤਰ੍ਹਾਂ ਜੀ, ਪਹਿਲੀ ਗੱਲ ਤਾਂ ਕਨੇਰ ਦਾ ਡਿਵਾਈਡਰ 'ਤੇ ਲਾਉਣ ਦਾ ਮਕਸਦ ਕੀ ਹੈ ਉਹ ਮੈਂ ਦੱਸਣਾ ਚਾਹੂੰਗਾ। ਇੱਕ ਆਪਣੀ ਜਦੋਂ ਰਾਤ ਨੂੰ ਆਪਾਂ ਮੂਵ ਕਰਦੇ, ਆਪਣੀਆਂ ਲਾਈਟਾਂ ਪੈਂਦੀਆਂ, ਜੇ ਆਪਾਂ ਇੱਧਰੋਂ ਜਾਂਦੇ ਹਾਂ ਉੱਧਰੋਂ ਜਾਂਦੇ ਹਾਂ, ਉਹਨੂੰ ਰਿਫਲੈਕਸ਼ਨ ਨੂੰ ਰੋਕਣ ਵਾਸਤੇ ਕਨੇਰ ਲਾਈ ਜਾਂਦੀ ਹੈ, ਪਹਿਲਾ ਪੁਆਇੰਟ। ਦੂਜਾ ਪੁਆਇੰਟ, ਕਨੇਰ ਜਿਹੜੀ ਹੈਗੀ ਹੈ ਇਹ ਸਾਡੇ ਜਿਹੜਾ ਪਾਣੀ ਬਹੁਤ ਘੱਟ ਮੰਗਦੀ ਹੈ। ਤੁਹਾਡੀ ਜਿਹੜੀ ਸਰਵਾਈਵ ਇਹ ਈਜ਼ੀਲੀ, ਹੋਰ ਕੋਈ ਤੁਸੀਂ ਲਾ ਕੇ, ਅਸੀਂ ਸਾਰਾ ਐਕਸਪੈਰੀਮੈਂਟ ਲਾਇਆ ਹੈ, ਹੋਰ ਕੋਈ ਵੈਰਾਈਟੀ ਸਕੋ ਕਿ ਜਦੋਂ ਗੱਡੀ 100 ਦੀ ਸਪੀਡ 'ਤੇ ਨਿਕਲਦੀ ਆ, ਉਹ ਇੰਨਾ ਡਰਾਈਨੈਸ ਕਰ ਦਿੰਦੀ ਏਰੀਆ ਨੂੰ, ਤੁਹਾਡਾ ਹੋਰ ਕੋਈ ਪਲਾਂਟ ਗਰੋ ਨਹੀਂ ਕਰ ਪਾਉਂਦਾ। ਚੌਥੀ ਜਿਹੜੀ ਆਪਣੀ ਹਵਾ 'ਚ ਜ਼ਹਿਰ ਘੋਲ ਦਿੰਦੀ ਆ, ਉਹ ਜਿਹੜਾ ਹੈਗਾ ਉਹ ਬਿਲਕੁਲ ਗਲਤ ਆ। ਦੇਖੋ ਨੋ ਡਾਊਟ, ਜੇ ਕਨੇਰ ਨੂੰ ਆਪਾਂ ਪੱਤੇ ਨੂੰ ਖਾਵਾਂਗੇ ਜ਼ਹਿਰ ਆ, ਉਹ ਕੋਈ ਦਿੱਕਤ ਨਹੀਂ, ਪਰ ਪੁਆਇੰਟ ਇਹ ਹੈ ਵੀ ਅਸੀਂ ਇਹਦੇ ਸੀਡ ਜਦੋਂ ਧਰਤੀ 'ਤੇ ਡਿੱਗਦੇ ਆ, ਇਹਦਾ ਫਰੂਟ ਡਿੱਗਦਾ, ਅਸੀਂ ਉਹਨੂੰ ਗਲਦੇ ਦੇਖਿਆ। ਜੇ ਕੁਦਰਤ ਨੂੰ ਗਾਲ ਰਹੀ ਆ ਉਹਦੇ ਸੀਡ ਨੂੰ, ਜਦੋਂ ਪਨਪ ਰਹੀ ਹੈ, ਡੈਟ ਮੀਨਸ ਉਹ ਕੋਈ ਨੁਕਸਾਨਦਾਇਕ। ਦੂਸਰੀ ਗੱਲ, ਆਯੁਰਵੈਦ ਦੇ ਵਿੱਚ ਇਹਦੀ ਬਹੁਤ ਜ਼ਿਆਦਾ ਵੈਲਿਊ ਆ।
ਇੰਪਿਓਰ ਫਾਰਮ 'ਚ ਬਹੁਤ ਟੌਕਸਿਕ ਆ, ਜਿਹਦੇ ਐਕਸਟਰੈਕਟ ਕੱਢ ਕੇ ਵਰਤਾਂਗੇ ਕੋਹੜ ਵਰਗੀਆਂ ਬਿਮਾਰੀਆਂ ਨੂੰ, ਸਕਿਨ ਦੀ ਡਿਜ਼ੀਜ਼ ਨੂੰ ਵੀ ਇਹ ਠੀਕ ਕਰਦੀ ਹੈ। ਮਤਲਬ ਇਹੋ ਜਿਹੀ ਕੋਈ ਗੱਲ ਨਹੀਂ ਜੀ, ਕੋਈ ਇਹ ਦਿੱਕਤ ਨਹੀਂ ਸਾਡੇ ਪੰਜਾਬ ਲਈ, ਕੋਈ ਮਾੜੀ ਨਹੀਂ, ਪਰ ਇਹਨੂੰ ਕੰਜ਼ਿਊਮ ਨਹੀਂ ਕਰਨਾ। ਅਸੀਂ ਘਰੇ ਲਾਉਣ ਤੋਂ ਗੁਰੇਜ਼ ਕਰੋ, ਕਿਉਂਕਿ ਬੱਚੇ ਕਈ ਵਾਰ ਐਨ ਪੱਤਾ ਤੋੜ ਕੇ ਮੂੰਹ 'ਚ ਪਾ ਦੇਣ, ਉਹ ਚੀਜ਼ ਥੋੜ੍ਹੀ ਜਿਹੀ ਆਪਾਂ ਨੂੰ ਗੁਰੇਜ਼ ਕਰਨੀ ਆ। ਅਦਰਵਾਈਜ਼ ਕੁਦਰਤ ਦਾ ਇਹ ਬਹੁਤ ਵਧੀਆ ਨਿਆਮ ਸਾਨੂੰ ਦਿੱਤਾ ਹੋਇਆ, ਜਿਹੜੇ ਇੰਨੀ ਹਾਈ ਜਿਹੜੀ ਰੋਡ 'ਤੇ ਇਹ ਸਹਿਣ ਕਰਦੀ ਹੈ ਸਭ ਨੂੰ, ਅਤੇ ਮੈਡੀਸਨ ਗੁਣ ਬਹੁਤ ਜ਼ਿਆਦਾ ਹੈਗੇ। ਜੀ ਜੀ ਡਾਕਟਰ ਸਾਹਿਬ, ਬਿਲਕੁਲ ਇੱਕ ਤੁਹਾਡਾ ਇੱਕ ਹੋਰ ਪ੍ਰੋਜੈਕਟ ਹੈਗਾ, ਚਲੋ ਇਹ ਤਾਂ ਹੋ ਗਈ ਰੁੱਖਾਂ 'ਤੇ, ਆਪਾਂ ਇਹਦੇ ਨਾਲ ਨਾਲ ਆਡੀਅנס ਦੇ ਵੀ ਸਵਾਲ ਲਵਾਂਗੇ, ਕਿਉਂਕਿ ਉਹਨਾਂ ਦੇ ਮਨਾਂ 'ਚ ਵੀ ਕੁਛ ਪਿਆ ਹੋਊਗਾ ਇਹ ਵਿਰਾਸਤ ਦੇ ਰੁੱਖਾਂ ਦੇ ਬਾਰੇ ਵੀ। ਤਾਂ ਰਾਊਂਡ ਗਲਾਸ ਫਾਊਂਡੇਸ਼ਨ ਰੁੱਖਾਂ ਤੋਂ ਜੰਗਲ ਲਾਉਣ ਤੋਂ ਇਲਾਵਾ ਕੂੜੇ ਕਰਕਟ 'ਤੇ ਵੀ ਕੋਈ ਜਿਹੜਾ ਪ੍ਰੋਜੈਕਟ ਹੈ ਪਿੰਡਾਂ 'ਚੋਂ ਸ਼ੁਰੂ ਕੀਤਾ, ਕਿਰਪਾ ਕਰਕੇ ਉਹ ਵੀ ਸਾਂਝਾ ਕਰਿਓ। ਹਾਂਜੀ ਦੇਖੋ ਜੀ, ਇਸ ਤਰ੍ਹਾਂ ਹੈਗਾ, ਜਿਹੜੀ ਕੂੜੇ ਦੀ ਸਮੱਸਿਆ ਹੈਗੀ ਆ ਅੱਜ ਕੱਲ੍ਹ ਦੇ ਸਮੇਂ 'ਚ ਬਹੁਤ ਵੱਡੇ ਲੈਵਲ 'ਤੇ ਪਹੁੰਚ ਚੁੱਕੇ, ਕਿਉਂਕਿ ਸਾਡੀ ਰਹਿਣੀ ਬਹਿਣੀ, ਸਾਡਾ ਖਾਣਾ ਪੀਣਾ, ਸਾਡਾ ਸਾਰਾ ਬਦਲ ਚੁੱਕਿਆ। ਅਸੀਂ ਵੈਸਟਰਨ ਕੰਟਰੀ ਵੱਲ ਸੋਸ਼ਲ ਮੀਡੀਆ ਕਰਨ ਹੋਣ ਕਰਕੇ ਅਸੀਂ ਫੋਰਨ ਕੰਟਰੀ ਵੱਲ ਦੇਖਦੇ ਹਾਂ, ਉਸ ਤਰ੍ਹਾਂ ਅਸੀਂ ਉਸ ਤਰ੍ਹਾਂ ਦਾ ਖਾਣਾ ਪੀਣਾ ਬਣਾ ਲਿਆ, ਉਸ ਤਰ੍ਹਾਂ ਦਾ ਆਪਾਂ ਸਿਸਟਮ ਬਣਾ ਲਿਆ। ਇਸ ਲਈ ਜਿਹੜੇ ਸ਼ਹਿਰਾਂ ਦੇ ਢੇਰ ਆਪਾਂ ਕਿਸੇ ਸਮੇਂ ਦੇਖਦੇ ਸੀ, ਹਰ ਸ਼ਹਿਰ ਜਾਓਗੇ ਤੁਹਾਨੂੰ ਢੇਰ ਮਿਲਣਗੇ ਕੂੜੇ ਦੇ, ਇੱਧਰ ਡਿੱਗਿਆ ਉੱਧਰ ਡਿੱਗਿਆ, ਸਾਨੂੰ ਆਸੇ ਪਾਸੇ ਜਿੰਨੀ ਵੀ ਡਰੇਨ ਜਾ ਰਹੀਆਂ ਸਾਰਾ ਤੁਹਾਨੂੰ ਚੋਕ ਮਿਲਣਗੀਆਂ, ਪਲਾਸਟਿਕ ਲਿਫਾਫੇ। ਪਰ ਉਹ ਤਾਂ ਗੱਲ ਸ਼ਹਿਰ ਦੀ ਕੀਤੀ, ਹੁਣ ਤੁਸੀਂ ਪਿੰਡ ਵੱਲ ਨੂੰ ਆ ਜਾਓ। ਪਿੰਡ ਵੱਲ ਦੇ ਵਿੱਚ ਇਹ ਹਾਲਾਤ ਹੋ ਗਿਆ ਵੀ ਸਾਡੇ ਪਿੰਡਾਂ 'ਚ ਪਲਾਸਟਿਕ ਦੀ ਐਂਟਰੀ ਆ, ਪਰ ਐਗਜ਼ਿਟ ਕੋਈ ਨਹੀਂ, ਸਮਝਣਾ ਪੈਣਾ। ਔਰ ਸ਼ਹਿਰਾਂ ਦੇ ਵਿੱਚ, ਜਿਵੇਂ ਪਟਿਆਲੇ ਸ਼ਹਿਰ ਤੋਂ ਆਇਆ, ਪਟਿਆਲੇ ਦੇ ਵਿੱਚ ਸਨੌਰੀ ਐਡਾ ਮਸ਼ਹੂਰ ਹੈ ਅਤੇ ਡੰਪ ਜਾਂਦਾ, ਪਰ ਸਾਡੇ ਪਿੰਡਾਂ ਦਾ ਟੋਭਾ ਤੁਸੀਂ ਸੋਚ ਕੇ ਦੇਖੋ ਕਿਹੜਾ ਹੋ ਸਕਦਾ। ਸਾਡਾ ਪਿੰਡਾਂ ਦੇ ਜਿਹੜੇ ਡੰਪ ਸਾਈਡ ਆ, ਟੋਭੇ ਆ ਸਾਡੇ ਇੱਥੇ, ਜਿੰਨੇ ਵੀ ਬੰਦੇ ਬੈਠੇ ਸਾਰੇ ਅੱਜ ਆਪਣਾ ਜੇ ਕੋਸ਼ਿਸ਼ ਕਰੋ ਉਹਦੇ ਪਿੰਡ ਦੇ ਟੋਭੇ ਨੂੰ ਮਾੜੇ ਨਿਗਾਹ ਮਾਰ ਕੇ ਦੇਖੋ, ਸਾਡੇ ਉਹ ਡੰਪ ਸਾਈਟ ਆ। ਜਿੰਨਾ ਵੀ ਕੂੜਾ ਸਾਡਾ, ਚਾਹੇ ਉਹ ਸੀਵਰੇਜ ਰਾਹੀਂ ਹੋਇਆ, ਚਾਹੇ ਉਹ ਹਵਾ 'ਚ ਉੱਡ ਕੇ ਪਲਾਸਟਿਕ ਪਾਉਂਦਾ, ਸਾਡਾ ਉਹ ਇਸ ਟਾਈਮ ਕਾਲੇ ਹੋ ਚੁੱਕਿਆ। ਕਿਸੇ ਸਮੇਂ ਆਪਾਂ ਪਸ਼ੂ ਨਵਾਉਣ ਦੇ ਆਪਾਂ ਕੰਮ ਵਰਤੇ ਸੀ, ਹੁਣ ਸਾਡਾ ਉਹ ਨਹੀਂ ਸਮਾਂ ਰਿਹਾ। ਇਸ ਨੂੰ ਵੀ ਅਸੀਂ ਫਿਰ ਡਿਜ਼ਾਈਨ ਕੀਤਾ ਫਾਊਂਡੇਸ਼ਨ ਵੱਲੋਂ। ਅਸੀਂ ਇੱਕ ਪ੍ਰੋਜੈਕਟ ਇਸ ਤਰ੍ਹਾਂ ਡਿਜ਼ਾਈਨ ਕੀਤਾ, ਤੁਹਾਨੂੰ ਫੁੱਲ ਇੱਕ ਪ੍ਰੋਜੈਕਟ ਫੁੱਲ ਸੋਲੂਸ਼ਨ ਆਉਂਦਾ, ਮਤਲਬ ਤਾਂ ਕੂੜੇ ਨੂੰ ਮੁਕਤ ਕਰਨ ਦਾ ਇੱਕ ਪ੍ਰੋਜੈਕਟ ਅਸੀਂ ਵੇਸਟ ਮੈਨੇਜਮੈਂਟ 'ਤੇ ਕਰ ਰਹੇ ਹਾਂ। ਅਤੇ ਹੁਣ ਤੱਕ ਅਸੀਂ ਤਕਰੀਬਨ 126 ਪਿੰਡ ਕਰ ਚੁੱਕੇ ਹਾਂ। ਜ਼ਰੂਰ ਇਹ 2019 'ਚ ਸ਼ੁਰੂ ਕੀਤਾ ਸੀ ਪ੍ਰੋਜੈਕਟ ਅਸੀਂ, ਇਹ ਸਿੱਧੂਵਾਲ ਪਿੰਡ ਸੀ ਪਟਿਆਲੇ ਦਾ, ਉੱਥੋਂ ਸ਼ੁਰੂ ਕਰਦੇ ਹੁਣ ਅਸੀਂ ਕਾਫੀ ਪਿੰਡਾਂ 'ਚ ਕਰ ਰਹੇ ਹਾਂ। ਤਾਂ ਉਹ ਜਿਹੜਾ ਹੈਗਾ ਉਹਦੇ ਵਿੱਚ ਮੈਂ ਥੋੜ੍ਹਾ ਜਿਹਾ ਬਰੀਫਲੀ ਦੱਸ ਦਿੰਦਾ ਵੀ ਕੀ ਕਰਦੇ ਹਾਂ। ਫਾਊਂਡੇਸ਼ਨ ਵੱਲੋਂ ਜਿਹੜਾ ਹੈਗਾ ਉਹਦੇ ਵਿੱਚ ਸਪੋਰਟ ਕੀਤੀ ਜਾਂਦੀ ਹੈ, ਡਸਟਬਿਨ ਘਰਾਂ ਨੂੰ ਅਵੇਅਰਨੈਸ ਵਾਸਤੇ, ਇੱਕ ਰੇਹੜੀ ਪ੍ਰਦਾਨ ਕਰਦੇ ਹਾਂ ਕੂੜਾ ਨੂੰ ਇਕੱਠਾ ਕਰਨ ਵਾਸਤੇ। ਤਾਂ ਉਸ ਤੋਂ ਬਾਅਦ ਇੱਕ ਪਾਸੇ ਉਸ ਗਿੱਲੇ ਕੂੜੇ ਦੇ ਤੋਂ ਖਾਦ ਤਿਆਰ ਹੁੰਦੀ ਹੈ, ਅਤੇ ਸੁੱਕੇ ਕੂੜੇ ਨੂੰ ਅਸੀਂ ਚੈਨਲ ਕਰਦੇ ਹਾਂ, ਉਹਦੇ ਪਾਈਪ ਇੰਡਸਟਰੀ 'ਚ ਪਹੁੰਚਾਉਂਦੇ ਹਾਂ, ਜਾਂ ਉਹ ਰੀਸਾਈਕਲ ਵਾਸਤੇ ਜਾਂਦਾ, ਪਲਾਸਟਿਕ ਰੀਸਾਈਕਲ ਹੋ ਜਾਂਦਾ, ਗੱਤਾ ਇੰਡਸਟਰੀ ਚਲਾ ਜਾਂਦਾ। ਇਸ ਤਰ੍ਹਾਂ ਕਰਕੇ ਜਦੋਂ ਤੁਸੀਂ ਜਿਹੜੇ ਛੋਟੇ ਪਿੰਡ ਆ 250 ਘਰਾਂ ਦੇ ਪਿੰਡ ਨੂੰ ਤੁਸੀਂ ਮਹੀਨੇ ਬਾਅਦ ਦੇਖੋਗੇ ਇਸ ਪ੍ਰੋਜੈਕਟ ਰਾਹੀਂ, ਤੁਹਾਨੂੰ ਕੋਈ ਵੀ ਜਿਹੜਾ ਕਾਗਜ਼ ਆ ਤੁਹਾਡੇ ਟੋਭੇ ਜਾਣਾ ਬੰਦ ਹੋ। ਸਾਡੇ ਗੁਰੂ ਸਾਹਿਬਾਨ ਨੇ ਬਹੁਤ ਇੱਕ ਮੁੱਖ ਭਾਗ ਦਿੱਤਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਉਹ ਜਿਹੜਾ ਹੈ ਢੁਕਮਾ ਇਹ ਪ੍ਰੋਜੈਕਟ ਲਈ। ਜਿਹਨੇ ਲਾਉਣਾ ਇਹ ਪ੍ਰੋਜੈਕਟ ਸਾਡੇ ਨਾਲ ਸੰਪਰਕ ਕਰ ਸਕਦੇ। ਇਹਦੇ ਵਿੱਚ ਇੰਨਾ ਕੁ ਜ਼ਰੂਰ ਆ ਵੀ ਥੋੜ੍ਹੀ ਜਿਹੀ ਫੰਡਿੰਗ ਹੈਗੀ ਆ, ਉਹ ਮਨਰੇਗਾ ਸਕੀਮ ਵੱਲੋਂ ਲੱਗਦੀ ਹੈ ਪਿੰਡਾਂ 'ਚ। ਤਾਂ ਉਹ ਕੰਪੋਸਟਿੰਗ ਯੂਨਿਟ ਤਿਆਰ ਕਰਦੇ ਆ ਪਿੰਡਾਂ ਦੇ ਵਿੱਚ, ਉਹ ਖਾਦ ਬਣਾਉਣ ਵਾਲੇ ਚੈਂਬਰ ਬਣਦੇ ਆ। ਉਹ ਜਿਹੜੇ ਚੈਂਬਰ ਤੁਸੀਂ ਮਨਰੇਗਾ ਵੱਲੋਂ ਬਣਾਓਗੇ, ਬਾਕੀ ਸਾਰਾ ਜਿਹੜੀ ਸਪੋਰਟ ਆ ਸਾਡੇ ਵੱਲੋਂ ਸਪੋਰਟ ਕੀਤੀ ਜਾਂਦੀ ਹੈ। ਤਾਂ ਇਸ ਪ੍ਰੋਜੈਕਟ ਰਾਹੀਂ ਪਿੰਡ ਬਿਲਕੁਲ ਸਾਫ਼ ਸੁਥਰਾ ਹੋ ਜਾਂਦਾ ਜੀ। ਮਤਲਬ ਹਾਂਜੀ ਡਾਕਟਰ ਸਾਹਿਬ, ਬਿਲਕੁਲ ਤੁਸੀਂ ਬਹੁਤ ਵੱਡਾ ਉਦਮ ਕਰ ਰਹੇ ਹੋ ਪਿੰਡਾਂ ਨੂੰ ਸਾਫ਼ ਸੁਥਰਾ ਕਰਨ ਦਾ। ਪਰ ਮੈਂ ਤਾਂ ਅਗਲਾ ਸਵਾਲ ਇਹ ਪੁੱਛੂੰ ਕਿ ਜਿਹੜੇ ਪਿੰਡਾਂ ਤੱਕ ਤੁਹਾਡੀ ਪਹੁੰਚ ਬਣਦੀ ਹੈ, ਪਿੰਡਾਂ 'ਚ ਯੂਥ ਕਲੱਬਾਂ ਹੁੰਦੀਆਂ, ਪਿੰਡਾਂ 'ਚ ਗ੍ਰਾਮ ਪੰਚਾਇਤਾਂ ਹੁੰਦੀਆਂ, ਉਹ ਸਹਿਯੋਗ ਕਰ ਵੀ ਰਹੀਆਂ ਕਿ ਟਾਲਾ ਵੜਦੀਆਂ ਇਸ ਕੰਮ ਤੋਂ? ਨਹੀਂ ਦੇਖੋ, ਇਸ ਤਰ੍ਹਾਂ ਜੀ ਮੈਂ ਜੋ ਸਮਝ ਪਾਇਆ, ਇਹ ਸਭ ਤੋਂ ਟਫ ਪ੍ਰੋਜੈਕਟ ਆ ਜਿਹੜਾ ਸੋਲਿਡ ਵੇਸਟ ਮੈਨੇਜਮੈਂਟ। ਪਲਾਂਟੇਸ਼ਨ ਦਾ ਫਿਰ ਵੀ ਸਾਨੂੰ ਆਸਾਨ ਲੱਗਦਾ, ਕਿਉਂਕਿ ਇਹਦੇ ਵਿੱਚ ਪੰਚਾਇਤ ਦੀ ਮਦਦ ਤੋਂ ਬਾਅਦ ਤੁਸੀਂ ਡੀਲ ਕਰਨਾ ਲੋਕਾਂ ਦੀ ਸੋਚ ਨਾਲ, ਲੋਕਾਂ ਦੇ ਦਿਮਾਗ ਨਾਲ ਡੀਲ ਕਰਨਾ। ਤੁਸੀਂ ਉਹਨੂੰ ਕਹਿਣਾ ਭਾਈ ਵੀ ਤੁਸੀਂ ਸੈਗਰੀਗੇਸ਼ਨ ਕਰਨੀ ਹੈ ਸੋਰਸ 'ਤੇ। ਜਦੋਂ ਤੁਸੀਂ ਕਹੋਗੇ ਇਹ ਹਰੀ ਬਾਲਟੀ ਤੁਸੀਂ ਗਿੱਲਾ ਪਾਉਣਾ ਅਤੇ ਨੀਲੀ 'ਚ ਸੁੱਕਾ ਪਾਉਣਾ, ਉੱਥੇ ਤੁਹਾਡਾ ਮਾਈਂਡ ਗੇਮ ਸ਼ੁਰੂ ਹੋ ਜਾਂਦੀ ਹੈ। ਮਤਲਬ ਉੱਥੇ ਫਿਰ ਤੁਹਾਨੂੰ ਲੋਕਾਂ ਨੂੰ ਲੱਗਦਾ ਇਹ ਤਾਂ ਸਾਨੂੰ ਔਖਾ। ਜਦੋਂ ਮੈਂ ਦੱਸਦਾ, ਜਦੋਂ ਅਸੀਂ ਸ਼ੁਰੂ ਕੀਤਾ ਮੈਂ ਆਪਣੀ ਲਾਈਫ ਦੇ ਵਿੱਚ, ਮੈਂ ਤਾਂ 17-18 ਤੋਂ ਹੀ ਉਦੋਂ ਪਹਿਲਾਂ ਹੀ ਕਰਦਾ ਸੀ। ਮੈਂ ਉਹਦੀ ਵਾਈਫ ਨੂੰ ਕਿਹਾ ਵੀ ਆਪਾਂ ਹੁਣ ਤੋਂ ਇਹ ਕੂੜੇ ਨੂੰ ਸੈਗਰੀਗੇਟ, ਆਪਾਂ ਘਰੇ ਖਾਦ ਬਣਾਉਣੀ ਆ। ਅਤੇ ਉਹ ਪੜ੍ਹੀ ਲਿਖੀ ਹੋਣ ਦੇ ਬਾਵਜੂਦ ਵੀ ਮਤਲਬ ਕਹਿੰਦਾ ਉਹਨੇ 2 ਦਿਨ ਮੈਨੂੰ ਪ੍ਰੋਟੈਸਟ ਕੀਤਾ ਵੀ ਮੈਂ ਹੁਣ ਇਹ ਅਲੱਗ ਕਰੂੰਗੀ। ਪਰ ਅਲਟੀਮੇਟਲੀ ਉਹਨੇ ਅਲੱਗ ਕੀਤਾ ਕੂੜਾ, ਅਤੇ ਹੁਣ ਮੈਂ ਆਪਦੀ ਖਾਦ ਵੀ ਤਿਆਰ ਕਰਦਾ, ਅਤੇ ਜਿੰਨਾ ਵੀ ਜਿਹੜਾ ਸੁੱਕਾ ਕੂੜਾ ਹੀ ਉਹ ਸਾਡਾ ਵੇਸਟ ਕਲੈਕਟਰ ਨੂੰ ਦੇ ਦਿੰਦੇ ਹਾਂ। ਪਰ ਤੁਸੀਂ ਇਹ ਸੋਚ ਕੇ ਦੇਖੋ, ਜੇ ਮੇਰੀ ਵਾਈਫ ਨੇ ਪੜ੍ਹੀ ਲਿਖੀ ਨੇ ਇਸ ਤਰ੍ਹਾਂ ਕੀਤਾ, ਤਾਂ ਪਿੰਡ ਦੇ ਵਿੱਚ ਤੁਸੀਂ ਦੇਖੋ ਕਿੰਨਾ ਸਾਡਾ ਜ਼ੋਰ ਲੱਗਿਆ। ਸਾਨੂੰ ਮਤਲਬ ਗਾਲਾਂ ਤੱਕ ਲੋਕਾਂ ਨੇ ਕੱਢੀਆਂ ਵੀ ਹੁਣ ਇਹ ਡਸਟਬਿਨ ਦੇਣਗੇ ਸਾਨੂੰ, ਹੁਣ ਇਹ ਸਾਡੇ ਤੋਂ 30-40 ਰੁਪਏ ਲੈਣਗੇ। ਅਤੇ ਬਹੁਤ ਵੱਡਾ ਇੱਕ ਇਹ ਹਾਰਡਸ਼ਿਪ ਆ ਜੇ ਇਹ। ਮੈਂ ਦੱਸਦਾ, ਅਸੀਂ ਤਾਂ ਚਲੋ ਕਿਉਂਕਿ ਅਸੀਂ ਪਹਿਲਾਂ ਜਦੋਂ PhD ਕਰਨ ਦੇ ਦੌਰਾਨ ਹੀ ਇੰਨੀ ਹਾਰਡਸ਼ਿਪ ਲੈ ਕੇ ਆ ਗਏ, ਮਤਲਬ
ਤਾਂ ਸਾਨੂੰ ਹੁਣ ਇਹ ਜਿਹੜੀਆਂ ਗੱਲਾਂ ਹੈਗੀਆਂ ਸਾਨੂੰ ਕੋਈ ਝੋਕਦੇ ਕੋਈ ਇੱਕ ਐਕਸਪੈਰੀਮੈਂਟ ਤੁਹਾਨੂੰ ਕਈ ਵਾਰ 100 ਵਾਰ ਰਿਪੀਟ ਕਰਨਾ ਪੈਂਦਾ PhD ਦੇ ਵਿੱਚ। ਤਾਂ ਇਹ ਜਿਹੜੇ ਐਕਸਪੈਰੀਮੈਂਟ ਸੀ ਉਸੇ ਤਰ੍ਹਾਂ ਲੈ ਕੇ ਚੱਲੇ ਵੀ ਇਹਨੂੰ ਰਿਪੀਟ ਕਰਨਾ ਪੈਣਾ, ਬਾਰ-ਬਾਰ ਲੋਕਾਂ ਕੋਲ ਜਾਣਾ ਪੈਣਾ, ਇਹ ਸਮਝਾਉਣਾ ਪੈਣਾ। ਪਰ ਹੁਣ ਕਾਮਯਾਬੀ ਸਾਨੂੰ ਮਿਲੀ ਆ। ਪਰ ਮੇਰੀ ਇੰਨੀ ਬੇਨਤੀ ਆ, ਆਪਾਂ ਪਿੰਡ ਨੂੰ ਸਾਫ਼ ਕਰਨ ਵਾਸਤੇ ਗੁਰੂਆਂ ਦੇ ਜਿਹੜੇ ਮੁੱਖ ਵਾਕ ਦਿੱਤਾ ਉਹਦੇ 'ਤੇ ਖਰੇ ਉਤਰਨ ਲਈ ਆਪਾਂ ਘੱਟੋ ਘੱਟ ਇਹ ਸੋਲਿਡ ਵੇਸਟ ਮੈਨੇਜਮੈਂਟ ਦਾ ਪ੍ਰੋਜੈਕਟ ਜ਼ਰੂਰ ਚਲਾਈਏ। ਤੁਹਾਡਾ ਜਿਹੜਾ ਵੇਸਟ ਮੈਨੇਜਮੈਂਟ ਦਾ ਪ੍ਰੋਜੈਕਟ ਹੋਊਗਾ ਤਾਂ ਤੁਹਾਡਾ ਸੀਵਰੇਜ ਦਾ ਸਿਸਟਮ ਹੈਗਾ ਤੁਹਾਡਾ ਬਿਲਕੁਲ ਚੋਕ ਨਹੀਂ ਹੋਊਗਾ, ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਜੇ ਤੁਸੀਂ ਉਹ ਕਰੋਗੇ। ਹਾਂਜੀ ਡਾਕਟਰ ਸਾਹਿਬ, ਬਿਲਕੁਲ ਪਿੰਡਾਂ 'ਚ ਤਾਂ ਜਿਹੜੇ ਛੱਪੜ ਕਿਸੇ ਵੇਲੇ ਲੋਕ ਤਾਰੀਆਂ ਲਾਉਂਦੇ ਸੀ, ਸਕੂਲੋਂ ਆਉਂਦੇ ਆਉਂਦੇ ਨੌਜਵਾਨ ਨਹਾਉਣ ਲੱਗ ਜਾਂਦੇ ਸੀ ਛੱਪੜਾਂ ਦੇ ਵਿੱਚ, ਅੱਜ ਉਹ ਗੰਦੇ ਨਾਲੇ ਬਣ ਗਏ ਆ, ਗੰਦੇ ਨਾਲੇ ਬਣ ਚੁੱਕੇ, ਡੰਪ ਸਾਈਡ ਹੋ ਗਿਆ ਸ਼ਹਿਰ ਦੇ। ਬਿਲਕੁਲ, ਉਹਦੇ ਨਾਲ ਇਸ ਮੁਹਿੰਮ ਨਾਲ ਤੁਹਾਡਾ ਉਹਨਾਂ ਚੀਜ਼ਾਂ ਤੋਂ ਵੀ ਨਿਜਾਤ ਮਿਲੂਗੀ। ਹੁਣ ਮੈਂ ਅਗਲਾ ਸਵਾਲ, ਕਿਉਂਕਿ ਸਮਾਂ ਕਾਫੀ ਨਿਕਲ ਗਿਆ, ਮੈਂ ਬੇਨਤੀ ਕਰਨੀ ਹੈ ਇਸ ਤੋਂ ਬਾਅਦ ਸਵਾਲਾਂ ਵਾਸਤੇ। ਉਸ ਤੋਂ ਪਹਿਲਾਂ ਮੈਂ ਜਾਣਨਾ ਚਾਹੁੰਦਾ ਕਿ ਇਹ ਜਿਹੜੇ ਸੁਣਨ ਵਾਲੇ ਲੋਕ ਹੈ, ਰਾਉਂਡ ਗਲਾਸ ਫਾਊਂਡੇਸ਼ਨ ਨਾਲ ਤੁਹਾਡੇ ਇਹਨਾਂ ਦੋਵਾਂ ਪ੍ਰੋਜੈਕਟਾਂ ਨੂੰ ਜੇ ਚਲਾਉਣਾ ਚਾਹੁੰਦੇ ਹੋਣ ਤਾਂ ਪਹੁੰਚ ਕਿਵੇਂ ਕਰਨਾ? ਹਾਂਜੀ ਦੇਖੋ, ਇਸ ਤਰ੍ਹਾਂ ਜੀ ਸਾਡਾ ਫਾਊਂਡੇਸ਼ਨ ਦਾ ਪੇਜ ਬਣਿਆ ਹੋਇਆ ਜੀ, ਇੱਕ ਫੇਸਬੁੱਕ ਪੇਜ ਆ, ਇੰਸਟਾਗ੍ਰਾਮ ਆ, ਸਾਡੀ ਵੈਬਸਾਈਟ ਆ। ਤੁਸੀਂ ਉੱਥੇ ਜਾ ਕੇ ਆਪਣਾ ਸੰਪਰਕ ਕਰ ਸਕਦੇ ਹੋ। ਕਿਸੇ ਨੇ ਜੰਗਲ ਲਾਉਣਾ, ਕਿਸੇ ਨੇ ਕੋਈ ਆਪਣੇ ਪਿੰਡ ਨੂੰ ਕੂੜਾ ਮੁਕਤ ਕਰਨ ਦਾ ਪ੍ਰੋਜੈਕਟ ਕਰਨਾ, ਉਹ ਆਪਾਂ ਸਾਡਾ ਸੰਪਰਕ, ਸਾਡੇ ਕੋਆਰਡੀਨੇਟਰ ਹੈਗੇ ਆ, ਜ਼ਿਲ੍ਹੇ ਵਾਈਜ਼ ਕੋਆਰਡੀਨੇਟਰ, ਉਹਨਾਂ ਨਾਲ ਵੀ ਸੰਪਰਕ ਕਰ ਸਕਦੇ ਹੋ। ਇਸ ਤਰ੍ਹਾਂ ਕਰਕੇ ਅਸੀਂ ਇੱਕ ਕਾਲ ਦੀ ਦੂਰੀ 'ਤੇ ਆ। ਜਸਟ ਤੁਹਾਨੂੰ ਮਨ ਦੇਖੋ, ਸੋਲਿਡ ਵੇਸਟ ਲਈ ਤਾਂ ਤੁਹਾਨੂੰ ਪੱਕੇ ਤੌਰ 'ਤੇ ਮਨ ਬਣਾ ਕੇ ਆਉਣਾ ਪੈਣਾ, ਕਿਉਂਕਿ ਔਖਾ ਪ੍ਰੋਜੈਕਟ ਆ, ਕਿਉਂਕਿ ਤੁਹਾਡਾ ਲੋਕਾਂ ਦੀ ਮਾਈਂਡ ਗੇਮ ਖੇਲਣਾ ਲੋਕਾਂ ਤੋਂ। ਇਸ ਲਈ ਆਪਾਂ ਕੂੜੇ ਜਿਹੜਾ ਇਕੱਠਾ ਕਰ ਉਹਦੀ ਤਨਖਾਹ ਵੀ ਕੱਢਣੀ ਹੈ ਪਿੰਡ ਦੇ ਲੋਕਾਂ ਤੋਂ ਪੈਸਾ ਲੈ ਕੇ, ਤਾਂ ਉਹ ਥੋੜ੍ਹਾ ਜਿਹਾ ਮਾਈਂਡ ਗੇਮ ਆ। ਜਿਹੜਾ ਬੰਦਾ ਤਕੜਾ ਹੈਗਾ, ਜਿਹੜਾ ਬੰਦਾ ਆਪਣੀ ਪੂਰੀ ਕੋਸ਼ਿਸ਼ ਕਰੋ ਸਾਡੇ ਵਾਂਗੂ ਲੜਨ ਦੀ ਕੋਸ਼ਿਸ਼ ਰੱਖੂਗਾ, ਉਹੀ ਇਹ ਪ੍ਰੋਜੈਕਟ ਕਰ ਪਾਊਗਾ। ਕਿਉਂਕਿ ਅਸੀਂ ਦੇਖਿਆ ਵੀ ਇਹ ਆਮ ਜਿਹੜੇ ਸਰਪੰਚ ਆ, ਆਮ ਉਹਦਾ ਸਿਸਟਮ ਹੈ ਨਹੀਂਗਾ ਜੀ। ਮੌੜ ਬਲਾਕ ਦੇ ਵਿੱਚ ਬੈਠੇ ਆ ਅਸੀਂ, ਮੌੜ 'ਚ ਬੈਠੇ, ਇੱਥੇ ਕੋਈ ਪਿੰਡ ਹੈਗਾ ਤੁਹਾਡੇ ਸੰਪਰਕ 'ਚ ਜਿਹਨੇ ਕੋਈ ਕੰਮ ਕੀਤਾ ਹੋਵੇ? ਹਾਂਜੀ, ਸਾਡਾ ਇੱਕ ਇੱਥੇ ਮੌੜ 'ਚ ਮਾਨਕ ਖਾਨਾ ਪਿੰਡ ਹੈ ਜੀ। ਮਾਨਕ ਖਾਨਾ ਦੀ ਜਿਹੜੀ ਸੈਕੰਡ ਯੰਗੈਸਟ ਸਰਪੰਚ ਆ ਆਪਣੀ ਸ਼ਸ਼ਨਦੀਪ ਕੌਰ, ਉਹਨਾਂ ਨੇ ਅਸੀਂ ਪ੍ਰੋਜੈਕਟ ਕੀਤਾ ਇਹ। ਉਹ ਕੁੜੀ ਦਾ ਪਹਿਲਾ ਪ੍ਰੋਜੈਕਟ, ਬਠਿੰਡੇ ਦਾ ਪਹਿਲਾ ਪ੍ਰੋਜੈਕਟ ਅਸੀਂ ਕੀਤਾ, ਉਹ ਵਧੀਆ ਚੱਲ ਰਿਹਾ ਪ੍ਰੋਜੈਕਟ। ਤਾਂ ਇਸ ਤਰ੍ਹਾਂ ਕਰਕੇ ਹੋਰ ਵੀ ਜੇ ਮੌੜ ਬਲਾਕ ਦੇ ਵਿੱਚ ਆਪਾਂ ਕਿਸੇ ਨੇ ਪ੍ਰੋਜੈਕਟ ਕਰਨਾ, ਤਾਂ ਸਭ ਤੋਂ ਪਹਿਲਾਂ ਟਾਰਗੇਟ ਤੁਸੀਂ ਸਭ ਤੋਂ ਪਹਿਲਾਂ ਐਡਮਿਨਿਸਟ੍ਰੇਸ਼ਨ ਨੂੰ ਮਿਲਣਾ ਜਾ ਕੇ ਵੀ ਅਸੀਂ ਇਹ ਪ੍ਰੋਜੈਕਟ ਕਰਨਾ ਚਾਹੁੰਦੇ ਆ। ਉਹ ਐਡਮਿਨਿਸਟ੍ਰੇਸ਼ਨ ਜਿਹੜੀ ਹੋਊਗੀ ਤੁਹਾਨੂੰ ਫੰਡਿੰਗ ਦੱਸੇ ਵੀ ਕਿੱਥੋਂ ਫੰਡਿੰਗ ਆਏਗੀ। ਇਹ ਮਨਰੇਗਾ 'ਚੋਂ, ਸਵੱਛ ਭਾਰਤ ਮਿਸ਼ਨ ਗ੍ਰਾਮੀਣ 2 'ਚੋਂ, ਅਤੇ 15ਵੇਂ ਵਿੱਤ ਕਮਿਸ਼ਨ ਅੱਜ ਕੱਲ੍ਹ ਟਾਈਡ ਗ੍ਰਾਂਟ 60% ਇਹ 'ਤੇ ਲਾਉਣਾ ਪੈਂਦਾ ਤੁਹਾਨੂੰ। ਉਹ ਸਾਰਾ ਜਿਹੜਾ ਫੰਡ ਤੁਸੀਂ ਇੱਕ ਵਾਰ ਚੈੱਕ ਕਰ ਲਓ। ਉਸ ਤੋਂ ਬਾਅਦ ਰੋਲ ਸਾਡਾ ਆਉਂਦਾ, ਜਿਹੜੀ ਸਾਡੀ ਰਿਕੁਆਇਰਮੈਂਟ ਅਸੀਂ ਪੂਰੀ ਕਰ ਦਾਂਗੇ, ਉਹਦੀ ਤਾਂ ਕੋਈ ਸਮੱਸਿਆ ਨਹੀਂ ਹੈਗੀ। ਡਾਕਟਰ ਸਾਹਿਬ, ਇੱਕ ਲਾਸਟ ਸਵਾਲ ਇਹ ਹੈਗਾ ਕਿ ਤੁਸੀਂ ਇੱਕ ਮੁਹਿੰਮ ਤੋਰੀ ਹੈ ਪੰਜਾਬ ਨੂੰ ਤੰਦਰੁਸਤ ਬਣਾਉਣ ਦੀ, ਸਮਾਜ ਨੂੰ ਤੰਦਰੁਸਤ ਬਣਾਉਣ ਦੀ। ਮੈਂ ਕਹਾਂ ਪੰਜਾਬ ਖਿੱਤਾ ਛੋਟਾ ਹੋ ਸਕਦਾ ਹੈ ਦੇਸ਼ 'ਚ, ਕਿਉਂਕਿ 1947 ਤੋਂ ਪਹਿਲਾਂ ਜਦੋਂ ਪੰਜਾਬ ਵੰਡ ਤੋਂ ਪਹਿਲਾਂ ਦੀ ਗੱਲ ਹੈ ਤਾਂ ਲਗਭਗ 24% ਤੋਂ ਉੱਪਰ ਜਿਹੜਾ ਰਕਬਾ ਸੀ ਇੱਥੇ ਜੰਗਲਾਤ 'ਚ। ਬਿਲਕੁਲ। ਪਰ ਘਟ ਕੇ ਅੱਜ ਜੇ 2019 ਦੀ ਰਿਪੋਰਟ ਚੈੱਕ ਕਰਦੇ ਆ ਤਾਂ ਇਹ ਰਕਬਾ ਘਟ ਕੇ ਸਿਰਫ 3% ਤੱਕ ਸਿਮਟ ਗਿਆ। ਹਾਲਾਂਕਿ ਇੰਗਲੈਂਡ ਦੀ ਆਪਾਂ ਜੇ ਕੈਨੇਡਾ ਦੀ ਜੇ ਗੱਲ ਕਰੀਏ ਤਾਂ ਉੱਥੇ ਅੱਜ ਵੀ ਇੱਕ ਸਟੇਟ ਹੈ ਬ੍ਰਿਟਿਸ਼ ਕੋਲੰਬੀਆ, ਉੱਥੇ 60% ਰਕਬਾ ਜਿਹੜਾ ਜੰਗਲਾਤ ਦੇ ਅਧੀਨ ਹੈ। ਤਾਂ ਪੰਜਾਬ 'ਚ ਇਹ ਹਾਲਾਤ ਇੱਕੋ ਦਮ ਤਾਂ ਸਿਰਜੇ ਨਹੀਂ ਗਏ ਨਾ। ਹਾਂਜੀ। ਤਾਂ ਮਤਲਬ 1947 ਤੋਂ ਬਾਅਦ ਦਾ ਜਿਹੜਾ ਇੱਕ ਹਾੜਾ ਚੱਲਿਆ, ਕਿਵੇਂ ਇਹਨੂੰ ਸਾਜ਼ਿਸ਼ ਦੇ ਅਧੀਨ ਇਹ ਸਾਰਾ ਕੁਝ ਵਾਪਰਿਆ, ਕੀ ਹੋਇਆ ਇਹ ਸਾਰਾ ਕੁਝ? ਦੇਖੋ ਜੀ, ਸਾਡਾ ਸਭ ਤੋਂ ਪਹਿਲਾਂ ਦੀ ਮੈਂ ਸਮਝਣਾ ਪੈਣਾ, ਮੈਂ ਪਹਿਲਾਂ ਵੀ ਗੱਲ ਕੀਤੀ, ਹਰੀ ਕ੍ਰਾਂਤੀ ਨੇ ਸਭ ਤੋਂ ਪਹਿਲਾਂ ਸਾਡਾ ਜ਼ਰੂਰ ਅਸੀਂ ਦੁਨੀਆ ਨੂੰ ਖਵਾਇਆ, ਆਪਣੇ ਦੇਸ਼ ਨੂੰ ਢਿੱਡ ਭਰਿਆ ਸੀ। ਪਰ ਮੈਂ ਦੱਸਾਂ, ਸਾਨੂੰ ਸਾਰੇ ਜ਼ਮੀਨਾਂ 'ਚੋਂ ਕੱਢਣੇ ਪਏ ਰੁੱਖ ਸਾਨੂੰ, ਕਿਉਂਕਿ ਸਾਡਾ ਆਪਣੇ ਬੀਜ ਨਵੇਂ ਆਏ, ਖੇਤੀ ਦੇ ਸੰਦ ਨਵੇਂ ਆਏ। ਫਿਰ ਸਾਡੇ ਅਨਪਲੈਨਡ ਤਰੀਕੇ ਨਾਲ ਪਹਾੜੀ ਕਿੱਕਰ ਇੰਟਰੋਡਿਊਸ ਹੋਈ ਕਿਸੇ ਸਮੇਂ 'ਚ, 90-92 'ਚ ਇਹ ਸਾਰਾ ਸਿਸਟਮ ਹੋਇਆ। ਉਦੋਂ ਬਹੁਤ ਵੱਡੇ ਸਕੇਲ 'ਤੇ ਇਹ ਸਾਡੀ ਹੁਣ ਪਹਾੜੀ ਕਿੱਕਰ ਨੇ ਸਾਡਾ, ਜਿਵੇਂ ਪਹਿਲਾਂ ਦੱਸਿਆ, ਕਬਜ਼ਾ ਕੀਤਾ। ਸਾਡੀਆਂ ਬੀੜਾਂ ਸਾਡੀਆਂ ਪਹਾੜੀ ਕਿੱਕਰ ਨੇ ਖਾਧੀਆਂ ਪਈਆਂ। ਸਾਡੇ ਪਿੰਡਾਂ ਦੇ ਜਿਹੜੇ ਪੁਰਾਤਨ ਜਿਹੜੀਆਂ ਝਿੜੀਆਂ ਹੁੰਦੀਆਂ ਸੀ ਉਹਦੇ ਵਿੱਚ ਵੀ ਸਾਡੀਆਂ ਇਹਨਾਂ ਨੇ ਕਬਜ਼ਾ ਕਰ ਲਿਆ। ਰੋਡ 'ਤੇ ਜਾਓਗੇ, ਰੋਡ ਸਾਈਡ ਜਾਓਗੇ, ਉੱਥੇ ਪਹਾੜੀ ਕਿੱਕਰ ਆ। ਮਤਲਬ ਕਹਿੰਦਾ ਇਹ ਜਿਹੜਾ ਸਿਸਟਮ ਹੈਗਾ, ਇਹ ਹੌਲੀ ਹੌਲੀ ਸਲੋ ਪੋਇਜ਼ਨ ਵਾਂਗੂ ਸਾਡੇ 'ਚ ਆਇਆ। ਅਤੇ ਹੁਣ ਅਸੀਂ ਇਸ ਤਦਾਰ 'ਤੇ ਹਾਂ ਆਲ ਓਵਰ ਕੰਟਰੀ 'ਚੋਂ ਸਾਡਾ ਜਿਹੜਾ ਲੋਐਸਟ ਜੰਗਲ ਦਾ ਰਕਬਾ, ਸਾਡੇ ਰਾਜਸਥਾਨ ਦਾ ਵੀ 7.5 ਆ। ਅਸੀਂ ਰਾਜਸਥਾਨ ਨੂੰ ਕਹਿੰਦੇ ਜੀ ਮਾਰੂਥਲ ਆ, ਪਰ ਸਾਡੇ ਨਾਲ ਉਹ ਬਚਾ ਕੇ ਰੱਖਿਆ। ਉਹਨਾਂ ਦੀਆਂ ਇੱਕ ਬਿਸ਼ਨੋਈ ਕਮਿਊਨਿਟੀ ਹੈ, ਮੈਂ ਦੱਸਣਾ ਚਾਹੂੰਗਾ। ਬਿਸ਼ਨੋਈ ਕਮਿਊਨਿਟੀ ਜਿਹੜੀ ਹੈਗੀ ਉਹ ਹਜੇ ਵੀ ਦਰਖਤ ਨੂੰ ਕੱਟਣ ਨਹੀਂ ਦਿੰਦੀ। ਮਤਲਬ ਕਹਿੰਦਾ ਉਹਨਾਂ ਨੇ ਉਹਦੇ ਸੇਕਰਡ ਗਰੂਵਸ ਬੋਲਦੇ ਆ, ਜਿਹੜੇ ਉਹਦੇ ਪਿੰਡਾਂ 'ਚ ਹੈਗੇ ਆ, ਉਹ ਸੇਕਰਡ ਗਰੂਵ ਨੂੰ ਉਹਨਾਂ ਨੇ ਬਚਾ ਕੇ ਰੱਖਿਆ। ਇਸ ਕਰਕੇ ਉਹਨਾਂ ਦਾ 7.5% ਰਕਬਾ ਸਾਡਾ ਹਰਿਆਣੇ ਤੋਂ ਥੱਲੇ ਆ ਅਸੀਂ। ਮਤਲਬ ਕਿਤੇ ਉਹ ਵੱਜ ਜਾਂਦੇ, ਕਿਸੇ ਅਸੀਂ ਥੱਲੇ ਚਲੇ ਜਾਣੇ ਆ। ਇਹ ਜਿਹੜਾ ਸਿਸਟਮ ਚੱਲਦਾ ਆ ਰਿਹਾ, ਅਤੇ ਹੌਲੀ ਨਹੀਂ, ਇੱਕਦਮ ਨਹੀਂ ਹੋਇਆ, ਬਹੁਤ ਹੀ ਸਲੋ ਹੋਇਆ। ਪਰ ਸਾਡੇ ਤੋਂ ਉਹਨੂੰ ਕੰਟਰੋਲ ਨਹੀਂ ਕਰ ਪਾਏ। ਮਤਲਬ ਹੁਣ ਅਸੀਂ ਉਹ ਕੰਟਰੋਲ ਵੱਲ ਨੂੰ ਸਾਡੀ ਫਾਊਂਡੇਸ਼ਨ ਥਰੂ ਜਾਂ
ਕੋਸ਼ਿਸ਼ ਕਰ ਰਹੇ ਹਾਂ ਪਿੰਡਾਂ ਦੇ ਪੰਚਾਇਤਾਂ ਨਾਲ ਮਿਲ ਕੇ, ਯੂਥ ਕਲੱਬਾਂ ਨਾਲ ਮਿਲ ਕੇ ਅਸੀਂ ਕੋਈ ਰਸਤਾ ਲੱਭ ਸਕੀਏ ਤਾਂ ਕਿ ਸਾਡਾ ਪੰਜਾਬ ਦੇ ਵਿਰਾਸਤੀ ਰੁੱਖ ਤੇ ਸਾਡਾ ਪੰਜਾਬ ਦਾ ਰਕਬਾ ਹੈਗਾ ਜੰਗਲ ਅਸੀਂ ਵਧਾ ਸਕੀਏ। ਡਾਕਟਰ ਸਾਹਿਬ ਬਸ ਇੱਕ ਨਿੱਜੀ ਜਿਹਾ ਸਵਾਲ ਤੁਹਾਡੇ ਨਾਲ ਸਾਂਝਾ ਕਰਨਾ ਹੈ ਕਿ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ, 25 ਸਾਲ ਦੀ ਤਪੱਸਿਆ ਵੀ ਕੀਤੀ ਹੈ ਤੁਸੀਂ ਇਸ ਤਰ੍ਹਾਂ ਦੀ, ਫੀਲਡ 'ਚ ਖੁਦ ਕਿੰਨਾ ਕੁ ਟਾਈਮ ਲਾਉਂਦੇ ਹੋ ਤੁਸੀਂ ਇਸ ਕੰਮ 'ਚ? ਹਾਂਜੀ, ਪਹਿਲਾਂ ਦੇਖੋ 19 ਜਦੋਂ ਸ਼ੁਰੂ ਕੀਤਾ ਮੈਂ ਖੁਦ ਅਸੀਂ ਤਪਦੀ ਧੁੱਪ ਦੇ ਵਿੱਚ ਅਸੀਂ ਅੱਜ ਤੱਕ ਪਰਵਾਹ ਨਹੀਂ ਕੀਤੀ। ਮੈਂ ਅੱਜ ਜ਼ਰੂਰ ਅਸੀਂ ਕੱਪੜੇ ਪਾ ਕੇ ਬੈਠਾ, ਸਾਡੇ ਸਟਾਈਲ ਹੈ ਨਹੀਂ ਇਹ ਮੇਰਾ ਨਾਰਮਲ ਕੱਪੜੇ ਵਾਲਾ ਸਟਾਈਲ ਨਹੀਂ, ਅਸੀਂ ਟੀ-ਸ਼ਰਟ ਦੇ ਵਿੱਚ ਛੋਟੀ ਪੈਂਟ 'ਚ ਰਹਿੰਦੇ ਹਾਂ। ਤਾਂ ਜਦੋਂ ਸ਼ੁਰੂ ਕੀਤਾ ਉਸ ਟਾਈਮ ਜਿਹੜੇ ਨਵੇਂ ਮੁੰਡੇ ਸੀ ਉਹਨੂੰ ਸਿਖਾਉਣ ਲਈ ਮੈਂ ਖੁਦ ਫੀਲਡ ਜਾਂਦਾ ਰਿਹਾ, ਕਿਉਂਕਿ ਡਿਜ਼ਾਈਨ ਜਿਹੜਾ ਨਵਾਂ ਸੀ ਉਸ ਟਾਈਮ ਅਸੀਂ ਮਤਲਬ ਮੈਂ ਤੁਹਾਨੂੰ ਦੱਸਦਾ ਵੀ ਇਹ ਖੂਨ ਪਸੀਨਾ ਅਸੀਂ ਪੰਜਾਬ ਦੀ ਧਰਤੀ ਲਈ ਬਹਾਇਆ। ਹਰ ਰੋਜ਼ ਜਦੋਂ ਜਾਂਦੇ ਸੀ ਸਾਡੇ ਜਿਹੜੇ ਮਿੱਟੀ ਦੇ ਵਿੱਚ ਜਿਹੜੇ ਜਰਾਬਾਂ ਦੇ ਵਿੱਚ ਅਸੀਂ ਮਿੱਟੀ ਲੈ ਕੇ ਘਰੇ ਪਹੁੰਚਦੇ, ਸਾਨੂੰ ਖੁਸ਼ੀ ਹੁੰਦੀ ਸੀ ਵੀ ਅੱਜ ਇਸ ਪਿੰਡ ਤੋਂ ਸਾਡੇ ਘਰੇ ਮਿੱਟੀ ਪਹੁੰਚੀ ਹੈ ਮਤਲਬ। ਤਾਂ ਉਸ ਤਰ੍ਹਾਂ ਦਾ ਜਜ਼ਬਾ ਸੀਗਾ। ਅਤੇ ਜਿਉਂ-ਜਿਉਂ ਸਾਡੇ ਮੁੰਡੇ ਜਿਉਂ-ਜਿਉਂ ਸਾਡੀ ਕੋਆਰਡੀਨੇਟਰ ਰੱਖਦੇ ਰਹੇ ਉਹਨਾਂ ਨੂੰ ਸਮਝ ਆ ਗਈ ਵੀ ਇਹ ਰਸਤਾ ਹੀ ਹੋਰ ਹੈ, ਇਹ ਕੋਈ ਆਸਾਨ ਰਸਤਾ ਨਹੀਂ ਹੈਗਾ। ਇਹ ਰਸਤਾ ਮਤਲਬ ਕਹਿੰਦਾ ਬਹੁਤ ਔਖਾ, ਇਹਨੂੰ ਆਪਣੇ ਸਰੀਰ 'ਤੇ ਹੰਢਾਉਣਾ ਪੈਂਦਾ, ਤੁਹਾਨੂੰ ਫਿਰ ਜਾ ਕੇ ਕੁਛ ਰਿਜ਼ਲਟ ਮਿਲਦਾ। ਅਸੀਂ ਇੰਨੀ ਮਿਹਨਤ ਕਰਕੇ ਇੱਥੇ ਪਹੁੰਚੇ ਹਾਂ, ਹੁਣ ਸਾਨੂੰ ਆਸ ਹੋਈ। ਪਰ ਜਦੋਂ ਉਸੇ ਸਾਨੂੰ ਕਨਾਲ ਜਗ੍ਹਾ ਮਿਲਦੀ ਸੀ ਸਾਨੂੰ ਕਿਸੇ ਸਮੇਂ 'ਚ, ਅਸੀਂ ਖੁਸ਼ ਹੋ ਕੇ ਵੀ ਇੱਕ ਕਨਾਲ ਜਗ੍ਹਾ ਜੰਗਲਵਾਸ ਸਾਡੇ ਪੰਜਾਬ 'ਚ ਮਿਲੀ। ਹੁਣ ਸਾਨੂੰ 20 ਕਿੱਲੇ ਅਸੀਂ ਲਾ ਰਹੇ ਹਾਂ, 8 ਕਿੱਲੇ 10 ਕਿੱਲੇ ਲਾ ਰਹੇ ਹਾਂ, ਕੋਈ ਦਿੱਕਤ ਨਹੀਂ ਆ ਰਹੀ। ਪਰ ਉਹ ਸਾਡਾ ਮਿਹਨਤ ਆ, ਪਰਮਾਤਮਾ ਨੇ ਸਾਡਾ ਹਰ ਮਤਲਬ ਕਹਿਣ ਦਾ ਰਸਤੇ 'ਤੇ ਸਾਡਾ ਇਮਤਿਹਾਨ ਲਿਆ। ਕੋਈ ਸਮਾਂ ਇਹੋ ਜਿਹਾ ਸੀ ਮੇਰੀ ਜੇਬ 'ਚ ਵੀ 500 ਰੁਪਏ ਰਹਿ ਜਾਂਦਾ ਸੀ ਵੀ ਸਵੇਰੇ ਗੱਡੀ ਲੈ ਕੇ ਜਾਂ ਮੋਟਰਸਾਈਕਲ ਲੈ ਕੇ ਅਸੀਂ ਕਣੀਆਂ ਲੈ ਕੇ ਚੱਕ ਕੇ ਪਿੰਡਾਂ ਜਾਂਦੇ। ਪਰ ਉਸ ਸਮੇਂ ਜਦੋਂ ਹੁੰਦਾ ਸੀ ਵੀ ਜੇਬ 'ਚ ਤਾਂ 500 ਰੁਪਈਆ, ਪਰ ਅਸੀਂ ਕਿ ਵੀ ਹੁਣ ਸ਼ਾਇਦ ਅੱਜ ਕੱਲ੍ਹ ਦਾ ਦਿਨ ਹੀ ਕਰ ਪਾਵਾਂਗੇ 500 ਰੁਪਏ ਦਾ ਤੇਲ ਆ। ਪਰ ਮੈਨੂੰ ਨਹੀਂ ਪਤਾ ਵੀ ਅਗਲੇ ਦਿਨ ਕਿੱਥੋਂ ਪਰਮਾਤਮਾ ਨੂੰ ਐਨਰਜੀ ਦੇਣੀ ਉਹਨੇ। ਉਹ ਇਸ ਤਰ੍ਹਾਂ ਦੇ ਇਮਤਿਹਾਨ ਹੋਣ ਤੋਂ ਬਾਅਦ ਅਸੀਂ ਜਿਹੜੇ ਇਹ ਸਟੇਜ 'ਤੇ ਪਹੁੰਚੇ ਕਿ ਹੁਣ ਅਸੀਂ ਪੰਜਾਬ ਨੂੰ ਕਿਸੇ ਉਸ ਐਂਗਲ ਜੇ ਸਾਡੀਆਂ ਸਰਕਾਰਾਂ ਨਾਲ ਹੁਣ ਤਾਲਮੇਲ ਚੱਲ ਰਿਹਾ ਪੂਰਾ, ਜੇ ਸਾਡਾ ਪੂਰਾ ਸਹਿਯੋਗ ਰਿਹਾ ਤਾਂ ਮੈਨੂੰ ਲੱਗਦਾ ਅਸੀਂ ਜਿੰਨੇ ਵੀ ਸਾਡੇ ਪੁਰਾਤਨ ਚਿੜੀਆਂ ਖਰਾਬ ਹੋਈਆਂ ਉਹਨੂੰ ਰਿਵਾਈਵ ਕਰ ਸਕਦੇ ਹਾਂ, ਅਤੇ ਜਿੰਨੇ ਵੀ ਜੰਗਲ ਨਵੇਂ ਪੰਜਾਬ 'ਚ ਪਿੰਡ ਲਾਉਣ ਦਾ ਜਿਹੜਾ ਬੀੜਾ ਚੁੱਕਿਆ ਉਹਨੂੰ ਅਸੀਂ ਕੋਸ਼ਿਸ਼ ਕਰਕੇ ਲਾਵਾਂਗੇ ਜੀ। ਬਹੁਤ ਧੰਨਵਾਦ ਡਾਕਟਰ ਸਾਹਿਬ, ਸ਼ਾਲਾ ਤੁਹਾਡੀ ਮਿਹਨਤ ਨੂੰ ਬੂਰ ਪਵੇ ਅਤੇ ਪੰਜਾਬ ਦੇ ਵਿੱਚ ਰੁੱਖ ਹੀ ਨਾ ਲੱਗਣ, ਬਾਗ ਵੀ ਲੱਗਣ। ਹਾਂਜੀ ਹਾਂ, ਬਾਗਾਂ ਦੀ ਧਰਤੀ ਸਾਡੇ ਏਰੀਏ 'ਚ ਬਾਗਾਂ ਦੀ ਧਰਤੀ ਹੈ ਨੇੜੇ, ਤਾਂ ਲੋਕ ਇਸ ਪਾਸੇ ਨੂੰ ਵਧਣ। ਮੈਂ ਬੇਨਤੀ ਕਰੂੰਗਾ, ਸਾਡੇ ਦਰਮਿਆਨ ਬਹੁਤ ਮੌਜੂਦ ਸ਼ਖਸੀਅਤਾਂ ਬੈਠੀਆਂ, ਬਾਈ ਸੁਖਪਾਲ ਭੁੱਲਰ ਜੀ ਸਾਡੇ ਦਰਮਿਆਨ ਹੈ, ਗੁਰਜੀਤ ਢਾਲੀਵਾਲ MLA ਸਾਹਿਬ ਬੈਠੇ ਨੇ। ਸੋ ਮੈਂ ਸਮਝਦਾ ਕਿ ਕੁਐਸਚਨਿੰਗ ਨਾ ਹੋਵੇ, ਸਵਾਲ ਜਵਾਬ ਨਾ ਹੋਣ। ਤੁਹਾਡੇ ਜ਼ਿਹਨ ਦੇ ਵਿੱਚ ਜੰਗਲ ਨੂੰ ਲੈ ਕੇ, ਕੂੜੇ ਕਰਕਟ ਨੂੰ ਲੈ ਕੇ ਜਾਂ ਕੋਈ ਵੀ ਜ਼ਿਹਨ ਸਵਾਲ ਪਿਆ, ਰਾਉਂਡ ਗਲਾਸ ਫਾਊਂਡੇਸ਼ਨ ਨੂੰ ਲੈ ਕੇ ਕੋਈ ਸਵਾਲ ਹੈਗਾ ਤਾਂ ਪਲੀਜ਼ ਮੈਂ ਇੱਕ ਆਡੀਅנס ਨੂੰ ਦਿੰਦਾ 5 ਮਿੰਟ ਦੇ ਲਈ, ਜਿੰਨੇ ਕੁ ਸਵਾਲ ਤੁਹਾਡੇ ਹੈਗੇ ਜ਼ਰੂਰ ਇੱਕ ਇੱਕ ਕਰਕੇ ਪੁੱਛ ਲਓ। ਛੱਪੜਾਂ ਲਈ ਕੰਮ ਕਰ ਰਹੇ ਹੋ ਤੁਸੀਂ, ਉਹਦੇ ਲਈ ਕੰਮ ਕਰਨਾ ਚਾਹੇ ਤਾਂ ਸਾਡੀ ਕੰਟਰੀਬਿਊਸ਼ਨ ਇਹਦੇ 'ਚ ਕੀ, ਫਾਈਨੈਂਸ਼ੀਅਲੀ ਕੰਟਰੀਬਿਊਸ਼ਨ ਕੀ ਹੋਏਗੀ? ਦੇਖੋ, ਜੇ ਕੂੜੇ ਵਾਲਾ ਪ੍ਰੋਜੈਕਟ ਕਰਨਾ ਆਪਾਂ ਤਾਂ ਉਹਦੇ ਵਿੱਚ ਤੁਹਾਨੂੰ ਇੱਕ ਕੰਪੋਸਟਿੰਗ ਯੂਨਿਟ ਬਣਾਉਣਾ, ਖਾਦ ਵਾਲੇ ਖਾਨੇ ਬਹੁਤ ਜ਼ਰੂਰੀ, ਕਿਉਂਕਿ ਸਾਡਾ ਜਿਹੜਾ ਖਾਣਾ ਹੈਗਾ ਅਸੀਂ ਪਿੰਡਾਂ ਦੇ ਵਿੱਚ ਹਜੇ ਵੀ 3 ਟਾਈਮ ਘਰੇ ਬਣਾਉਂਦੇ ਹਾਂ। ਸਾਡਾ ਅਸੀਂ ਜੋ ਸਮਝ ਪਏ 70 ਤੋਂ 75% ਜਿਹੜਾ ਕੂੜਾ ਸਾਡਾ ਗਿੱਲਾ, ਉਹ ਇਹ ਸਮਝਣਾ ਪੈਣਾ ਆਪਾਂ ਨੂੰ। ਉਸ ਗਿੱਲੇ ਨੂੰ ਕਾਬੂ ਕਰਨ ਵਾਸਤੇ ਸਾਨੂੰ 4 ਕੰਪੋਸਟਿੰਗ ਪਿੱਟ ਬਣਾਉਣੇ ਪੈਣ। ਉਹਦੇ ਲਈ ਇੱਕ ਸਟਰਕਚਰ ਬਣਦਾ 60x60 ਏਰੀਆ ਜਾਂ 60x80 ਕਰ ਲਓ ਜਾਂ 100x100 ਕਰ ਲਓ। ਉਹ ਏਰੀਆ ਤੁਸੀਂ ਡੀਮਾਰਕੇਸ਼ਨ ਕਰਕੇ ਤੁਸੀਂ ਐਡਮਿਨਿਸਟ੍ਰੇਸ਼ਨ ਕੋਲ ਜਾਣਾ ਵੀ ਅਸੀਂ ਇਹ ਕੂੜੇ ਵਾਲਾ ਪ੍ਰੋਜੈਕਟ ਕਰਨਾ, ਸਾਨੂੰ ਇਹਦੇ ਵਾਸਤੇ ਫੰਡਿੰਗ ਚਾਹੀਦੀ ਆ। ਔਰ ਸੈਨੀਟੇਸ਼ਨ ਡਿਪਾਰਟਮੈਂਟ ਵੀ ਇਹ 'ਤੇ ਲੱਗਿਆ ਹੋਇਆ, ਤਾਂ ਈਵਨ ਸਵੱਛ ਭਾਰਤ ਮਿਸ਼ਨ ਵੀ ਕਾਫੀ ਪ੍ਰੈਸ਼ਰ ਹੈ। NGT ਦੇ ਹੁਣ 2000 ਕਰੋੜ ਰੁਪਇਆ ਸਾਨੂੰ ਫਾਈਨ ਵੀ ਕੀਤਾ ਕਿਉਂਕਿ ਅਸੀਂ ਇਹਨੂੰ ਸੰਭਾਲ ਨਹੀਂ ਪਾ ਰਹੇ। ਪਰ ਤੁਸੀਂ ਜਾ ਕੇ BD ਸਾਹਿਬ ਨੂੰ ਕਹਿਣਾ ਵੀ ਸਾਡਾ ਇਹ ਪ੍ਰੋਜੈਕਟ ਕਰਨਾ, ਉਹ ਤੁਹਾਨੂੰ 3-4 ਫੰਡ ਇਹਦੇ ਵਿੱਚ ਮਨਰੇਗਾ ਫੰਡ, ਜਿਸ ਪੰਚਾਇਤ ਕੋਲ ਆਪਦਾ ਹੈਗਾ ਪੰਚਾਇਤ ਲਾ ਲਵੇ, ਜਾਂ ਮਤਲਬ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਟੂ ਦੇ ਪਾਪੂਲੇਸ਼ਨ ਵਾਈਜ਼ ਆਉਂਦਾ, ਅਤੇ ਇੱਕ ਟਾਈਟ ਗ੍ਰਾਂਟ ਆ, ਉਹ ਜਿਹੜੀ ਗ੍ਰਾਂਟਾਂ ਨੂੰ ਇਕੱਠਾ ਕਰਕੇ ਤੁਸੀਂ ਇਹ ਤਕਰੀਬਨ 4-4.5 ਲੱਖ ਰੁਪਏ ਦਾ ਪ੍ਰੋਜੈਕਟ ਬਣਦਾ ਹੈਗਾ, ਉਹ ਤੁਸੀਂ ਤਿਆਰ ਕਰਨਾ। ਉਦੋਂ ਬਾਅਦ ਸਾਡਾ ਰੋਲ ਚੱਲ ਪੈਣਾ ਉਹਨੂੰ ਚਲਾਉਣਾ, ਡਸਟਬਿਨ ਦੇਣੇ, ਰੇਹੜੀ ਦੇਣੀ ਹੈ, ਉਹਨੂੰ ਕਿਵੇਂ ਪਿੰਡਾਂ ਦੇ ਦਿਮਾਗ ਨਾਲ ਆਪਾਂ ਸਾਡੇ ਗਰਾਊਂਡ ਟੀਮਾਂ ਹੈਗੀਆਂ ਉਹਨੂੰ ਲੋਕਾਂ ਨਾਲ ਡੀਲ ਕਰਦੀਆਂ ਹੈਗੀਆਂ, ਉਹ ਅਸੀਂ ਚਲਾਉਣ ਦਾ ਕੰਮ ਸਾਡਾ ਹੈਗਾ। ਤੁਸੀਂ ਉੱਥੇ ਕੰਪੋਸਟਿੰਗ ਯੂਨਿਟ ਤੱਕ ਪੰਚਾਇਤ ਦਾ ਫੰਡ ਲੱਗਦਾ ਹੈਗਾ। And my question is, are you only dedicated to Punjab or are you dedicated to India or the other states? ਹਾਂਜੀ, so currently we are dedicated for Punjab ਦਾ। ਉਹ ਇਸ ਫਾਊਂਡੇਸ਼ਨ ਦੇ ਫਾਊਂਡਰ ਆ। ਸਾਰਾ ਪੰਜਾਬ ਲਈ ਜੋ ਵੀ ਇਹ ਫਾਈਨੈਂਸ਼ੀਅਲ ਸਿਸਟਮ ਆ ਉਹਨਾਂ ਨੇ ਆਪਣੀ ਸਿਸਟਮ ਉਹਨਾਂ ਵੱਲੋਂ ਆ ਰਿਹਾ ਪੈਸਾ, ਉਹਨਾਂ ਦਾ ਵਿਜ਼ਨ ਪੰਜਾਬ ਲਈ ਬਹੁਤ ਸਟਰੋਂਗ ਆ। ਇਹ 2 ਪ੍ਰੋਜੈਕਟ ਨਹੀਂ ਕੂੜੇ ਵਾਲਾ ਅਤੇ ਇਹ ਪ੍ਰੋਜੈਕਟ ਨਹੀਂ, ਅਸੀਂ ਫੁੱਟਬਾਲ ਨੂੰ ਪ੍ਰਮੋਟ ਕਰਦੇ ਹਾਂ, ਸੈਲਫ ਹੈਲਪ ਗਰੁੱਪਾਂ ਨੂੰ ਪ੍ਰਮੋਟ ਕਰਦੇ ਹਾਂ, ਐਜੂਕੇਸ਼ਨ 'ਤੇ ਕੰਮ ਕਰਦੇ ਹਾਂ। ਸਾਡੇ ਕਾਫੀ ਡਿਪਾਰਟਮੈਂਟਸ ਹੈਗੇ ਸਰ,
ਸੋ ਬੇਸਿਕਲੀ ਰਾਈਟ ਨੋ ਸੋ ਵੀ ਡੈਡੀਕੇਟਡ ਫॉर ਪੰਜਾਬ ਓਨਲੀ ਸਰ। ਇਹ ਜਿਹੜੇ ਮਾਡਲ ਜਦੋਂ ਇਹ ਬਲੂ ਪ੍ਰਿੰਟ ਬਣ ਗਏ ਸੋ ਦੈਨ ਵੀ ਵਿਲ ਰੈਪਲੀਕੇਟ ਇਨ ਅਦਰ ਸਟੇਟਸ। ਜਿਵੇਂ ਹਰਿਆਣਾ ਸਾਨੂੰ ਕਾਲਾਂ ਬਹੁਤ ਆ ਰਹੀਆਂ, ਯੂਪੀ 'ਚ ਆ ਰਹੀਆਂ, ਸੋ ਵਿਲ ਡੈਫੀਨਿਟਲੀ ਉਹ ਮੂਵ ਕਰਾਂਗੇ ਉੱਥੇ। ਹਾਂਜੀ Yeah, that was my concern. I was thinking that if you know somebody else that handle Haryana or other states. So no, so we are doing in Punjab only, then we will definitely replicate this model in other states. All right, thank you. ਕਰ ਰਹੇ ਹੋ ਸਤਿ ਸ਼੍ਰੀ ਅਕਾਲ। ਇਸ ਫੀਲਡ 'ਚ ਤੇ ਅਸੀਂ ਵੀ ਸੇਵਾਵਾਂ ਲਵਾਂਗੇ। ਮਾਨ ਸਾਹਿਬ ਨਾਲ ਗੱਲ ਹੋਈ ਹੈ ਤੇ ਸਾਡੇ ਪਿੱਛੇ ਵੀ ਜਗ੍ਹਾ ਹੈਗੀ ਹੈ। ਤੇ ਮੈਂ 5 ਮਿੰਟ ਦਾ ਸ਼ੁਰੂ 'ਚ ਮਿਸ ਕਰ ਗਏ ਤੁਹਾਡਾ ਪ੍ਰੋਗਰਾਮ, ਤੇ ਸ਼ਾਇਦ ਉਹ ਕੁਐਸਚਨ ਪੁੱਛਿਆ ਹੋਵੇ ਜਾਂ ਨਾ, ਇਹ ਰਾਊਂਡ ਗਲਾਸ ਨਾਮ ਕਿਵੇਂ ਪਿਆ? ਇਹ ਬੇਸਿਕਲੀ ਸਾਡੇ ਇਹ ਫਾਊਂਡਰ ਦਾ SVC ਪੂਰੀ ਵੈਲਬੀਂਗ ਮਤਲਬ ਨਾਟ ਓਨਲੀ ਹਿਊਮਨ ਬੀਂਗ, ਸਾਰੇ ਜਿਹੜੇ ਜਿੰਨੀ ਵੀ ਸ੍ਰਿਸ਼ਟੀ ਹੈਗੇ ਉਹਨੂੰ ਸਾਰੀ ਤਾਂ ਕਰਕੇ ਪੂਰੇ ਗਲੋਬ ਨੂੰ ਲੈ ਕੇ ਰਾਊਂਡ ਨਾਂ ਰੱਖਿਆ, ਰਾਊਂਡ ਗਲਾਸ। ਸ਼ੀਸ਼ਾ ਗਲਾਸ ਦਾ ਮਤਲਬ ਸ਼ੀਸ਼ਾ ਬਿਲਕੁਲ ਪੂਰਾ ਪਾਰਦਰਸ਼ੀ ਮਤਲਬ। ਮੈਂ ਇਹੀ ਸੋਚ ਰਿਹਾ ਵੀ ਰਾਊਂਡ ਗਲੋਬ ਹੋਣਾ ਚਾਹੀਦਾ ਸੀ ਜਾਂ ਰਾਊਂਡ ਗਲਾਸ? ਗਲਾਸ ਮਤਲਬ ਪਾਰਦਰਸ਼ੀ ਮਤਲਬ। ਹਾਂਜੀ ਜਿਹੜਾ ਸੱਚ ਦਾ ਰਸਤਾ ਜੀ ਉਹ ਪਰਮਾਤਮਾ ਨੇ ਸਾਨੂੰ ਬਖਸ਼ਿਆ, ਉਹ ਅਸੀਂ ਜਾ ਰਹੇ ਹਾਂ ਜੀ। ਠੀਕ ਹੈ, ਬਹੁਤ ਵਧੀਆ, ਥੈਂਕ ਯੂ ਸੋ ਮਚ ਜੀ। ਇੱਕ ਸੜਕਾਂ ਵਿਛਾਉਣ ਦਾ ਜਿਹੜਾ ਜਾਲ ਆ ਉਹ ਸ਼ੁਰੂ ਕੀਤਾ ਵਾ। ਹਾਂਜੀ ਪਹਿਲਾਂ ਵੀ ਤੁਸੀਂ ਗੱਲ ਕਰਕੇ ਹਟੇ ਕਿਸੇ ਰੋਡ ਦੀ, ਬਠਿੰਡੇ ਤੋਂ ਅੰਮ੍ਰਿਤਸਰ ਤੇ ਸਾਰੀਆਂ ਵੱਡੀਆਂ ਵੱਡੀਆਂ ਸੜਕਾਂ ਜਿਹੜੀਆਂ ਬਣੀਆਂ, ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਉੱਥੇ ਦਰਖਤ ਕੱਟੇ ਗਏ ਆ। ਅਸੀਂ ਵੀ ਸ਼ਿਕਾਰ ਆ, ਸਾਡੇ ਵੀ ਬੜਾ ਕੁਛ ਆਇਆ ਹੈ। ਕਿ ਜਿਹੜਾ ਰਾਊਂਡ ਗਲਾਸ ਫਾਊਂਡੇਸ਼ਨ ਵਾਲੇ ਆ, ਕਿ ਉਹ ਮੇਨ ਸੜਕਾਂ ਨੂੰ ਹਾਈਵੇ ਜਿਹੜੀਆਂ ਉਹਨੂੰ ਅਡਾਪਟ ਕੀਤਾ ਜਾਂ ਨਹੀਂ ਕੀਤਾ? ਕੀ ਨਹੀਂ ਸਰ, ਦੇਖੋ ਹਜੇ ਆਪਦੇ ਪਿੰਡਾਂ ਵਿੱਚ ਇਹ ਜੰਗਲ ਨੂੰ ਲਾਉਣ ਦਾ ਦੇਖੋ, ਮੈਂ ਕਹੋ ਸਾਡੀਆਂ ਲੋਕਾਂ ਨੇ ਫਸਲਾਂ ਨੂੰ ਅੱਗ ਲਾਉਣਾ, ਕੁਛ % ਕੁਛ ਕੰਟਰੋਲ ਵੀ ਹੋਇਆ। ਤੁਸੀਂ ਦੇਖੋ ਜਦੋਂ ਅੱਗ ਲੱਗਦੀ ਆ, ਤੁਸੀਂ ਪੰਛੀਆਂ ਦਾ ਹਾਲ ਦੇਖੋ ਕੀ ਆ, ਉਹ ਤੜਫਦੇ ਆ ਤੇ ਆਸੇ ਪਾਸੇ ਭੱਜਦੇ ਆ, ਮਤਲਬ ਕਿੱਥੇ ਜਾਈਏ, ਤਾਂ ਉਹਨਾਂ ਨੂੰ ਕੋਈ ਜਗ੍ਹਾ ਨਹੀਂ ਮਿਲਦੀ ਹੈਗੀ, ਉਹਨਾਂ ਨੂੰ ਲੁਕਣ ਨੂੰ ਜਗ੍ਹਾ ਨਹੀਂ ਮਿਲਦੀ। ਧੂਆਂ, ਇੱਕ ਤਾਂ ਧੂਆਂ ਇੰਨਾ ਹੋ ਜਾਂਦਾ ਦੀਵਾਲੀ ਦੇ ਮੌਕੇ 'ਤੇ, ਉਸ ਤੋਂ ਬਾਅਦ ਕੋਈ ਦਰਖਤ ਨਹੀਂ ਹੁੰਦਾ, ਸੰਘਣਾ ਕੋਈ ਝਿੜੀ ਨਹੀਂ ਹੁੰਦੀ। ਉਹ ਇਹ ਝਿੜੀਆਂ ਪਿੰਡਾਂ ਵਾਸਤੇ ਪਹਿਲਾਂ ਅਸੀਂ ਬਣਾ ਰਹੇ ਹਾਂ ਕਲੋਜ਼ਡ ਸਾਈਟਾਂ, ਕਿਉਂਕਿ ਦੇਖੋ ਬਹੁਤ ਸਾਰੀਆਂ ਸੰਸਥਾਵਾਂ ਆਈਆਂ, ਪਹਿਲਾਂ ਮੈਂ ਦੱਸਿਆ ਉਹਨਾਂ ਦਾ ਰਿਜ਼ਲਟ ਨੈਗੇਟਿਵ ਆਇਆ ਕਿਉਂਕਿ ਥੋੜ੍ਹੀ ਸਟ੍ਰੈਟਜੀ 'ਚ ਕਮੀ ਸੀਗੀ। ਪਰ ਸਾਡੀ ਜਿਹੜੀ ਸਟ੍ਰੈਟਜੀ ਹੈਗੀ ਆ ਉਹ ਪਿੰਡਾਂ ਦੇ ਵਿੱਚ ਪਹਿਲਾਂ ਜੰਗਲਾਂ ਨੂੰ ਕ੍ਰੀਏਟ ਕਰਨਾ, ਪਾਰਕ ਬਣਾਉਣੇ, ਕਿਉਂਕਿ ਉੱਥੇ ਸਾਨੂੰ ਮਨਰੇਗਾ ਮਿਲ ਜਾਂਦੀ ਹੈ, ਸਾਰਾ ਕੁਛ ਸਾਨੂੰ ਸਾਰਾ ਕੰਟਰੋਲ 'ਚ ਸਿਸਟਮ ਆ। ਉਸ ਤੋਂ ਬਾਅਦ ਅਸੀਂ ਆਉਣਾ ਟਰੀ ਵੈਨ ਦਾ ਕਨਸੈਪਟ ਲੈ ਕੇ ਆਉਣਾ। ਟਰੀ ਵੈਨ ਦਾ ਮਤਲਬ ਪਿੰਡ ਜਿੱਥੇ ਸੋਲਿਡ ਵੇਸਟ ਮੈਨੇਜਮੈਂਟ ਕੂੜੇ ਵਾਲੇ ਪ੍ਰੋਜੈਕਟ ਲੈ ਕੇ ਉੱਥੇ ਘਰ ਰੁੱਖਾਂ ਨੂੰ ਪਹੁੰਚਾਉਣਾ, ਮੈਡੀਸਨਲ ਰੁੱਖਾਂ ਨੂੰ, ਮਤਲਬ ਜਿਸ ਦੀ ਮੈਡੀਸਨ ਉਗਾਉਣਾ ਉਹਨਾਂ ਨੂੰ ਪਹੁੰਚਾਵਾਂਗੇ। ਫਿਰ ਅਸੀਂ ਕਿਤਾਬਾਂ ਪਬਲਿਸ਼ ਕਰਨੀਆਂ ਜਿੱਥੇ ਉਹਦੀ ਮੈਡੀਸਨਲ ਗੁਣ ਦੱਸਣੇ, ਉਹ ਕਿੰਨੀ ਕੁ ਹਾਈਟ ਲੈਂਦਾ, ਕੀ ਪਲਾਂਟ ਆ, ਉਹ ਫਿਰ ਫਾਰਮਰ ਨੂੰ ਸਾਹਮਣੇ ਇੱਕ ਵਾਰਤਾਲਾਪ ਹੋਊਗੀ, ਤੁਸੀਂ ਕੀ ਲਾਉਣਾ, ਤੁਹਾਨੂੰ ਜੇ ਛਾਂ ਮਾਰਦੀ ਹੈ ਸਾਡਾ ਤੁਸੀਂ ਸ਼ਰਬ ਲਾਓ, ਜੇ ਨਿੰਮ ਲਾਉਣੀ ਨਿੰਮ ਲਾਓ, ਤੇ ਤੁਸੀਂ ਮਤਲਬ ਜੋ ਵੀ ਪੌਦਾ ਥੋੜ੍ਹੀ ਚੁਆਇਸ ਨਾਲ ਲਊਗਾ ਫਿਰ ਜਾ ਕੇ ਕਾਮਯਾਬ ਹੋਊਗੀ। ਤੇ ਲਾਸਟ ਪੜਾ ਹੈਗਾ ਹਾਈਵੇਜ਼ ਦਾ ਜਿਹੜਾ ਸਾਡਾ, ਉਹ ਤੇ ਅਸੀਂ ਆਵਾਂਗੇ, ਪਲਾਨ ਨਾਲ ਆਵਾਂਗੇ ਜੀ। ਇਸੇ ਨਾਲ ਡਾਕਟਰ ਸਾਹਿਬ ਮੇਰਾ ਦੂਸਰਾ ਸਵਾਲ ਆ, ਹਾਂਜੀ ਜਿਹੜੀਆਂ ਨਵੀਆਂ ਸੜਕਾਂ ਬਣ ਰਹੀਆਂ, ਹਾਂਜੀ ਆਪਾਂ ਕਰੋੜ ਬਣੇ ਵੀ ਉਹਦੇ ਦੋਨੇ ਪਾਸੇ ਸਾਡੇ ਗ੍ਰੀਨਰੀ ਆ, ਬਿਲਕੁਲ ਜੀ। ਕੀ ਤੁਹਾਡੀ ਜਿਹੜੀ ਫਾਊਂਡੇਸ਼ਨ ਆ ਇਸ ਅਦਾਰੇ 'ਤੇ ਸਰਕਾਰ ਜਿਹੜੀ ਹੈ ਨੈਸ਼ਨਲ ਹਾਈਵੇਜ਼ ਆ ਅਥਾਰਟੀ 'ਚ ਕੋਈ ਦਬਾਅ ਪਾ ਸਕਦੀ ਆ ਵੀ ਉਹਦੀ ਇੱਕ ਪਾਸੇ ਹੀ ਜ਼ਮੀਨ ਜਿਹੜੀ ਆ ਉਹ ਅਕਵਾਇਰ ਕੀਤੀ ਜਾਵੇ ਤਾਂ ਕਿ ਜਿਹੜੀਆਂ ਸਾਡੇ ਦੋ ਸਾਈਡਾਂ ਹੈ ਉਹ ਸਾਨੂੰ ਜਿਹੜੀ ਗ੍ਰੀਨਰੀ ਸਾਡੀ ਬਚ ਸਕੇ? ਹਾਂ ਦੇਖੋ ਸਰ, ਹੁਣ ਸਰਕਾਰ ਨਵੀਂ ਬਣੀ ਹੈ, ਹਾਂਜੀ ਸਾਡੀ ਸਰਕਾਰ ਨਵੀਂ ਬਣੀ ਹੈ, ਸਾਡੀ ਪੂਰੀ ਕੋਸ਼ਿਸ਼ ਆ। ਜਿਹੜੇ ਸਾਡੇ ਫੋਰੈਸਟ ਮਿਨਿਸਟਰ ਆ ਲਾਲਚੰਦ ਕਟਾਰੂ ਚੱਕ ਜੀ, ਸਾਡੀ ਉਹਨਾਂ ਨਾਲ ਮੀਟਿੰਗਾਂ ਹੋਣੀਆਂ ਵੀ। ਅਸੀਂ ਤਾਂ ਦੇਖੋ ਪਹਿਲਾਂ ਤਾਂ ਇਹ ਕਹਿੰਦੇ ਸਾਡੀਆਂ ਜਿਹੜੀਆਂ ਪਿੰਡਾਂ ਦੀਆਂ ਝਿੜੀਆਂ ਸਾਡੀਆਂ ਉਹ ਵੀ ਅਸੀਂ ਪ੍ਰੋਟੈਕਟਡ ਬਣਾਈਏ, ਤਾਰਾਂ ਲਾ ਕੇ ਉਹਨੂੰ ਪੂਰੀ ਐਨ ਤਾਰਬੰਦੀ ਕਰਕੇ ਪ੍ਰੋਪਰ ਕਿ ਉਹਨੂੰ ਪਹਾੜੀ ਕੱਢ ਕੇ ਉਹਨੂੰ ਸੈੱਟ ਕਰ ਦਈਏ। ਪਹਿਲਾ ਸਟੈਪ ਇਹ ਹੈ ਜੀ। ਉਸ ਤੋਂ ਬਾਅਦ ਜਿਹੜੇ ਸਾਡਾ ਹਾਈਵੇਜ਼ 'ਤੇ ਕੀ ਲੱਗਣਾ, ਇੱਕ ਪਾਲਿਸੀ ਬਣਨੀ ਚਾਹੀਦੀ ਹੈ। ਮੰਨ ਲਓ ਮਾਨਸਾ ਤੋਂ ਲੈ ਕੇ ਜੇ ਬਠਿੰਡੇ 'ਚ ਹਾਈਵੇ ਬਣ ਰਿਹਾ ਜਾਂ ਕੁਛ ਬਣ ਰਿਹਾ, ਉਹਨਾਂ ਦੀਆਂ ਸਪੀਸ਼ੀਜ਼ ਕਿਹੜੀਆਂ, ਮਤਲਬ ਇੱਥੇ ਜੰਡ ਸੀਗਾ, ਸਾਡੇ ਫਲਾਹੀ ਸੀ, ਸਾਡੇ ਵਨ ਸੀ, ਪੀਲੂ ਸੀ, ਰੇਰੂ ਸੀ, ਸਾਡੇ ਇਹ ਦਰਖਤ ਸਾਡੇ ਇੱਥੋਂ ਸ਼ਿੰਗਾਸੀ ਲਸੂੜੇ, ਸਾਡੇ ਫਰਮਾ, ਇਹ ਹੁਣ ਲੱਗ ਕੀ ਲੱਗ ਸਾਡੇ ਕੋਲ ਡੇਕਾਂ ਸਫੈਦੇ, ਸਾਡੇ ਕੋਲ ਤੁਸੀਂ ਜਿਹੜੇ ਇਹ ਸੁਖ ਚੈਨ ਜਿਹੜੇ ਈਜ਼ੀ ਗਰੋਇੰਗ ਸਪੀਸ਼ੀਜ਼ ਆ ਉਹ ਲੱਗ ਰਹੀਆਂ, ਉਹ ਸਹੀ ਨਹੀਂ ਹੈਗਾ। ਉੱਥੇ ਵੀ ਸਾਨੂੰ ਇੱਕ ਪਾਲਿਸੀ ਬਣਾਉਣੀ ਪੈਣੀ। ਅਗਲੇ ਸਾਲ ਤੋਂ ਜ਼ਰੂਰ ਅਸੀਂ ਗੱਲਬਾਤ ਕਰਾਂਗੇ ਵੀ ਸਾਡਾ ਕਿਸ ਏਰੀਏ 'ਚ ਕੀ ਲੱਗਣਾ ਚਾਹੀਦਾ, ਉਹੀ ਲੱਗਣਾ ਚਾਹੀਦਾ। ਨਹੀਂ ਅਸੀਂ ਸਾਡਾ ਜਿਹੜਾ ਇਹ ਡੁੱਬਦਾ ਜਹਾਜ਼ ਹੈ, ਨਹੀਂ ਹੋਰ ਡੁੱਬ ਜਾਵਾਂਗੇ ਮਤਲਬ ਆਪਾਂ ਜੇ ਇਸ ਚੀਜ਼ ਨੂੰ ਕੰਟਰੋਲ ਨਾ ਕਰਾਂਗੇ। ਬਹੁਤ ਸ਼ਾਨਦਾਰ ਸਵਾਲ ਵੀ ਆਏ ਆ ਡਾਕਟਰ ਸਾਹਿਬ, ਜਿੱਥੇ ਮੈਂ ਤੁਹਾਡਾ ਧੰਨਵਾਦ ਕਰਦਾ ਉਸ ਤੋਂ ਪਹਿਲਾਂ ਕਿ ਇੱਕ ਗੱਲ ਬਹੁਤ ਜ਼ਰੂਰੀ ਹੈ, ਇਹ 'ਚ ਲੰਬਾ ਚੌੜੀ ਗੱਲ ਹੈ ਜਿਹੜੀ ਕੀਤੀ ਜਾ ਸਕਦੀ ਹੈ। ਬਹੁਤ ਸਾਰੇ ਸਵਾਲ ਸੀ ਜਿਹੜੇ ਰਹਿ ਗਏ ਆ, ਆਪਾਂ ਕਿਸੇ ਹੋਰ ਮੰਚ 'ਤੇ ਜਾਂ ਕਿਸੇ ਫੇਰ ਸਮੇਂ ਇਸੇ ਤਰ੍ਹਾਂ ਬੈਠਾਂਗੇ ਉਹ ਸਵਾਲਾਂ ਨੂੰ ਸਾਂਝਾ ਕਰਾਂਗੇ, ਕਿਉਂਕਿ ਜਿਹੜੇ ਵਿਰਾਸਤੀ ਰੁੱਖ ਸੀ ਉਹਨਾਂ ਦੇ ਗੁਣਾਂ ਬਾਰੇ ਡਾਕਟਰ ਸਾਹਿਬ ਕੋਲੇ ਬਹੁਤ ਵੱਡਾ ਭੰਡਾਰ ਹੈ, ਉਹਨਾਂ 'ਚ ਹੈ ਕੀ ਹੁੰਦਾ ਹੈ, ਉਹ ਕਿਉਂ ਜ਼ਰੂਰੀ ਨੇ, ਇਹ ਸਾਰੇ ਸਵਾਲ ਸਾਡੇ ਅਜੇ ਜ਼ਿਹਨ 'ਚ ਹੈ। ਸੋ ਸਾਡੇ ਸਾਹਮਣੇ ਸਰਪੰਚ ਮਲਕੀਤ ਖਾਨ ਜੀ ਹੈ। ਮੈਨੂੰ ਖੁਸ਼ੀ ਗੱਲ ਇਸ ਗੱਲ ਕਿ ਵੀ ਸਾਡੇ ਕੋਲ ਅਸੀਂ ਜੰਗਲ ਲਾਇਆ ਆਪਣੇ ਖੇਤ 'ਚ, ਡਾਕਟਰ ਸਾਹਿਬ ਨਾਲ ਮੇਰੀ ਮਿਲਣੀ ਉਦੋਂ ਹੀ ਹੋਈ ਸੀ ਪਹਿਲੀ ਵਾਰ, ਤੇ
ਰਾਏਖਾਨਾ ਪਿੰਡ ਨੇ 3 ਏਕੜ ਦੇ ਵਿੱਚ ਰਾਉਂਡ ਗਲਾਸ ਫਾਊਂਡੇਸ਼ਨ ਦਾ ਜਿਹੜਾ ਜੰਗਲ ਲਾਇਆ ਪੰਚਾਇਤੀ ਜ਼ਮੀਨ 'ਚ, ਇਹ ਬਹੁਤ ਵੱਡੀ ਗੱਲ ਹੈ। ਸੋ ਹੋਰ ਬਹੁਤ ਸਾਰੇ ਪਿੰਡ ਜਿਹੜੇ ਜੰਗਲ ਲਾਉਣ ਵਾਲੇ ਵੱਧ ਰਹੇ ਆ। ਸੋ ਡਾਕਟਰ ਸਾਹਿਬ ਮੈਨੂੰ ਇਹ ਪਤਾ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਅਟੈਂਡ ਨਹੀਂ ਕਰਦੇ ਕਿਉਂਕਿ ਤੁਸੀਂ ਜ਼ਿਆਦਾ ਕੰਮ ਕਰਨ ਤੇ ਵਿਸ਼ਵਾਸ ਰੱਖਦੇ ਆ। ਬਹੁਤ ਤੁਹਾਡੇ 'ਚ ਇਹ ਜਿਹੜੀ ਟੀਮ ਹੈ, ਕਿੱਡੀ ਕੁ ਟੀਮ ਹੈਗੀ ਆ? ਬਸ ਲਾਸਟ ਸਵਾਲ ਕਰਕੇ ਹਾਂਜੀ, ਫਿਰ ਅਗਲੀ ਇਸ ਤਰ੍ਹਾਂ ਹੁੰਦਾ ਜੀ, ਪਹਿਲਾਂ ਇਸ ਤਰ੍ਹਾਂ ਹੁੰਦਾ ਵੀ ਪਹਿਲਾਂ ਸਾਡੇ ਨੂੰ ਐਸਟੈਬਲਿਸ਼ ਕਰਨ ਬਾਅਦ ਸਾਨੂੰ ਮਤਲਬ ਕੰਮ ਕਰਨਾ ਜ਼ਰੂਰੀ ਸੀਗਾ। ਸਾਡੀ ਇਹ ਨਹੀਂ ਹੈਗਾ ਵੀ ਤੁਸੀਂ ਮੈਨੂੰ ਦੇਖੋਗੇ ਸਾਡੀ ਟੀਮਾਂ ਨੇ 1 ਮਿਲੀਅਨ ਦਰਖਤ ਲਾਇਆ, ਤੁਸੀਂ ਦੇਖੋ ਮੈਨੂੰ ਜ਼ਿਆਦਾ ਕੋਈ ਇਸ ਤਰ੍ਹਾਂ ਨਹੀਂ ਹੈਗਾ ਹਰ ਸਾਈਡ 'ਤੇ ਮੈਂ ਗਿਆ ਜਾਂ ਮਤਲਬ ਉਹ ਟੀਮਾਂ ਕੋਆਰਡੀਨੇਟਰ ਉਹਨਾਂ ਨੇ ਕਰਨਾ ਹੈਗਾ। ਉਹ ਵੀ ਫੋਟੋਗ੍ਰਾਫੀ 'ਤੇ ਵੀ ਜ਼ਿਆਦਾ ਉਹ ਇੰਨਾ ਵਿਸ਼ਵਾਸ ਨਹੀਂ ਕਰਦੇ ਸਿਸਟਮ, ਅਤੇ ਉਹਨਾਂ ਨੂੰ ਪਤਾ ਵੀ ਅਸੀਂ ਪਹਿਲਾਂ ਇੱਕ ਐਗਜ਼ਾਮਪਲ ਸੈੱਟ ਕਰ ਲਈਏ ਮਤਲਬ, ਤਾਂ ਐਗਜ਼ਾਮਪਲ ਸੈੱਟ ਕਰਨ ਤੋਂ ਬਾਅਦ ਫੇਰ ਹੀ ਹੋਵੇਗਾ। ਹੁਣ ਅਸੀਂ ਦੇਖੋ ਅਸੀਂ ਹੁਣ 20 ਜ਼ਿਲ੍ਹੇ ਕਰ ਰਹੇ ਹਾਂ ਪੰਜਾਬ ਦੇ, 20 ਕੋਆਰਡੀਨੇਟਰ ਡਿਸਟ੍ਰਿਕਟ ਕੋਆਰਡੀਨੇਟਰ 20 ਸਾਡੇ ਅਸੀਂ ਕਰ ਲੈਂਦੇ ਹਾਂ। ਅਸੀਂ 6 ਕੋਆਰਡੀਨੇਟਰ ਸਾਡੇ ਕੋਲ ਹੈਗੇ ਆ 6 ਜ਼ਿਲ੍ਹਿਆਂ ਦੇ ਟੋਟਲ। ਅਸੀਂ ਹੁਣ 20 ਕੋਆਰਡੀਨੇਟਰ ਕਰ ਰਹੇ ਹਾਂ। ਕੋਆਰਡੀਨੇਟਰ ਤੋਂ ਬਾਅਦ ਇੱਕ ਬਲਾਕ ਕੋਆਰਡੀਨੇਟਰ ਥੱਲੇ ਹੋਣਗੇ, ਉਸ ਸਾਡੇ ਨਾਲ ਚੇਂਜ ਮੇਕਰ ਆ, ਉਹ ਪਿੰਡ ਲੈਵਲ ਦੇ ਹੁੰਦੇ ਆ। ਮਤਲਬ ਕਹਿੰਦਾ ਚੇਂਜ ਮੇਕਰ ਟੂ ਕੋਆਰਡੀਨੇਟਰ, ਕੋਆਰਡੀਨੇਟਰ ਟੂ ਅੱਗੇ ਪੋਸਟ ਜਿਹੜੀ ਹੈਗੀ ਆ ਮਤਲਬ ਡਿਸਟ੍ਰਿਕਟ ਲੈਵਲ ਦੀ। ਇਸ ਤਰ੍ਹਾਂ ਕਰਕੇ ਟਾਇਰ ਬਣਾਇਆ ਹੋਇਆ ਇੱਕ ਸਿਸਟਮ ਆ, ਉਹਦੇ ਅਕੋਰਡਿੰਗ ਇਹ ਚੱਲਦਾ ਹੈਗਾ ਸਾਰਾ ਸਿਸਟਮ। ਜ਼ਿਲ੍ਹੇ ਦਾ ਮੈਨੇਜਰ, ਜ਼ਿਲ੍ਹੇ 'ਚ ਮੰਨ ਲਓ ਮਾਨਸਾ ਜ਼ਿਲ੍ਹੇ 'ਚ ਸਾਡਾ ਸੁਖਜੀਤ ਬੈਠਾ ਪਿੱਛੇ ਮੁੰਡਾ, ਉਹ ਸੁਖਜੀਤ ਹੀ ਸੰਭਾਲੇਗਾ ਮਾਨਸਾ। ਉਹਨੇ ਅਗਲੇ 5 ਸਾਲ ਤੱਕ ਮਾਨਸਾ 'ਤੇ ਫੋਕਸ ਕਰਨਾ ਵੀ ਕਿਹੜੇ ਪਿੰਡ 'ਚ ਕੀ ਕਮੀ ਆ, ਕਿੱਥੇ ਐਂਟਰੀਆਂ 'ਤੇ ਲੱਗਣੀਆਂ, ਕਿੱਥੇ ਸਾਡੇ ਪਾਰਕ ਪੈਂਡਿੰਗ ਆ, ਕਿੱਥੇ ਸਾਡੇ ਜੰਗਲ ਪੈਂਡਿੰਗ। ਇਸ ਤਰ੍ਹਾਂ ਕਰਕੇ ਜ਼ਿਲ੍ਹੇ ਵਾਈਜ਼ ਪਲਾਨ ਆ ਮਤਲਬ, ਅਤੇ ਬਹੁਤ ਹੀ ਡੀਪ ਰੂਟਡ ਪਲਾਨ ਆ ਕਿ ਇਸ ਤਰ੍ਹਾਂ ਨਹੀਂ ਹੈਗਾ ਵੀ ਆਪਾਂ ਕੋਈ ਸੁਪਰਫਿਸ਼ੀਅਲ ਕੋਈ ਗੱਲ ਕਰਦੇ ਹਾਂ। ਸਾਰਾ ਬਿਲਕੁਲ ਐਨ ਵੈਲ ਪਲਾਨਡ ਸਿਸਟਮ ਨਾਲ ਚੱਲਦਾ ਹੈਗਾ। ਜੋ ਅਸੀਂ PhD ਤੋਂ ਸਿੱਖਿਆ ਇਹੀ ਸਿੱਖਿਆ ਵੀ ਸਮਾਲ ਸਕੇਲ ਤੋਂ ਵੱਡੇ ਤੇ ਔਰ ਪੂਰੇ ਪਲਾਨ ਨਾਲ ਉਤਰੋਗੇ ਥੋੜਾ ਕਾਮਯਾਬੀ ਮਿਲੂਗੀ, ਨਹੀਂ ਕਾਮਯਾਬੀ ਨਹੀਂ ਮਿਲਦੀ। ਸੋ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਬਹੁਤ ਧੰਨਵਾਦ, ਕਿਉਂਕਿ ਰੁੱਖ ਸਾਨੂੰ ਆਕਸੀਜਨ ਦਿੰਦੇ ਆ ਤੇ ਆਕਸੀਜਨ ਸਾਨੂੰ ਸਭ ਨੂੰ ਚਾਹੀਦੀ ਹੈ। ਇਸ ਕਰਕੇ ਆਓ ਰਾਉਂਡ ਗਲਾਸ ਦੀ ਇਸ ਮੁਹਿੰਮ ਨੂੰ ਹੋਰ ਪਿੰਡਾਂ ਤੱਕ ਵੀ ਲੈ ਕੇ ਚੱਲੀਏ। ਸੋ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸ਼ੁਕਰੀਆ ਜੀ। ਡਾਕਟਰ ਸਾਹਿਬ ਦਾ ਸਨਮਾਨ ਵੀ ਕਰਾਂਗੇ, ਪਰ ਆਪਾਂ ਇੱਕ ਪ੍ਰੋਗਰਾਮ ਅਟੈਂਡ ਕਰਨ ਤੋਂ ਬਾਅਦ ਉਸ ਤੋਂ ਬਾਅਦ ਅਗਲਾ ਸੈਸ਼ਨ। ਇੱਕ ਮੈਂ ਲਾਸਟ ਜ਼ਰੂਰ ਕਹਿਣਾ, ਉਹ ਤੁਸੀਂ ਮੈਂ ਦੱਸ ਦਿੰਦਾ, ਇੱਕ ਤਾਂ ਸਾਨੂੰ ਕਿਤਾਬਾਂ, ਤੁਸੀਂ ਕਿਤਾਬਾਂ ਦੀ ਪੁਸਤਕ ਉਹ 'ਤੇ ਆਏ ਹੋਏ ਹੋ, ਦੂਸਰਾ ਆਕਸੀਜਨ ਸਾਹ ਲਈ। ਇਹ ਦੋ ਬਹੁਤ ਯਾਦ ਰੱਖਿਓ ਬੱਚੇ, ਦੋ ਚੀਜ਼ਾਂ ਬਹੁਤ ਇੰਪੋਰਟੈਂਟ ਸਾਡੇ ਲਈ। ਔਰ ਜ਼ਿੰਦਗੀ ਦੇ ਵਿੱਚ ਇੱਕ ਬੰਦੇ ਦੀ ਜਿਹੜੀ ਹੈਗੀ ਆ, ਜੇ ਹਿੰਮਤ ਮਾਰ ਸਕਦਾ 20 ਰੁੱਖ ਜ਼ਰੂਰ ਲਾਏ ਆਪਣੀ ਲਾਈਫ ਦੇ ਵਿੱਚ, ਚਾਹੇ ਘਰ 'ਚੋਂ ਚਾਹੇ ਕਿਤੇ ਵੀ ਹੋਣ, ਕੋਸ਼ਿਸ਼ ਕਰੋ ਲਾਉਣ ਦੀ। ਥੈਂਕ ਯੂ ਸੋ ਮਚ ਜੀ, ਥੈਂਕ ਯੂ।